ਉੱਚੀ ਕਰਦੇ ਨੇ। ਇੱਕ ਮੱਤ ਨੂੰ ਕੁਛ ਗਰੁੱਪ ਇਕੱਠਾ ਹੋ ਕੇ ਉਹਨੂੰ ਹਾਈਲਾਈਟ ਕਰਦੇ ਨੇ। ਜਿਵੇਂ ਇੱਕ ਸੰਤ ਹੈ, ਉਹ ਇੱਕ ਗਰੁੱਪ ਬਣਾਉਂਦਾ, ਸਮਝਿਆ ਨਹੀਂ, ਉਹ ਉਹਦੇ ਪ੍ਰਚਾਰ ਕਰਦੇ ਨੇ, ਲੋਕ ਏਜੰਟ ਬਣਦੇ ਨੇ, ਸਮਝੇ। ਇਹ ਉਹ ਉਚਾਇਆ ਹੈ ਉਹਨੂੰ ਪ੍ਰਾਪੇਗੰਡਾ ਕਰਦੇ ਨੇ। ਮਤ ਦਾ ਪ੍ਰਾਪੇਗੰਡਾ ਕਰਦੇ ਨੇ ਇੱਕ ਮੱਤ ਦਾ, ਤਾਂ ਹੀ ਮੱਤ ਫੈਲੂਗੀ। ਪ੍ਰਾਪੇਗੰਡੇ ਨਾਲ ਫੈਲਦੀਆਂ ਨੇ, ਐਡੀ ਛੇਤੀ ਨਹੀਂ ਕਿਵੇਂ ਫੈਲ ਜਾਣ। ਉਹ ਗੁਰੂ ਨਾਨਕ ਦੇ ਨਹੀਂ ਮੱਤ ਫੈਲੀ। ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਲਾਤੀ, ਲੈਣੇ ਨੂੰ ਨਹੀਂ ਪਤਾ ਲੱਗਿਆ ਵੀ ਗੱਲ ਕੀ ਹੈ। ਜਿੱਦਣ ਮਿਲਣ ਗਿਆ ਉਦੋਂ ਪਤਾ ਲੱਗਿਆ ਵੀ ਗੱਲ ਕੀ ਹੈ, ਜਾਂ ਪਤਾ ਲੱਗਿਆ ਉੱਥੇ ਰਹਿ ਗਿਆ। ਹੁਣ ਇਹ ਮਾਰੀ ਜਾਂਦੇ ਨੇ ਮਗਜੌਲੀਆਂ ਜੀ, ਦੁਨੀਆ ਇੰਨੀ ਸਿੱਖ ਬਣ ਗਈ, ਫਲਾਨੀ ਬਣ ਗਈ। ਨਾਲ ਤੁਸੀਂ ਹੁਣ ਸਹੀ ਨਹੀਂ ਬਣੇ ਸਿੱਖ, ਜਿਹੜੇ ਰੌਲਾ ਉਹ ਆਪ ਅੱਜ ਸਹੀ ਨਹੀਂ ਬਣੇ। ਇੰਨੇ ਕਰੋੜ ਸਿੱਖ ਬਣ ਗਿਆ ਨਾਨਕ ਦਾ ਫਲਾਨਾ, ਐਵੇਂ ਬਕਵਾਸ ਕਰੀ ਜਾਂਦੇ। ਕਿਸੇ ਨੂੰ ਨਹੀਂ ਪਤਾ ਲੱਗਿਆ। ਗੁਰੂ ਅਮਰਦਾਸ ਨੂੰ ਰਿਸ਼ਤੇਦਾਰੀ ਹੁੰਦੀ ਨਹੀਂ ਪਤਾ ਲੱਗਿਆ ਗੁਰੂ ਦੀ ਗੱਲ ਕੀ ਹੈ। ਤੁਹਾਡਾ ਇਤਿਹਾਸ ਕਹਿੰਦਾ ਵੀ ਬੀਬੀ ਨੇ ਜਾਂ ਪਾਠ ਕੀਤਾ ਕੱਲ 'ਚ ਪਈ ਗੱਲ ਇਹ ਬਾਣੀ ਕਿਹਦੀ ਹੈ, ਤੇ ਫਿਰ ਜੇ ਪਤਾ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਬਈ। ਪ੍ਰਾਪੇਗੰਡਾ ਨਹੀਂ ਸੀ ਕਰਦੇ ਉਹ। ਸੱਚ ਦਾ ਪ੍ਰਾਪੇਗੰਡਾ ਹੋ ਹੀ ਨਹੀਂ ਸਕਦਾ। ਸੱਚ ਦਾ ਗਵਾਂਢ 'ਚ ਨਹੀਂ ਪਤਾ ਲੱਗਦਾ ਗੱਲ ਕੀ ਹੈ। ਉਹਨੇ ਤਾਂ ਉਹਦੇ ਕੋਲ ਗੱਲ ਕਰਨੀ ਆ ਜਿਹੜਾ ਮਤਲਬ ਹੋਵੇ ਜਿਹਨੂੰ। ਇਹ ਤਾਂ ਅਮਲੀਆਂ ਦਾ ਟੱਬਰ ਹੈ। ਅਮਲੀ ਨੂੰ ਪਤਾ ਹੁੰਦਾ ਨਸ਼ਾ ਕਿੱਥੇ ਮਿਲਦਾ, ਆਪਣੇ ਢੋਲ ਲੈਂਦਾ। ਜਿਹਨੂੰ ਲੋੜ ਹੈ ਢੋਲ ਲੈਂਦਾ, ਬਸ। ਜਿਹਨੂੰ ਨਹੀਂ ਲੋੜ ਉਹਨੂੰ ਕੋਈ ਮਤਲਬ ਨਹੀਂ। ਉਹਨੂੰ ਪਤਾ ਹੁੰਦਾ ਵੀ ਕਿੱਥੋਂ ਮਿਲਦਾ, ਟੋਲਦਾ ਫਿਰਦਾ, ਆਪੇ ਪਤਾ ਲੱਗੂਗਾ। ਇਹ ਜਿਹੜੇ ਸਾਧੂ ਸੰਤ ਫਿਰਦੇ ਨੇ ਨਾ, ਇਹ ਐਵੇਂ ਨਹੀਂ ਫਿਰਦੇ। ਹੁਣ ਤਾਂ ਫਿਰਦੇ ਹੁਣ ਚਾਹੇ ਐਵੇਂ ਵੀ ਸੈਰਾਂ ਕਰਦੇ ਵੀ, ਰੋਟੀ ਪਾਣੀ ਖਾਂਦੇ ਵੀ, ਪਰ ਅੱਗੇ ਜਿਹੜੇ ਫਿਰਦੇ ਸੀ ਉਹ ਟੋਲਦੇ ਹੁੰਦੇ ਸੀ ਵੀ ਕਿਤੋਂ ਕੁਛ ਗੱਲ ਸਾਨੂੰ ਪੱਲੇ ਪਵੇ। ਟੋਲਦੇ ਸੀ। ਗੁਰੂ ਅਮਰਦਾਸ ਟੋਲਦੇ ਹੀ ਫਿਰਦੇ ਸੀ। ਹੋਰ ਗੰਗਾ ਤੇ ਕੀ ਕਰਨ ਜਾਂਦੇ ਸੀ? ਬਾਅਦ 'ਚ ਨਹੀਂ ਗਏ ਗੰਗਾ ਤੇ। ਪਹਿਲਾਂ ਜੋ 22 ਵਾਰ ਗੰਗਾ ਜਾਇਆ, ਫਿਰ ਕਾਹਤੇ ਨਹੀਂ ਗਏ? ਜੇ ਚੀਜ਼ ਮਿਲ ਗਈ ਨਹੀਂ ਗਏ। ਜਿੰਨਾ ਚਿਰ ਨਹੀਂ ਕੁਛ ਮਿਲਿਆ ਸੀ ਜਾਂਦੇ ਸੀ। ਟੋਲਣ ਜਾਂਦੇ ਨੇ, ਕੋਈ ਲੱਭਦੇ ਹੁੰਦੇ ਨੇ ਕੁਛ, ਜਿਨ੍ਹਾਂ ਨੇ ਲੱਭਣਾ ਹੀ ਕੁਛ ਨਹੀਂ। ਹੁਣ ਜਿਹੜੇ ਸਾਡੇ ਹੇਮਕੁੰਟ ਜਾਂਦੇ ਨੇ, ਕੋਈ ਲੱਭਣ ਜਾਂਦੇ ਨੇ। ਹਜ਼ੂਰ ਸਾਹਿਬ ਜਾਂਦੇ ਨੇ, ਗੱਡੀਆਂ ਰੇਲਾਂ ਲੱਭਣ ਜਾਂਦੇ ਨੇ, ਕੁਛ ਵੀ ਨਹੀਂ। ਨਾ ਕੋਈ ਗਾਹਕ ਹੈ, ਨਾ ਕੋਈ ਉਹ ਸੈਰ ਸਪਾਟਾ ਕਰਨ ਜਾਂਦੇ ਨੇ, ਦਰਸ਼ਨ ਮੇਲਾ ਕਰਨ ਜਾਂਦੇ ਨੇ। ਬਈ ਹਜ਼ੂਰ ਸਾਹਿਬ ਦੇਖ ਆਈਏ, ਕਿੱਥੇ ਕਿਹੜੀ ਧਰਤੀ ਹੈ, ਉੱਥੇ ਉਹ ਗੁਰੂ ਗਏ ਸੀਗੇ, ਉਹ ਗੱਲਾਂ ਸੁਣਨ ਨਹੀਂ ਜਾਇਆ ਉਹਨਾਂ ਨੇ। ਚਲ ਬਾਹਰ ਘੁੰਮਣ ਫਿਰ ਲੋਕ ਜਾਂਦੇ ਹੀ ਨੇ, ਜਾਇਆ ਉਹਨਾਂ ਨੇ, ਫਿਰ ਗੱਲ ਕੁਛ ਨਹੀਂ। ਉਹ ਜਾਣੀ ਨਾਂ ਵਾਲੀ ਗੱਲ ਨਹੀਂ ਹੈ। एक एक मत ऐस उचय है जाते सकल शूद्र होए जाए है। ਕੀ ਹੈ? ਇਸ ਤਰੀਕੇ ਨਾਲ ਇੱਕ ਦੀ ਮਤ ਨੂੰ, ਆਪਣੀ ਆਪਣੀ ਮਤ ਨੂੰ ਹਾਈਲਾਈਟ ਕਰ ਰਹੇ ਨੇ। ਸਾਰੇ ਸ਼ੂਦਰ ਬਣਾਤੇ। ਮਨਮੱਤਾਂ ਸ਼ੂਦਰ ਬਣਾਉਂਦੀਆਂ ਨੇ। ਅੱਜ ਸਾਰੇ ਜਿਹੜੀਆਂ ਮਨਮੱਤਾਂ ਦਾ ਪ੍ਰਚਾਰ ਹੈ, ਸ਼ੂਦਰ ਨੇ ਸਾਰੇ ਅੰਦਰੋਂ। ਸੱਚ ਦਾ ਪ੍ਰਚਾਰ ਕੋਈ ਦੱਸੇ ਕਿੱਥੇ ਹੋ ਰਿਹਾ। ਜਿੰਨੇ ਟੀਵੀ ਨੇ ਚੈਨਲ ਨੇ, ਤਾਂ ਸੱਚ ਦਾ ਪ੍ਰਚਾਰ ਕਿਤੋਂ ਨਹੀਂ ਹੋ ਰਿਹਾ ਹੁੰਦਾ। ਤਾਂ ਦੂਏ ਚੁੱਪ, ਜਿੱਦਣ ਆਉਣ ਲੱਗੇ ਦੂਏ ਚੁੱਪ ਕਰ ਜਾਣਗੇ, ਹੋਰੇ ਚੁੱਪ ਕਰਾ ਦੇਣਗੇ ਸੁਣਨ ਵਾਲੀ। ਜਦੋਂ ਇਹ ਪ੍ਰਚਾਰ ਸ਼ੁਰੂ ਹੁੰਦਾ ਨਾ, ਜਿੱਥੇ ਜਿੱਥੇ ਚਲੇ ਜਾਂਦਾ ਉਸ ਤੱਕ ਬੋਲਤੀ ਬੰਦ ਹੋਈ ਜਾਂਦੀ ਹੈ। ਜਿੱਥੇ ਸਾਖੇ ਦੀ ਚਲੀ ਜਾਂਦੀ ਹੈ ਭਣਕ, ਦੂਏ ਜਾਗਦੇ ਹੁੰਦੇ ਨੇ ਗੱਲ ਕਰਨ ਦੇ, ਫਿਰ ਉੱਥੇ ਬਿਨਾਂ ਕਰੀਏ। ਇਹ ਆ ਫਿਰ ਜਿਹੜੇ ਕੁਛ ਪ੍ਰਚਾਰਕ ਹੁੰਦੇ ਨੇ, ਐਂਗਲ ਬਦਲ ਕੇ ਇਹ ਇਸ ਬੋਲੀ ਨੂੰ ਬੋਲਣ ਲੱਗ ਜਾਂਦੇ ਨੇ। ਰਾਈਟਰ, ਪ੍ਰਚਾਰਕ, ਇਹ ਹੌਲੀ 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 ਬੋਲੀ ਇਹੀ ਅਡੋਪਟ ਕਰ ਲੈਂਦੇ ਨੇ ਸੱਚ ਵਾਲੀ। ਜਿਵੇਂ ਜੋ ਪਤਾ ਲੱਗਦਾ ਹੁਣ ਵੀ ਕਰ ਰਹੇ ਨੇ। ਰਾਈਟਰ ਵੀ ਲਿਖਣ ਲੱਗ ਗਏ, ਪ੍ਰਚਾਰਕ ਵੀ ਬੋਲਣ ਲੱਗ ਗਏ। ਬੋਲਣਗੇ ਹੀ, ਬੋਲਦੇ ਹੀ ਹੁੰਦੇ ਨੇ। ਜਿਹੜੇ ਲੋਕ ਚਾਹੁੰਦੇ ਹੁੰਦੇ ਨੇ ਵੀ ਸੱਚ ਦਾ ਪ੍ਰਚਾਰ ਹੋਵੇ ਜਾਂ ਸਾਨੂੰ ਕੁਛ ਗਿਆਨ ਹੋਵੇ, ਉਹ ਬੋਲਣ ਲੱਗ ਜਾਂਦੇ ਨੇ। ਛਤਰੀ ਬ੍ਰਾਹਮਣ ਰਹਾ ਨਾ ਕੋਈ। ਛਤਰੀ ਬ੍ਰਾਹਮਣ ਵਾਲੀ ਗੱਲ ਖਤਮ ਹੋ ਗਈ। ਬ੍ਰਾਹਮਣ ਤਾਂ ਹੁਣ ਇੱਕ ਵੀ ਨਹੀਂ ਹੈਗਾ ਜਿਹੜਾ ਬ੍ਰਹਮ ਗਿਆਨ ਦਾ ਪ੍ਰਚਾਰ ਕਰਦਾ ਹੋਵੇ। ਬ੍ਰਹਮ ਗਿਆਨ ਦਾ ਪ੍ਰਚਾਰ ਬ੍ਰਾਹਮਣਾਂ ਦੀ ਡਿਊਟੀ ਸੀ ਕਰਨ ਦੀ। ਅੱਜ ਕੋਈ ਦੱਸੇ ਕਿਤੋਂ ਕਰਦਾ ਹੋਵੇ ਬ੍ਰਾਹਮਣ।
ਬ੍ਰਾਹਮਣ ਪੰਡਤ ਬਣ ਕੇ ਬ੍ਰਾਹਮਣੇ ਦਾ ਖਿਲਾਫ ਹੈ ਇਹ। ਪੰਡਤ ਪਾੜੀ ਬਾਟ ਦਾ ਲਿਖਿਆ ਕਬੀਰ ਨੇ। ਜੇ ਪੰਡਤ ਧਰੋ ਨਾ ਕਰਦਾ ਵੇਦਾਂ ਨਾਲ, ਪੰਡਤ ਦੀ ਜ਼ਿੰਮੇਵਾਰੀ ਸੀ। ਜੇ ਬਾੜੇ ਖੇਤ ਨੂੰ ਖਾ ਜਵੇ, ਜੇ ਫੌਜੇ ਚਾਹੇ ਵੀ ਅਸੀਂ ਮੁਲਕ ਨੂੰ ਲੁੱਟ ਲੈਣਾ, ਲੁਟਾ ਦੇਣਾ, ਦੁਸ਼ਮਣ ਤੋਂ ਲੁਟਾ ਦੇਣਾ, ਆਪ ਲੁੱਟ ਲੈਣਾ, ਤੇ ਫਿਰ ਕੋਈ ਨਹੀਂ ਬਚਾ ਸਕਦਾ। ਫਿਰ ਕੌਣ ਬਚਾਊਗਾ? ਜੇ ਮਾਂ ਚਾਹੁੰਦੀ ਹੋਵੇ ਪੁੱਤ ਮੈਂ ਮਾਰ ਦੇਣਾ ਛੋਟਾ ਜਿਹਾ, ਤੇ ਉਹਨੂੰ ਕੌਣ ਬਚਾਊਗਾ? ਪੰਡਤ ਨੇ ਧਰੋ ਕੀਤਾ। ਪੰਡਤ ਪਾੜੀ ਬਾੜ ਕਬੀਰ ਨੇ ਕਹਿ ਕੇ ਜਾਣ ਕੇ ਕਹੀ ਇਹ ਗੱਲ, ਸਮਝ ਕੇ ਕਹੀ ਹੈ, ਜਾਣ ਕੇ ਨਹੀਂ ਕਹੀ, ਸਮਝ ਕੇ ਕਹੀ ਹੈ ਵੀ ਹਕੀਕਤ ਇਹ ਹੈ। ਪੰਡਤ ਨੇ ਬੇੜਾ ਗਰਕ ਕੀਤਾ। ਸਾਰੇ ਹਿੰਦੁਸਤਾਨ ਮੰਨਦਾ ਹੈ ਵੀ ਪੰਡਤ ਨੇ ਬੇੜਾ ਗਰਕ ਕੀਤਾ। ਜਿਹੜੇ ਪੜ੍ਹੇ ਲਿਖੇ ਬੰਦੇ ਨੇ ਸਾਰੇ ਕਹਿੰਦੇ ਨੇ, ਪਰ ਕਿਵੇਂ ਕੀਤਾ ਬੇੜਾ ਗਰਕ ਇਹ ਨਹੀਂ ਪਤਾ। ਉਹ ਸੁਣੀ ਸੁਣਾਈ ਗੱਲ ਸਾਰੇ ਕਹੀ ਜਾਂਦੇ ਨੇ ਵੀ ਪੰਡਤਾਂ ਨੇ ਬੇੜਾ ਗਰਕ ਕਰਤਾ। ਕਿਵੇਂ ਕਰਤਾ ਬੇੜਾ ਗਰਕ? ਇਹਦੀ ਖੋਜ ਕਬੀਰ ਨੇ ਕੀਤੀ ਵੀ ਜਿਹੜੀ ਗੱਲ ਸੀ ਵੇਦ ਦੀ, ਉਹ ਤਾਂ ਜਿਹੜਾ ਲਿਖਿਆ ਨਾ ਵੇਦ ਸਮੁੰਦਰ 'ਚ ਸਿੱਟ ਤੇ ਲਿਜਾ ਕੇ, ਉਹ ਫਿਰ ਬੜਾ ਅਵਤਾਰ ਨੇ ਲੈ ਕੇ ਆਉਂਦੇ ਨੇ ਆਊਗਾ ਥਾ। ਉਹ ਹੁਣ ਖਾਰੇ ਸਮੁੰਦਰ 'ਚ ਸਿੱਟੇ ਨੇ ਵੇਦ। ਹੁਣ ਵੀ ਖਾਰਾ ਸਮੁੰਦਰ ਸੰਸਾਰੀ ਗੱਲ, ਖਾਰਾ ਸਮੁੰਦਰ ਹੈ। ਜੋ ਸੰਸਾਰ ਦਾ ਗਿਆਨ ਹੈ ਇਹਨੂੰ ਖਾਰਾ ਸਮੁੰਦਰ ਕਹਿੰਦੇ ਨੇ। ਆਪਣੇ ਕੋਲ ਸਮੁੰਦਰ ਖਾਰਾ ਹੀ ਆ। ਜਿਹੜਾ ਇਹ ਹੈ ਖੀਰ ਸਾਗਰ ਹੁੰਦਾ ਗੁਰਮਤਿ ਵਾਲਾ। ਖੀਰ ਸਾਗਰ ਇੱਥੇ ਦਿਖਾਓ ਕਿੱਥੇ? ਉਹ ਖਾਰੀ ਬੀੜ ਤਾਂ ਕਿਹਾ ਸੀ ਉਹਨੂੰ। ਝੂਠ ਲਾਤਾ ਜਿਆਦਾ। ਹਾਂ ਵੀ ਝੂਠ ਲਾਤਾ, ਖਾਰੀ ਹੋ ਗਈ ਬੀੜ। ਉਹ ਖਾਰਾ ਗਿਆਨ ਹੁੰਦਾ ਲੂਣ ਵਾਲਾ। ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲੋੜ, ਲੂਣ ਮਿਰਚ ਰਲਾਤਾ। ਲੂਣ ਮਿਰਚ ਲਾ ਕੇ ਗੱਲਾਂ, ਮਸਾਲਾ ਲਾ ਕੇ ਜਾਂ ਗੱਲਾਂ ਹੁਣ ਉਹ ਸੁਣਨ ਵਾਲੇ ਨੂੰ ਤਾਂ ਲੱਗਦੀਆਂ ਨੇ ਸਵਾਦ, ਹੁੰਦਾ ਵਿੱਚ ਝੂਠ, ਸੱਚ ਹੁੰਦਾ ਨਹੀਂ। ਇਹੋ ਜਿਹੀਆਂ ਸਾਖੀਆਂ ਸੁਣਾ ਕੇ ਹੀ ਗੁਰਮਤਿ ਦਾ ਬੇੜਾ ਗਰਕ ਕੀਤਾ ਇਹਨਾਂ ਨੇ। ਉਹੀ ਪੰਡਤ ਆ ਵੜਿਆ ਵਿੱਚ। ਪੰਡਤ ਨੇ ਆਪਣੇ ਪੰਡਤ ਨਾਰਾਇਣ ਸਿੰਘ ਪੰਡਤ ਹੀ ਆ, ਹੋਰ ਕੌਣ ਹੈ? ਤਾਰਾ ਸਿੰਘ ਨਰੋਤਮ ਵੀ ਪੰਡਤ ਹੈ। ਉਹ ਸਾਰੇ ਪੰਡਤ ਦੇ ਚੇਲੇ ਸੀ ਸਾਰੇ ਜਿਹੜੇ ਆਏ ਨੇ। ਅਸਲ 'ਚ ਬੰਦਾ ਬਹਾਦਰ ਕੌਣ ਸੀ? ਉਹ ਵੀ ਉਹਨਾਂ ਦਾ ਪਹਾੜੀਆਂ ਦਾ ਹੀ ਸੀ। ਪਹਾੜੀਆਂ ਦੇ ਨਾਲ ਵਿਆਹ ਕਰਾਉਣ ਦੀ, ਉਹਨੂੰ ਰਿਸ਼ਤੇਦਾਰੀ ਪਾਉਣ ਦੀ ਕੀ ਲੋੜ ਸੀ? ਜਿਹੜੇ ਗੁਰੂ ਦੇ ਖਿਲਾਫ ਸੀ। ਉਹ ਅਨੰਦਪੁਰ ਸਾਹਿਬ ਦਾ ਪਹਾੜੀਆਂ ਨੇ ਜਾੜਿਆ, ਉਹ ਉਹਨਾਂ ਦੇ ਘਰ ਰਿਸ਼ਤੇਦਾਰੀ ਪਾਉਂਦੇ, ਵਿਆਹ ਕਰਾਉਂਦਾ। ਤੁਸੀਂ ਕਹੀ ਜਦੋਂ ਸਿੱਖ ਹੈ ਉਹ। ਜਿਹੜੇ ਸਿੱਖ ਕਹਿੰਦੇ ਨੇ ਅਸਲ 'ਚ ਉਹ ਉਸੇ ਧੜੇ ਦੇ ਹੁੰਦੇ ਨੇ। ਉਹ ਗੁਰੂ ਘਰ ਤੋਂ ਖਿਲਾਫ ਵਾਲੇ ਤੋਂ ਟੋਲਾ ਹੈ। ਗੁਰੂ ਘਰ ਦੇ ਹੱਕ 'ਚ ਤਾਂ ਐਵੇਂ ਆਟੇ 'ਚ ਨੂਣ ਸੀ ਸੰਗਤ, ਉਹਦਾ ਸਿਰ ਦੇਣੇ ਆਣੇ ਤੇ। ਅਨੰਦਪੁਰ ਸਾਹਿਬ ਜਦ ਉਹਨਾਂ ਨੇ ਪਹਿਲਾਂ ਕਿੰਨੇ ਨਿਕਲੇ ਤੇ ਕਿੰਨਾ ਕੱਟ ਸੀ? 5 ਨਿਕਲੇ ਤੇ ਕੋਲ। ਫਿਰ ਕਿੰਨੇ ਅਗਨੇ ਅੰਮ੍ਰਿਤ ਛਕਿਆ? ਗਿਣਤੀ ਉਹ ਸੀ। ਬਾਕੀ ਕੌਣ? ਬਾਕੀ ਡਰਦੇ ਸੀ। ਇਹ ਤਾਂ ਜਨਰਲ ਮਾੜੇ ਮੋਟੇ ਸਿੱਖ ਵੀ ਸੀ, ਡਰਦੇ ਸੀ। ਮੁਸਲਮਾਨ ਹੁਕੂਮਤ ਸੀ। ਮੁਸਲਮਾਨ ਫਿਰ ਪੰਡਤ ਉਹਨਾਂ ਦੇ ਨਾਲ ਸੀ, ਮੁਸਲਮਾਨਾਂ ਦੇ ਖੜਾ। ਪੰਡਤ ਘਰ ਘਰ ਦਾ ਭੇਤੀ ਸੀ। ਸਾਰੇ ਲੋਕ ਪੰਡਤ ਨਾਲ ਜੁੜੇ ਹੋਏ ਸੀ, ਹਿੰਦੂ ਸੀ ਜਿਹਨੇ ਨੈਟਵਰਕ ਸੀ। ਜੰਮੇ ਤੇ ਮਰੇ ਤੇ ਬੱਚਾ ਪੈਦਾ ਹੋਏ ਤੇ ਨਾਂ ਰੱਖਣਾ, ਇਹ ਕਰਨਾ ਸਾਰਾ ਤਾਂ ਪੰਡਤ ਦਾ ਨਾਲ ਸੀ ਹਰ ਵਕਤ। ਜੇ ਉਹਨੇ ਫਿਰ ਵਿਆਹ ਹੈ ਤਾਂ ਫੇਰੇ ਕਰਾਉਣੇ ਨੇ। ਮਰੇ ਦਾ ਸੰਸਕਾਰ ਹੈ, ਸਾਰੇ ਸੰਸਕਾਰ ਪੰਡਤ ਦੇ ਨਾਲ। ਔਰ ਪੰਡਤ ਦੂਏ ਪਾਸੇ ਰਲਿਆ ਹੋਇਆ ਸੀ, ਨਹੀਂ ਸੀ ਚਾਹੁੰਦਾ ਗੁਰਮਤਿ ਅੱਗੇ ਆਵੇ। ਪਹਿਲਾਂ ਤੇ ਵੇਦ ਦੇ ਖਿਲਾਫ ਸੀ। ਇਹ ਹਾਈਲਾਈਟ ਹੁੰਦੀ ਕਿਵੇਂ? ਅੱਜ ਤਾਂ ਵਰਲਡ ਦੀ ਨੀਡ ਹੈ, ਵਰਲਡ ਦੀ ਲੋੜ ਹੈ, ਸਰਕਾਰਾਂ ਦੀ ਲੋੜ ਹੈ। ਸਰਕਾਰਾਂ ਨਹੀਂ ਵੱਜਦੀਆਂ, ਅੱਤਵਾਦ ਖੜਾ ਹੋ ਗਿਆ। ਉਹੀ ਜਿਹੜੀ ਸੀ ਨਾ ਝੂਠੇ ਧਰਮਾਂ ਦਾ ਰਾਜ ਦਾ ਜਿਹੜਾ ਗੱਠਜੋੜ ਸੀ, ਅਜੇ ਟੁੱਟ ਗਿਆ। ਉਹ ਝੂਠੇ ਧਰਮ ਜਿੰਨੇ ਖੜੇ ਸੀ ਰਾਜ ਪ੍ਰਬੰਧ ਨਾਲ ਖੜੇ ਸੀ। ਪੰਡਤ ਨੇ ਜਾਂ ਬਾਟ ਪਾੜੀ ਹੈ, ਰਾਜੇ ਨਾਲ ਖੜਾ ਸੀ, ਵਿਸ਼ਨੂੰ ਨਾਲ। ਹੁਣ ਪੰਡਤ ਦੀ ਔਰ ਵਿਸ਼ਨੂੰ ਦੀ, ਰਾਜੇ ਦੀ ਦਾਲ ਗਲਦੀ ਨਹੀਂ। ਦਿੱਲੀ ਵਿੱਚ RSS ਬਹੁਤ ਪਰੇਸ਼ਾਨ ਹੈ। ਕਿਉਂ? ਹਿੰਦੂ ਮੰਨਦੀ ਨਹੀਂ, ਸਰਕਾਰ ਨਹੀਂ ਮੰਨਦੀ। ਜਵਾਹਰ ਲਾਲ ਨਹੀਂ ਸੀ ਮੰਨਦਾ।
ਤਾਂ ਔਖੇ ਨੇ ਅੰਦਰੋਂ, ਪਿਛੇ ਨੂੰ ਜਾਣਾ ਚਾਹੁੰਦੇ ਨੇ। ਹੋਰ ਹਿੰਦੂ ਤੋਂ ਕਰ ਦਈਏ, ਚਾਰੇ ਵੰਡ ਫੇਰ ਕਰ ਦਈਏ, ਕੌਣ ਮੰਨੂਗਾ ਤੁਹਾਡੀ ਗੱਲ? ਦਿਮਾਗ ਖਰਾਬ ਹੋਇਆ ਹੋਇਆ। ਇਹ ਤੋਂ ਪਤਾ ਲੱਗਦਾ ਵੀ ਦਿਮਾਗ ਕਿੰਨਾ ਖਰਾਬ ਹੈ। ਉਹ ਬੈਕ ਨਹੀਂ ਜਾਂਦਾ ਹੁੰਦਾ ਕਦੇ ਵੀ, ਇਤਿਹਾਸ ਚੱਕਰ ਕੱਟ ਕੇ ਦੁਬਾਰਾ ਆ ਜਾਂਦਾ ਹੁੰਦਾ। ਹੁਣ ਸਤਜੁਗ ਵੱਲ ਜਾਊਗਾ, ਕੋਈ ਇਲਾਜ ਨਹੀਂ ਹੈਗਾ, ਜੋ ਲਾਲਣ ਜੀ ਨੇ ਲਾਉਣਾ। ਆ ਸਤਜੁਗ ਦੀ ਲੜੀ ਆਉਣੀ ਇਹਦੇ ਵਿੱਚ ਅੱਗੇ ਜਾ ਕੇ। ਇਹ ਸਤਜੁਗ ਵੱਲ ਨੂੰ ਜਾ ਰਹੀ ਹੈ ਗੱਲ। ਹੁਣ ਜਦ ਵਰਣ ਸ਼ੰਕਰ ਪ੍ਰਜਾ ਹੋ ਜਵੇ, ਉਹਦੇ ਬਾਅਦ ਜਦ ਹੱਦ ਦੀ ਠੰਡ ਹੋ ਜਵੇ, ਉਹਦੇ ਬਾਅਦ ਫਿਰ ਗਰਮੀ ਹੁੰਦੀ ਹੈ। ਜਾਂ ਹੱਦ ਦੀ ਗਰਮੀ ਹੋ ਜਵੇ, ਉਹਦੇ ਬਾਅਦ ਫਿਰ ਬਰਸਾਤ ਦਾ ਠੰਡ ਦਾ ਮੌਸਮ ਆਉਂਦਾ ਹੁੰਦਾ। ਇਹ ਤਾਂ ਨੇਚਰਲ ਗੱਲ ਹੈ, ਕੁਦਰਤੀ ਗੱਲ। ਹੱਦ ਦਾ ਜ਼ੁਲਮ ਵੱਜ ਜਵੇ, ਉਹਦੇ ਬਾਅਦ ਜ਼ੁਲਮ ਖਤਮ ਹੁੰਦਾ ਹੀ ਹੁੰਦਾ ਹੈ। ਕੋਈ ਜ਼ੁਲਮ ਹੀ ਰਹਿੰਦਾ ਹੁੰਦਾ ਹਰ ਵਕਤ, ਇੱਕ ਮੌਸਮ ਤਾਂ ਰਹਿੰਦਾ ਹੀ ਨਹੀਂ ਕਦੇ ਵੀ। ਇਹ ਉਹ ਹੱਦ ਦੀ ਗੱਲ ਕਰ ਰਹੇ ਨੇ ਹੁਣ ਇੱਥੇ। ਘਰ ਘਰ ਕੱਲਾ ਕੱਲਾ ਮਤ ਹੋ ਜੂਗਾ। ਆ ਦੇਖ ਲਓ, ਖੁੰਬਾਂ ਮੋਗੇ ਪਏ ਨੇ ਮਤ। ਘਰ ਘਰ ਚ ਗੁਰੂ ਆਪਣੇ ਆਪਣੇ ਨੇ, ਜਾ ਕੇ ਦੇਖ ਲਓ। ਕੋਈ ਕਿਸੇ ਨੂੰ ਨਹੀਂ ਮੰਨਦਾ, ਆਪਣੇ ਗੁਰੂ ਨੂੰ ਮੰਨਦੇ ਨੇ ਸਾਰੇ। ਸਾਡਾ ਤਾਂ ਜੀ ਗੁਰੂ ਇਹ ਹੈ, ਦੇਖ ਲਓ ਘਰ ਘਰ ਜਾ ਕੇ। ਇਹ ਤੋਂ ਬਹੁਤਾ ਨਹੀਂ ਹੁਣ ਵਧਣਾ ਕੰਮ, ਜਗ੍ਹਾ ਹੀ ਨਹੀਂ ਹੈਗੀ ਹੁਣ। ਕੱਲਾ ਕੱਲਾ ਆਦਮੀ ਤਾਂ ਹੋਇਆ ਪਿਆ। ਕਹਿ ਵੀ ਨੇ ਆਪਣੇ ਆਪਣੇ ਗੁਰੂ ਮਹਾਰਾਜ ਜੀ ਕੀ। ਹਾਂ, ਆਪਣੇ ਆਪਣੇ ਗੁਰੂ ਮਹਾਰਾਜ ਦੀ ਜੈ। ਕੰਪਰੋਮਾਈਜ਼ ਕਰ ਲਿਆ ਨਾ, ਕੰਪਰੋਮਾਈਜ਼ ਕਰ ਲਿਆ। ਛਤਰੀ ਬ੍ਰਾਹਮਣ ਰਹਾ ਨਾ ਕੋਈ, ਨਾ ਕੋਈ ਛਤਰੀ ਰਿਹਾ ਨਾ ਕੋਈ ਬ੍ਰਾਹਮਣ ਰਿਹਾ। ਇਸ ਵਕਤ ਨਾ ਕੋਈ ਛਤਰੀ ਹੈ ਨਾ ਕੋਈ ਬ੍ਰਾਹਮਣ ਹੈ। ਫੌਜ ਦੇ ਵਿੱਚ ਸਾਰੇ ਹੀ ਵਰਨਾਂ ਦੇ ਆਦਮੀ ਨੇ। ਜਿੱਥੇ ਤੱਕ ਪ੍ਰਚਾਰ ਦਾ ਧਰਮ ਦਾ, ਸਾਰੇ ਹੀ ਲੱਗੇ ਹੋਏ ਨੇ। ਰਵਿਦਾਸ ਜੀ ਵੀ ਪ੍ਰਚਾਰ ਕਰਦੇ ਨੇ, ਰਵਿਦਾਸ ਭਗਤ ਹੋ ਗਿਆ। ਕਬੀਰ ਪੰਥੀ ਵੀ ਪ੍ਰਚਾਰ ਕਰਦੇ ਨੇ, ਨਾਮਦੇਵ ਦੇ ਵੀ ਪ੍ਰਚਾਰ ਕਰਦੇ ਨੇ, ਜੱਟਾਂ 'ਚ ਵੀ ਪ੍ਰਚਾਰ ਕਰਦੇ ਨੇ, ਬ੍ਰਾਹਮਣਾਂ 'ਚ ਵੀ ਪ੍ਰਚਾਰ ਕਰਦੇ ਨੇ। ਸਾਰੇ ਹੀ ਕਰਦੇ ਨੇ, ਸਾਰੇ ਹੀ ਬ੍ਰਾਹਮਣ ਨੇ। ਬ੍ਰਾਹਮਣ ਵਾਲਾ ਕੰਮ ਵੀ ਸਾਰੇ ਹੀ ਕਰਦੇ ਨੇ, ਛਤਰੀ ਵਾਲਾ ਕੰਮ ਵੀ ਸਾਰੇ ਹੀ ਕਰਦੇ ਨੇ। ਬਾਕੀ ਦੋ ਦਾ ਤਾਂ ਰੌਲਾ ਹੀ ਨਹੀਂ ਹੈ। ਦੋ ਤਾਂ ਸਾਰੇ ਹੀ ਕਰਦੇ ਹੁੰਦੇ। ਦੋ ਕੰਮ ਤਾਂ ਸਾਰਿਆਂ ਨੂੰ ਕਰਨੇ ਪੈਂਦੇ ਨੇ। ਜਿਹੜੇ ਦੂਏ ਦੋ ਕੰਮ ਨੇ ਤਾਂ ਸਾਰਿਆਂ ਨੂੰ ਕਰਨੇ ਪੈਂਦੇ ਨੇ। ਉਹ ਨਹੀਂ ਬਹੁਤੀ ਗੱਲ ਹੈਗੀ। ਸ਼ੰਕਰ ਵਰਨ ਪ੍ਰਜਾ ਸਭ ਹੋਈ। ਹਾਂ, ਜਿਹੜੀ ਦੇਖੋ ਨਾ, ਦੋ ਤੇ ਛਤਰੀ ਔਰ ਬ੍ਰਾਹਮਣ ਤੇ ਆਗੇ ਸ਼ੰਕਰ ਵਰਨ ਕਹਿਤਾ। ਬਸ ਸਾਰੀ ਜਿਹੜੀ ਸੀ ਵੰਡ ਸੀ, ਉਹ ਖੇਰੂ ਹੋ ਗਈ। ਵੰਡ ਖੇਰੂ ਹੋ ਗਈ, ਹੋਈ ਆ ਖੇਰੂ। ਹਾਂਜੀ। ਸ਼ੂਦਰ ਧਾਮ ਬਸੀ ਹੈ ਬ੍ਰਹਮਣੀ। ਆ ਦੇਖੋ, ਸ਼ੂਦਰਾਂ ਦੇ ਮੁੰਡੇ ਨਾਲ ਬ੍ਰਾਹਮਣੀਆਂ ਦੀ ਕੁੜੀ ਨੇ ਵਿਆਹ ਕਰਾ ਲਿਆ। ਹੁਣ ਜੇ ਮੁੰਡਾ IAS ਹੋ ਜੂ, ਸ਼ੂਦਰ ਮਿਨਿਸਟਰ ਬਣ ਜੂ, ਹੋਰ ਵੀ ਲੱਗਦਾ। ਸਵਾਲ ਮਾਇਆ ਦਾ। ਹੁਣ ਜਦੋਂ ਮਾਇਆ ਭਾਰੀ ਹੋ ਜਾਂਦੀ ਹੈ ਨਾ, ਜਦੋਂ ਧਰਮ ਦੀ ਲੀਹ ਤੋਂ ਲੈ ਜਾ, ਫਿਰ ਮਾਇਆ ਹੀ ਦਿੰਦੀ ਹੁੰਦੀ ਹੈ, ਫਿਰ ਨਹੀਂ ਕੋਈ ਦੀਦਾ ਹੁੰਦਾ। ਜੇ ਧਰਮ ਸੱਚ ਰੱਖਣਾ ਤਾਂ ਮਾਇਆ ਨਹੀਂ ਰਹਿੰਦੀ, ਜੇ ਮਾਇਆ ਰੱਖਣੀ ਹੈ ਫਿਰ ਤੁਹਾਡੇ ਕੋਲ ਧਰਮ ਨਹੀਂ ਰਹਿੰਦਾ। ਫਿਰ ਧਰਮ ਕਿੱਥੇ ਰਹਿ ਜੂਗਾ? ਮਾਇਆ ਜਦ ਚਲੇ ਗਏ, ਨਾਲੇ ਧਰਮ ਚਾਹੁੰਦੇ ਹੋ ਨਾਲੇ ਮਾਇਆ ਚਾਹੁੰਦੇ ਹੋ। RSS ਸਾਨੂੰ ਪੁੱਛਿਆ, ਨਾਲੇ ਤਾਂ ਅਰਬਾਂ ਖਰਬਾਂ ਰੁਪਈਏ ਚਾਹੁੰਦੇ ਉੱਥੇ ਧਰਮ ਦੇ, ਉਹ ਚੜਾਵੇ ਦੇ, ਨਾਲੇ ਹੁਣ ਧਰਮ ਚਾਹੁੰਦੇ। ਦੋ ਚੀਜ਼ਾਂ ਨਹੀਂ ਮਿਲਦੀਆਂ, ਇੱਕੋ ਮਿਲਦੀ। ਤਿਆਗ ਕਰਦੇ ਮਾਇਆ ਦਾ। ਆ ਜਿਹੜੀ ਤੁਸੀਂ ਸਿਆਸੀ ਸ਼ੁਰੂ ਕਰ ਲਈ ਜੰਗ, ਇਹ ਨਾ ਕਰਦੇ, ਧਰਮ ਦਾ ਪ੍ਰਚਾਰ ਕਰਦੇ। ਤੁਸੀਂ ਕਹਿੰਦੇ ਡੰਗ ਦੇ ਜੋਰ ਨਾਲ ਸੀ ਧਰਮ। ਔਰੰਗਜ਼ੇਬ ਵਾਲਾ ਹਿਸਾਬ ਹੈ ਇਹਨਾਂ ਦੇ ਦਿਮਾਗ 'ਚ, ਇਹ ਸਾਡੀ ਹਕੂਮਤ ਆ ਜਾ, ਅਸੀਂ ਉਹ ਲਾਗੂ ਕਰ ਦਈਏ। ਉਹ ਤਾਂ ਔਰੰਗਜ਼ੇਬ ਤੇ ਨਹੀਂ ਹੋਇਆ, ਤੁਸੀਂ ਕਿੱਥੇ ਕਰ ਦੋਗੇ? ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾ ਵੀ ਇਹ ਜਿਹੜੇ ਲੋਕ ਨੇ, ਜੇ ਇਹ ਆ ਗਏ, ਇਹ ਕੁਛ ਵੀ ਕਰ ਸਕਦੇ ਨੇ। ਕਰੋੜਾਂ ਆਦਮੀਆਂ ਦਾ ਕਤਲ ਵੀ ਕਰਵਾ ਸਕਦੇ ਨੇ। ਉਹ ਗੁਜਰਾਤ 'ਚ ਕੀ ਹੋਇਆ ਸੀ? ਗੁਜਰਾਤ 'ਚ ਕੀ ਹੋਇਆ? ਇਹਨਾਂ 'ਚ ਰਹਿਮ ਨਹੀਂ ਹੁੰਦਾ। ਰਹਿਮ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ 'ਚ। ਹਾਂਜੀ, ਬਈ ਸਨਾਰੀ ਹੋਏ ਹੈ। ਜੋ ਕੁਛ ਅਫਗਾਨਿਸਤਾਨ ਵਗੈਰਾ 'ਚ ਹੋ ਰਿਹਾ ਹੈ, ਉਹੀ ਕੁਛ ਗੁਜਰਾਤ 'ਚ ਹੋਇਆ ਸੀ। ਉਹੀ ਕੁਛ ਪੰਜਾਬ 'ਚ ਵੀ ਹੋਣ ਲੱਗਿਆ ਸੀ। ਛੇਤੀ ਉਹ ਹਟ ਗਿਆ ਹੈ, ਮਹਿਸੂਸ ਕਰ ਲਿਆ ਸੀ।
ਜਿਹੜੇ ਸਿਆਣੇ ਸੀ ਪੰਜਾਬ ਦੇ ਵਿੱਚ ਵੀ ਇਹ ਗੱਲ ਗਲਤ ਹੈ। ਬਾਦਲ ਅੰਦਰੋਂ ਨਹੀਂ ਸੀ ਚਾਹੁੰਦਾ, ਉਤੋਂ ਉਦੋਂ ਕਰੀ ਗਿਆ, ਚਾਹੇ ਅੰਦਰੋਂ ਤਾਂ ਚਾਹੁੰਦਾ ਨਹੀਂ ਸੀ। ਇੱਕਦਮ ਪਾਸਾ ਪਲਟ ਗਏ। ਪੰਜਾਬ 'ਚ ਆ ਕੇ ਸਰਪੰਚ ਵੀ ਨਹੀਂ ਬਣ ਸਕਦਾ ਇਹਨਾਂ ਦਾ, ਜਿਹੜੇ ਅੱਤਵਾਦੀ ਨੇ। ਮੈਂ ਤਾਂ ਹੀ ਕਿਹਾ ਸੀ ਉਹਨੂੰ, ਜਿਹੜੇ ਕਹਿੰਦੇ ਨੇ ਮੈਂ ਖਾਲਿਸਤਾਨ ਕਿੱਥੇ ਬਣਾਓਗੇ, ਇੱਕ ਸਰਪੰਚ ਬਣਾ ਕੇ ਦਿਖਾ ਦਿਓ ਇੱਥੇ ਪੰਜਾਬ 'ਚ। ਉਹ ਗਈ ਆਈ ਗੱਲ। ਉਦੋਂ ਜਿਹੜੇ ਨਹੀਂ ਬੋਲੇ, ਜਿਹੜੇ ਬੋਲੇ ਵੀ ਜਦੋਂ ਇਹ ਕਹਿੰਦੇ ਧਰਮ ਯੁੱਧ ਹੈ, ਧਰਮ ਯੁੱਧ ਸੀ ਅਕਾਲੀਆਂ ਦਾ, ਪੰਗਾ ਤਾਂ ਇਹਨਾਂ ਨੇ ਲਿਆ ਸੀ। ਕੁਰਸੀ ਯੁੱਧ ਨੂੰ ਧਰਮ ਯੁੱਧ ਕਿਹਾ ਇਹਨਾਂ ਨੇ। ਇਹਨਾਂ ਦਾ ਪਾਪ ਇਹਨਾਂ ਨੂੰ ਲੈ ਕੇ ਡੁੱਬ ਗਏ, ਹੁਣ ਡੁੱਬ ਜਾਣਗੇ। ਅਕਾਲੀਆਂ ਨੂੰ ਤਾਂ ਕਿਸੇ ਨੇ ਸਰਪੰਚ ਨਹੀਂ ਬਣ ਦੇਣਾ। ਤੁਸੀਂ ਦੇਖਿਓ ਹੋਰ 20-30 ਸਾਲ ਸਰਪੰਚ ਵੀ ਜੇ ਬਣ ਗਿਆ ਕੋਈ ਪਿੰਡ, ਜਿਹੜੇ ਪੁਰਾਣੇ ਅਕਾਲੀ ਜਿਹਨੂੰ ਟਕਸਾਲੀ ਅਕਾਲੀ ਕਹਿੰਦੇ ਨੇ, ਇਹਨਾਂ ਦੇ ਲੱਛਣ ਸਿੱਖੀ ਵਾਲੇ ਨਹੀਂ ਨਾ। ਇਹ ਦੂਆ ਨੰਬਰ ਇਹਨਾਂ ਤੇ ਆਉਂਦਾ, ਪਹਿਲਾ ਨੰਬਰ ਤਾਂ ਉਹਨਾਂ ਤੇ ਆਇਆ ਅੱਤਵਾਦੀਆਂ, ਦੂਆ ਨੰਬਰ ਇਹਨਾਂ ਤੇ ਆਊਗਾ ਹੁਣ। ਬਈ ਸਨਾਰ ਹੋਏ ਹੈ ਛਤਰਨੀ। ਬੈਸਾਂ ਦੀ ਜਿਹੜੀ ਹੈ ਇਸਤਰੀ, ਉਹ ਛਤਰੀ ਬਣ ਜਾਣਾ ਉਹਨੇ। ਵੈ ਤਾਂ ਆਪੇ ਹੀ ਛਤਰੀ ਬਣ ਗਿਆ, ਜਾਂ ਹੈ ਉਹ ਛਤਰੀ, ਉਹ ਘਰ ਵਾਲਾ ਹੀ ਛਤਰੀ ਹੈ। ਹੋਏ ਹੈ ਛਤਰ ਨਹੀਂ ਕਿਹਾ ਹੋਇਆ, ਬਈ ਸਨਾਰ ਹੀ ਹੋਏ ਹੈ ਛਤਰਨੀ। ਫਿਰ ਕਰਨੀ ਬਸੀ ਜਾ ਕੇ ਉਹ ਬੈਸ ਮੁੰਡਾ ਹੀ ਜਾ ਕੇ ਫੌਜੀ ਹੋ ਗਿਆ, ਆਪੇ ਛਤਰ ਨਹੀਂ ਹੋ ਗਈ। ਉਹਨੇ ਖੇਤੀ ਕਰਦੇ ਸੀ ਜੱਟ ਬੈਸ ਨੇ ਇਹ, ਉਹ ਇਹਨਾਂ ਦੇ ਮੁੰਡੇ ਨੇ ਕਹਾ ਫੌਜ ਚ ਨੇ ਆਪੇ ਛਤਰੀ ਨੇ, ਪੁਲਿਸ ਵਾਲੇ ਨੇ ਆਪੇ ਛਤਰੀ ਨੇ। ਹੋਏ ਹੈ ਛਤਰ ਨਹੀਂ, ਇਹ ਨਹੀਂ ਅਰਥ ਕਰੂਗਾ ਇਹ, ਇਹਨੂੰ ਨਹੀਂ ਸਮਝ ਵੀ ਕੀ ਗੱਲ ਦੀ। ਬਸੀ ਹੈ ਛਤਰ ਧਾਮ ਬੈਸਾਨੀ। ਹਾਂ, ਛਤਰ ਧਾਮ, ਕਈ ਬੈਸਾਨੀਆਂ ਛਤਰੀਆਂ ਦੇ ਧਾਮ ਵੀ ਬਸ ਜਾਣਗੀਆਂ ਜਾ ਕੇ, ਜੇ ਮਤਲਬ ਹੈ ਉਹੀ ਆਰਥਿਕਤਾ ਦੇ ਲਿਹਾਜ਼ ਨਾਲ। ਜਿਵੇਂ ਹੈ ਹੁਣ ਇਹਨਾਂ ਨੇ ਕੀਤਾ ਹੋਇਆ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਉਹ ਇਹਨਾਂ ਦਾ ਔਰਤਾਂ ਦੀ ਸੁੰਦਰਤਾ ਤੇ ਲੈ ਕੇ ਜਿਹੜੇ ਕੰਪੀਟੀਸ਼ਨ ਨੇ, ਇਹ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਬਾਹਰ, ਉਹ ਫਿਰ ਕਾਹਦੇ ਵਾਸਤੇ ਜਾਂਦੀਆਂ ਨੇ, ਕਾਹਦੇ ਵਾਸਤੇ ਜਾਂਦੀਆਂ ਨੇ? ਇਹ ਕੋਈ ਚੰਗੀ ਗੱਲ ਹੈ? ਆਖਰ ਉਹਦੇ ਪਿੱਛੇ ਹੈ ਕੀ? ਇਹ ਕੋਈ ਪ੍ਰਦਰਸ਼ਨ ਕਰਨ ਦੀ ਗੱਲ ਹੁੰਦੀ ਹੈ। ਰੂਪ ਪ੍ਰਦਰਸ਼ਨ ਕਰਨ ਵਾਲੀ ਚੀਜ਼ ਹੈ, ਤਾਂ ਪ੍ਰਦਰਸ਼ਨ ਕਰਦੇ ਨੇ। ਉਹ ਤੋਂ ਫਿਰ ਕੋਈ ਹੋਰ ਜਿਹੜਾ ਹੁੰਦਾ ਅਮੀਰ ਆਦਮੀ ਨੇ, ਉਹ ਜਿਵੇਂ ਮਹਾਭਾਰਤ ਵਿੱਚ ਵੀ ਆਇਆ, ਮਹਾਭਾਰਤ ਵਿੱਚ ਵੀ ਆਇਆ, ਜਿਹੜਾ ਇਹਦਾ ਬਾਪ ਹੈ ਭੀਸ਼ਮ ਪਿਤਾਮਾ ਦਾ, ਉਹਨਾਂ ਦੀ ਮੱਛੀ ਫੜਨ ਵਾਲਿਆਂ ਦੀ ਆਪਣੇ ਮਾਹੀਗੀਰੀ ਇਹਨਾਂ ਨੂੰ ਕਹਿੰਦੇ ਨੇ, ਮੱਛੀਆਂ ਫੜਨ ਵਾਲੇ। ਆਹੋ ਅੱਜ ਮੈਂ ਆਪਣੇ ਮਾਛੀਵਾੜਾ ਜਿਹੜੇ ਮੱਛੀਆਂ ਫੜਦੇ ਨੇ, ਉਹਨਾਂ ਦੀ ਕੁੜੀ ਹੈ, ਉਹਨੇ ਦੇਖ ਲਈ, ਉਹ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ। ਉਹਨਾਂ ਨੇ ਸ਼ਰਤ ਰੱਖਤੀ ਵੀ ਭਾਈ ਜਿਹੜਾ ਇਹ ਔਲਾਦ ਹੋਊ ਤੇਰੀ ਇਹ ਤੋਂ, ਜੇ ਤਾਂ ਇਹਨੂੰ ਰਾਜ ਦੇਵੇ ਫਿਰ ਅਸੀਂ ਕਰ ਦਿੰਦੇ ਹਾਂ, ਤੇ ਤੂੰ ਸਿਆਣਾ ਬਜ਼ੁਰਗ ਬੁੜਾ, ਅਸੀਂ ਨਹੀਂ ਕਰਦੇ। ਉਹਦਾ ਐ ਨਹੀਂ ਸੀ, ਜ਼ਬਰਦਸਤੀ ਨਹੀਂ ਕਰਦਾ ਕੋਈ। ਉਹ ਘਰ ਆ ਗਿਆ, ਇਹਨੂੰ ਪਤਾ ਲੱਗ ਗਿਆ ਭੀਸ਼ਮ ਪਿਤਾਮਾ ਨੂੰ ਭਈ ਏਦਾਂ ਗੱਲ ਹੋਈ ਹੈ। ਉਹ ਆ ਕੇ ਉਦਾਸ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਇਹੋ ਜਿਹੀ ਕਹਾਣੀ ਹੈ ਬਣੀ ਹੋਈ, ਪਿਕਚਰ ਵੀ ਬਣੀ ਹੋਈ ਹੈ ਭੀਸ਼ਮ ਪਿਤਾਮਾ ਦੇ ਨਾਂ ਦੇ। ਭੀਸ਼ਮ ਪਿਤਾਮਾ ਨੇ ਪ੍ਰਤਿਗਿਆ ਕਰ ਲਈ ਵੀ ਮੈਂ ਵਿਆਹ ਨਹੀਂ ਕਰਾਉਣਾ ਸਾਰੀ ਜ਼ਿੰਦਗੀ ਨਾ। ਉਹ ਉੱਥੇ ਚਲਾ ਗਿਆ ਭੀਸ਼ਮ ਪਿਤਾਮਾ ਉਹਨਾਂ ਦੇ ਘਰ, ਵੀ ਤੁਸੀਂ ਮੇਰਾ ਜਿਹੜਾ ਪਿਤਾ ਕਹਿੰਦਾ ਉਹ ਮੰਨ ਲਓ ਗੱਲ, ਮੈਂ ਰਾਜ ਨਹੀਂ ਲੈਂਦਾ, ਮੈਂ ਪ੍ਰਤਿਗਿਆ ਕਰਦਾ। ਕਹਿੰਦਾ ਤੂੰ ਤਾਂ ਪ੍ਰਤਿਗਿਆ ਕਰਦਾ, ਕੱਲ ਨੂੰ ਤੇਰੀ ਔਲਾਦ ਕਹਿ ਦੂ ਵੀ ਸਾਡੀ ਵਾਰਸ, ਉਹ ਲੜ ਪੈਣਗੇ। ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ। ਜਦ ਇਹੋ ਜਿਹੀ ਗੱਲ ਸੀ, ਜਿਹੜਾ ਮੂੰਹ ਤੇ ਕਹਿਤਾ ਉਹ ਗਾਹਾਂ ਪਤਾ ਲੱਗ ਗਿਆ, ਘਰ ਪਤਾ ਲੱਗ ਗਿਆ ਵੀ ਭੀਸ਼ਮ ਪ੍ਰਤਿਗਿਆ, ਉਹਦਾ ਪਿਕਚਰ ਦਾ ਨਾਮ ਹੀ ਭੀਸ਼ਮ ਪ੍ਰਤਿਗਿਆ ਸੀ। ਉਹਨੇ ਏਦਾਂ ਹੀ ਕੀਤਾ ਸਾਰੀ ਜ਼ਿੰਦਗੀ। ਯਾਨੀ ਉਹ ਕੌਣ ਸੀ?
ਇੱਕ ਨੀਚ ਤੇ ਰਾਜੇ ਦੀ ਛਤਰਾਣੀ ਹੋ ਗਈ। ਉਹ ਗੱਲ ਦਾ ਇਹ ਤਾਂ ਪਿੱਛੇ ਵੀ ਹੁੰਦਾ ਆਇਆ, ਐਸੀ ਨਹੀਂ ਗੱਲ। ਪਿੱਛੇ ਰੇਅਰ ਕੇਸਿਸ ਸੀ। ਰਾਜੇ ਨੂੰ ਤਾਂ ਨਹੀਂ ਸੀ ਕੋਈ ਕਹਿੰਦਾ, ਰਾਜੇ ਰਾਣੀ ਨੂੰ ਕੌਣ ਕਹੇਗਾ ਢੰਗ, ਰਾਜੇ ਨੂੰ ਤਾਂ ਨਹੀਂ ਸੀ ਕੋਈ ਕਹਿੰਦਾ, ਪਰ ਗਰੀਬ ਨਹੀਂ ਸੀ ਇਹ ਕੰਮ ਕਰ ਸਕਦਾ। ਫਿਰ ਆ ਖਾਪ ਪੰਚਾਇਤਾਂ ਵਾਲੇ ਪੈ ਜਾਂਦੇ ਸੀ ਮਗਰ। ਖਾਪ ਪੰਚਾਇਤਾਂ ਹੁਣ ਸਹੀ ਨੇ, ਇਹ ਕੀ ਨੇ? ਇਹੀ ਗੱਲ ਰੋਕਣ ਵਾਸਤੇ ਨੇ ਖਾਪ ਪੰਚਾਇਤਾਂ ਜੱਦੀਆਂ। ਪਰ ਇਹਨਾਂ ਤੋਂ ਉੱਪਰ ਚਲੀ ਗਈ ਗੱਲ। ਹੁਣ ਇਹਨਾਂ ਤੋਂ ਉੱਪਰ ਜਾਣ ਵਾਸਤੇ ਖਾਪ ਪੰਚਾਇਤਾਂ ਹੋਈਆਂ ਨੇ ਅਸਲ ਸਕਰੀ। ਆ ਹੋ ਰਿਹਾ ਕੁਛ ਹੁਣ। ਖਾਪ ਪੰਚਾਇਤਾਂ ਆਈਆਂ ਨੇ ਧਰਮ ਨੂੰ ਬਚਾਈਏ। ਅਸਲ 'ਚ ਸੁਪਰੀਮ ਕੋਰਟ ਕੀ ਜਾਣੇ ਕੀ ਹੈ, ਸਿਆਸਤਦਾਨਾਂ ਨੂੰ ਪਤਾ, ਹੁੱਡੇ ਨੂੰ ਪਤਾ ਵੀ ਕੀ ਹੈ। ਸੁਪਰੀਮ ਕੋਰਟ ਦੇ ਜੱਜਾਂ ਨੂੰ ਕੀ ਪਤਾ ਧਰਮ ਕੀ? ਉਹਨਾਂ ਨੇ ਧਰਮ ਪੜ੍ਹਿਆ। ਚਟਾਲਾ ਵੀ ਨਹੀਂ ਵਿਰੋਧ ਕਰ ਰਿਹਾ, ਕੋਈ ਵੀ ਨਹੀਂ ਕਰਦਾ ਵਿਰੋਧ, ਕਿਸੇ ਨੇ ਵੀ ਨਹੀਂ। ਕਾਨੂੰਨ ਇਹ ਬਣਾ ਦੇਣਾ, ਇਹ ਕੀ ਕਰਨਗੇ ਜੱਜ? ਇਹਨਾਂ ਨੂੰ ਕੌਣ ਪੁੱਛਦਾ? ਇਹਨੂੰ ਪੁੱਛੂ ਕੌਣ? ਪਬਲਿਕ ਸਾਰੀ ਚਾਹੁੰਦੀ ਹੋਵੇ, ਜੱਜ ਕੀ ਕਰ ਲੈਣਗੇ? 2.5 ਟੋਟਰੂ ਨੇ ਇਹ ਕਰਨਗੇ। ਪਬਲਿਕ ਦਾ ਨਾਲ ਚੱਲੂਗਾ ਕਾਨੂੰਨ, ਸੁਪਰੀਮ ਕੋਰਟ ਨਾਲ ਨਹੀਂ ਕਾਨੂੰਨ ਚੱਲਣਾ। ਸੁਪਰੀਮ ਕੋਰਟ ਤਾਂ ਬਾਉਂਡ ਹੈ, ਜੋ ਅਸੀਂ ਬਣਾ ਦਾਂਗੇ ਕਾਨੂੰਨ ਬਾਉਂਡ ਹੈ ਮੰਨਣ ਦੇ, ਜੋ ਮਰਜ਼ੀ ਬਣਾ ਦਈਏ। ਪਬਲਿਕ ਦੀ ਗੱਲ ਹੈ, ਮਹਿਸੂਸ ਕਰ ਰਹੇ ਨੇ ਹੁਣ ਜਿਹੜੇ ਸਿਆਣੇ ਨੇ। ਹੁਣ ਤਾਂ ਕੀਤਾ ਇਹਨਾਂ ਨੇ ਬੇਸ਼ਰਮਾਂ ਨੇ, ਜਿਹੜੀ ਪੈਂਟਾ ਪਾਉਣੇ ਵਾਲੇ ਤੇ ਨਾ, ਇਹਨਾਂ ਦਾ ਰਿਹਾ ਹੁਣ ਥਈ ਰਾਜ ਗਲਬਾ ਅੰਗਰੇਜ਼ਾਂ ਵੇਲੇ ਦਾ। ਹੁਣ ਲਾ ਕੇ ਪਰੇ ਮਾਰਿਆ ਇਹਨਾਂ ਦਾ ਅਗਲੇ ਨੇ। ਇਹਨਾਂ ਨੂੰ ਕੌਣ ਪੁੱਛਦਾ? ਇਹ ਸੱਭਿਅਤਾ ਲਿਆ ਕੇ ਬਾੜਤੀ ਇੱਥੇ। ਉਹ ਦੇਖ ਲਓ ਉਹਨਾਂ ਦਾ ਕੀ ਹਾਲ ਅੰਗਰੇਜ਼ਾਂ ਦਾ। ਉਹ ਧਰਮ ਟੋੜਦੇ ਫਿਰਦੇ ਨੇ, ਇਹ ਉਧਰ ਨੂੰ ਜਾਂਦੇ ਨੇ। ਉਹ ਇੰਨੇ ਪਰੇਸ਼ਾਨ ਨੇ, ਉਹਨਾਂ ਨੂੰ ਠਿਕਾਣਾ ਕੋਈ ਨਹੀਂ ਹੈ। ਉਹਨਾਂ ਦੇ ਬਿਲਕੁਲ ਡਿਸਆਰਡਰਡ ਹੋਏ ਹੋਏ ਨੇ, ਫੌਜੀ ਡਿਸਆਰਡਰਡ ਹੈ ਉਹਨਾਂ ਦੇ। ਛਤਰੀ ਪੜਾਉਣਾ ਜੋ ਖਤਮ ਹੈ, ਇਹ ਉਹਨਾਂ ਦੀ ਨਕਲ ਕਰਦੇ ਨੇ। ਉਹ ਸ਼ਹਿਰਾਂ 'ਚ ਨੇ ਥੋੜ੍ਹੇ ਜਿਹੇ ਟੱਬਰ, ਥੋੜੇ ਪੜੇ ਪੁੜੇ ਜਿਹੇ ਰਖਾਈ ਬੈਠੀ ਜਨਾਨੀਆਂ, ਉਹ ਜਿਹੜੀਆਂ ਟੀਵੀ ਤੇ ਹੁਣ ਤਗੜੇ ਹੋ ਕੇ ਬੋਲੇ ਨੇ ਦੂਏ ਪਾਸੇ ਵਾਲੇ। ਹੁਣ ਪਤਾ ਲੱਗ ਜੂ ਉਹਨਾਂ ਨੂੰ ਵੀ ਕਿਹਦੇ ਬਾਰੇ ਕੌਣ ਹੈ। ਪਬਲਿਕ ਦਾ ਦੇਖਦੀ ਹੁੰਦੀ ਹੈ ਸਾਰੀ। ਬ੍ਰਾਹਮਣ ਗ੍ਰਹਿ ਇਸਤਰੀ ਸ਼ੂਦਰਾਨੀ। ਬ੍ਰਾਹਮਣ ਗ੍ਰਹਿ ਇਸਤਰੀ ਸ਼ੂਦਰਾਨੀ, ਇਹੀ ਤਾਂ ਚਾਹੁੰਦੇ ਨੇ ਉਹ। ਪਰ ਇਸ ਤਰੀਕੇ ਨਾਲ ਜਿਹੜਾ ਹੋ ਰਿਹਾ ਹੈ, ਇਹ ਜਿਹਾ ਹੋ ਜਾਊਗਾ। ਉਹ ਹੋਇਆ ਹੁਣ ਆਪਣੇ ਕੋਲ, ਉਦੋਂ ਹੈ ਨਹੀਂ ਸੀ ਇਹ ਗੱਲ। ਮੈਟਰੋ ਸਿਟੀ 'ਚ ਤਾਂ ਹੈਗਾ ਹੀ ਹੈ। ਹਾਂ, ਮੈਟਰੋ ਸਿਟੀਆਂ 'ਚ ਹੈ ਉਹ ਇਹੋ ਜਿਹਾ ਕੁਛ। ਹੁਣ ਤਾਂ ਛੋਟੇ ਸ਼ਹਿਰਾਂ 'ਚ ਵੀ ਹੋਣ ਲੱਗ ਗਿਆ। ਛੋਟੇ ਸ਼ਹਿਰਾਂ 'ਚ ਵੀ ਹੋਣ ਦੇਖੋ ਹੋਣ ਲੱਗ ਗਿਆ। ਏਕ ਧਰਮ ਪਰ ਪ੍ਰਜਾ ਨ ਚੱਲ ਹੈ। ਆ ਜਿਹੜੇ ਕਾਲਜ ਨੇ, ਕਾਲਜਾਂ 'ਚ ਕੀ ਹੈ? ਪੜ੍ਹਾਈ ਉਹ ਸਾਰੀ ਨਕਮੀਆਂ ਕਾਲਜਾਂ ਦੀ। ਸਾਰੇ ਕਾਲਜਾਂ ਨੇ ਵਿਗਾੜ ਕੀਤਾ। ਕੀ ਦੇਣਾ ਕਾਲਜਾਂ ਦੀ? ਨੈਤਿਕਤਾ ਭਾਵ। ਹਾਂ, ਅਨੈਤਿਕਤਾ। ਹੁਣ ਕਹਿੰਦੇ ਨੇ ਪੜ੍ਹਾਈ ਬਦਲੋ, ਨੈਤਿਕਤਾ ਲਿਆ ਲੈਣਗੇ। ਹੁਣ ਨੈਤਿਕਤਾ ਅੱਗ ਲੱਗੀ ਤੇ ਬਾਅਦ ਚਾਰੇ ਪਾਸੇ ਲਾਤੀ ਤੁਸੀਂ। ਹੁਣ ਕਹਿੰਦੇ ਨਲਕੇ ਲਾਓ, ਖੂਹ ਪੱਟੋ, ਪਾਣੀ ਕਰੀਏ। ਥੋਤੇ ਨਹੀਂ ਪੁੱਛਦੀ। ਹੁਣ ਭਜਾਉਣ ਵਾਲੇ ਹੋਰ ਆਉਣਗੇ। ਤੁਸੀਂ ਤਾਂ ਲਾਉਣ ਵਾਲੇ ਹੋ, ਲਾਤੀ ਤੁਸੀਂ। ਹੁਣ ਭਜਾਉਣ ਵਾਲੇ ਨੂੰ ਕਹਿੰਦੇ ਨੇ ਵੀ ਧਾਰਮਿਕ ਬੰਦੇ ਅੱਗੇ ਆਉਣ। ਪਹਿਲਾਂ ਤੁਹਾਨੂੰ ਐਡੀ ਦੂਰ ਸੱਟਣਗੇ ਚੱਕ ਕੇ ਜੇ ਤੁਸੀਂ ਬੋਲ ਬਣਾ ਸਕੋ। ਏਕ ਧਰਮ ਪਰ ਪ੍ਰਜਾ ਨ ਚੱਲ ਹੈ, ਵੇਦ ਕਤੇਬ ਦਉ ਮਤ ਦਲ ਹੈ। ਆ ਦੇਖੋ, ਜਦੋਂ ਇੱਕ ਧਰਮ ਤੇ ਪ੍ਰਜਾ ਨੇ ਨਹੀਂ ਚੱਲਣਾ, ਵੇਦ ਔਰ ਕਤੇਬ ਦੋਹਾਂ ਦੇ ਮਤ ਖਤਮ ਹੋ ਜਾਣਗੇ। ਵੇਦ ਔਰ ਕਤੇਬ ਦੇ ਮਤ ਕੋਈ ਨੇ ਦੋ ਨਹੀਂ ਹੁਣ। ਵੇਦ ਔਰ ਕਤੇਬ ਦੇ ਮਤ ਦੋ ਨਹੀਂ, ਇੱਕੋ ਹੀ ਹੈ। ਵੇਦ ਦੋ ਅੱਖਾਂ ਤੱਕ ਲੈ ਕੇ ਜਾਂਦਾ, ਖੋਲਦਾ। ਅੱਖ ਨੂੰ ਸੂਤਕ ਲੱਗਿਆ ਹੈ, ਬਿਮਾਰੀ ਹੈ। ਅੱਖ ਨੂੰ ਕੁਝ ਨਹੀਂ ਹੋਇਆ, ਨਾ ਨਹੀਂ ਹੈ ਕੋਈ ਵੀ। ਪਰ ਜੇ ਦੋਹਾਂ ਅੱਖਾਂ ਦੇ ਪੱਟੀ ਬੰਨੀ ਹੋਵੇ, ਜਾਂ ਦੋਏ ਦੁਖਦੀਆਂ ਹੋਣ, ਜਾਲਾ ਹੋਵੇ, ਮੋਤੀਆ ਬਿੰਦ ਉਤਰਿਆ ਹੋਵੇ, ਉਹਨਾਂ ਚ ਤਾਂ ਨਹੀਂ ਹੈ। ਇੱਕ ਅੱਖ ਦਾ ਇਲਾਜ ਕਰਦੀ ਹੈ ਕਤੇਬ। ਦੋ ਅੱਖਾਂ ਖੋਲਦਾ ਵੇਦ। ਵੇਦ ਦੀ ਗੱਲ ਹੈ, ਸਿਮਰਤ ਸਿਆਸਤ ਦੀ ਗੱਲ ਨਹੀਂ। ਹੁਣ ਵੇਦ ਕਤੇਬ ਦਉ ਮਤ ਦਲ ਹੈ। ਵੇਦ ਨੇ ਨਹੀਂ ਵੰਡ ਬਣਾਈ, ਸਿਮਰਤ ਸ਼ਾਸਤਰ ਨੇ ਬਣਾਈ ਹੈ। ਪਰ ਵੰਡ ਵੀ ਕਿਸੇ ਹੱਦ ਤੱਕ ਉਹ ਕੁਛ ਇੱਧਰ ਨੂੰ ਜਾਣ ਤੇ ਰੋਕਦੀ ਸੀ। ਧਰਮ ਤੋਂ ਤਾਂ ਲੀਹ ਲਾਤੀ ਸੀ, ਧਰਮ ਤੋਂ ਗੱਡੀ ਥੱਲੇ ਤਾਂ ਉਤਰੀ ਸੀ ਲੀਹ ਤੋਂ।
ਪਰ ਖੱਡਿਆਂ 'ਚ ਨਹੀਂ ਸੀ ਡਿੱਗੀ। ਸਮਾਜ 'ਚ ਉਤਪਾਤ ਨਹੀਂ ਸੀ। ਖੱਡਿਆਂ 'ਚ ਨਹੀਂ ਸੀ ਡਿੱਗੀ। ਖੱਡਿਆਂ 'ਚ ਡਿੱਗੇ ਫਿਰ ਔਖੀ ਹੈ। ਲੀਹੋ ਲੱਥੀ ਹੋਈ ਤਾਂ ਛੇਤੀ ਦੇ ਕੇ ਆ ਜੂਗੀ ਲਾਈਨ ਤੇ, ਪਰ ਜੇ ਪੁੱਠੀ ਹੋ ਜਾਂਦੀ ਹੈ ਫਿਰ ਖੱਡਿਆਂ 'ਚ ਡਿੱਗ ਕੇ ਉੱਥੇ ਨੁਕਸਾਨ ਜ਼ਿਆਦਾ ਹੋ ਜਾਂਦਾ। ਹੁਣ ਤਾਂ ਖੱਡਿਆਂ 'ਚ ਆ ਪਈ ਨਾ ਬੇਟੀ। ਏਕ ਧਰਮ ਪਰ ਪ੍ਰਜਾ ਨਾ ਚੱਲ ਹੈ। ਵੇਦ ਕਤੇਬ ਦੇ ਮੱਤ 'ਚ ਕੀ ਫਰਕ ਹੈ? ਸਿਰਫ ਇੱਕ ਅੱਖ ਦਾ ਇਲਾਜ ਕਰਦਾ, ਕਤੇਬ ਇੱਕ ਅੱਖ ਦਾ ਇਲਾਜ ਕਰਦੀ ਹੈ, ਵੇਦ ਉਹ ਦਾ ਕਰਦਾ। ਤਾਂ ਕਰਕੇ ਉਹ ਕਾਣਾ ਹੈ, ਉਹ ਨਾ ਹਿੰਦੂ ਤਾਂ ਚਲ ਇੱਕ ਕਾਣਾ ਹੈ, ਇੱਕ ਦੋਹਾਂ ਤੋਂ ਗਿਆਨੀ ਸਿਆਣਾ। ਇਹਨੇ ਅਸਲ ਦੇ ਵਿੱਚ ਨੁਕਸਾਨ ਕੀ ਹੋਇਆ? ਸਵਾਲ ਇਹ ਹੈ। ਨੁਕਸਾਨ ਕੀਤਾ ਸਿਮਰਤ ਸ਼ਾਸਤਰਾਂ ਨੇ। ਥੋੜਾ ਜਿਹਾ ਤੁਸੀਂ ਲਾਇਆ ਸੀ, ਉਹਦਾ ਰਿਜ਼ਲਟ ਹੋਣਾ ਹੀ ਸੀ। ਜਦ ਤੁਸੀਂ ਖੁਦੇ ਧੱਕਾ ਦੇ ਕੇ ਗੱਡੀ ਨੂੰ ਥੱਲੇ ਲਾਹੋਗੇ ਲੀ ਤੋਂ, ਪਤਾ ਨਹੀਂ ਕਿੱਥੇ ਚਲੀ ਜਾਵੇ। ਜਦੋਂ ਕੋਈ ਆਦਮੀ ਕਹਿੰਦੇ ਅਸਮਾਨ ਤੋਂ ਗਿਰਦਾ ਨਾ, ਫਿਰ ਧਰਤੀ ਤੇ ਆ ਕੇ ਖੜਦਾ। ਜੇ ਕੋਈ ਰਾਜ ਨਾ ਉਹਨੂੰ ਰੋਕਣ ਵਾਲਾ ਹੋਵੇ, ਥੱਲੇ ਆ ਕੇ ਖੜੂ, ਫਿਰ ਕਿੱਥੇ ਖੜਨਾ ਉਹਨੇ? ਅਸਮਾਨ ਤੋਂ ਗਿਰਿਆ ਹੋਇਆ ਧਰਤੀ ਤੇ ਆ ਕੇ ਖੜਦਾ। ਬਸ ਇਹ ਜਦੋਂ ਲੀਹ ਤੇ ਲੈ ਜਾਂਦਾ ਹੁੰਦਾ ਨਾ, ਫਿਰ ਹੌਲੀ 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 ਆ ਕੇ ਅਖੀਰ ਤੇ ਧਰਤੀ ਤੇ ਹੀ ਖੜਦਾ। ਇੱਥੋਂ ਹੀ ਦੁਬਾਰਾ ਫਿਰ ਉੱਡਣਾ, ਇੱਥੋਂ ਹੀ ਧਰਮ ਵੱਲ ਨੂੰ ਜਾਣਾ। ਧਰਤੀ ਤੋਂ ਥੱਲੇ ਤਾਂ ਹੁਣ ਜਾ ਨਹੀਂ ਸਕਦਾ, ਅਖੀਰ ਤੱਕ ਆ ਕੇ ਹੀ ਥੱਲੇ ਜਾਣਾ। ਉੱਤੋਂ ਡਿੱਗੂ ਤਾਂ ਖੱਡ ਜੇ ਆਊਗਾ, ਪਹਾੜ ਤੋਂ ਫੇਰ ਚੜ ਜੂ। ਕੀੜਾ ਚੜਦਾ ਇੱਥੇ ਕੰਧ ਤੇ, ਥੱਲੇ ਡਿੱਪਿਆ ਫਰਸ਼ ਤੇ ਡਿੱਗੂ ਨਾ, ਫਰਸ਼ ਤੋਂ ਫੇਰ ਚੜ ਜੂ। ਇੱਥੋਂ ਧਰਮ ਵੱਲ ਨੂੰ ਫੇਰ ਜਾਣਾ ਪਊ ਪਬਲਿਕ ਨੂੰ। ਵੇਦ ਕਤੇਬ ਦੋ ਮਤ ਦਲ ਹੈ। ਨੈਤਿਕਤਾ ਵੱਲ ਨੂੰ ਨਹੀਂ ਜਾਣਗੇ, ਮਰ ਜਾਣਗੇ ਸਾਰੇ ਹੀ ਲੜਕੇ, ਖਤਮ ਦੁਨੀਆ। ਨੈਤਿਕਤਾ ਵੱਲ ਨੂੰ ਅਨੈਤਿਕਤਾ ਦਾ ਮਤਲਬ ਹੈ ਅਰਾਜਕਤਾ। ਅਰਾਜਕਤਾ ਦੇ ਵਿੱਚ, ਅਰਾਜਕਤਾ ਅਨੈਤਿਕਤਾ ਦੇ ਵਿੱਚ ਹੀ ਹੈ। ਇੱਕ ਸਿੱਕੇ ਦੇ ਦੋ ਪਹਿਲੂ ਨੇ। ਅਰਾਜਕਤਾ ਔਰ ਅਨੈਤਿਕਤਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇਹਨਾਂ ਨੂੰ ਨਹੀਂ ਪਤਾ। ਜੇ ਨੈਤਿਕਤਾ ਖਤਮ ਕੀਤੀ ਇਹਨਾਂ ਨੇ ਸਕੂਲਾਂ 'ਚ, ਕਾਲਜਾਂ 'ਚ ਪੜ੍ਹਾਉਣੀ, ਇਹਨਾਂ ਨੂੰ ਪਤਾ ਨਹੀਂ ਅਰਾਜਕਤਾ ਆਊਗੀ। ਕਦੇ ਗੱਲਾਂ ਨਾਲ ਕਿਸੇ ਨੇ ਰਾਜ ਨਹੀਂ ਕਰਿਆ। ਗੱਲਾਂ ਨਾਲ ਨਹੀਂ ਰਾਜ ਹੁੰਦਾ। ਰਾਜ ਹੁੰਦਾ ਸੱਚ ਦੇ ਜ਼ੋਰ ਤੇ ਜਾਂ ਤਲਵਾਰ ਦੇ ਜ਼ੋਰ ਤੇ, ਬਸ ਦੋ ਹੀ ਨੇ। ਜਾਂ ਤਾਂ ਸੱਚ ਦੀ ਸ਼ਕਤੀ ਹੋਵੇ ਤਾਂ ਰਾਜ ਹੋਊਗਾ, ਜਾਂ ਫਿਰ ਤਲਵਾਰ ਦਾ ਜ਼ੋਰ ਹੋਵੇ। ਗੱਲਾਂ ਨਾਲ ਰਾਜ ਕੋਈ ਨਹੀਂ ਕਰ ਦਿੰਦਾ। ਇਹ ਗੱਲਾਂ ਨਾਲ ਰਾਜ ਕਰਨ ਲੱਗੇ ਸਾਰੇ ਮਿਨਿਸਟਰ। ਕੌਣ ਕਰਨ ਦੇ ਦੂ ਇਹਨਾਂ ਨੂੰ ਗੱਲਾਂ ਨਾਲ ਰਾਜ? ਗੱਲਾਂ ਵੀ ਝੂਠੀਆਂ। ਗੱਲਾਂ ਝੂਠੀਆਂ ਹੁੰਦੀਆਂ ਨੇ, ਗੱਲ ਸੱਚੀ ਹੁੰਦੀ ਹੈ। ਨਾਨਕ ਲੇਖਾ ਇੱਕ ਗੱਲ, ਗੁਰਬਾਣੀ ਇੱਕੋ ਹੀ ਗੱਲ ਹੈ। 36 ਆਦਮੀਆਂ ਦੀਆਂ ਗੱਲਾਂ ਨਹੀਂ, ਪਰ ਗੱਲ ਇੱਕੋ ਹੀ ਹੈ। ਇਹ ਗੱਲਾਂ ਕਰਦੇ ਨੇ ਜਿਹੜੇ ਗੱਲਾਂ ਨਾਲ ਰਾਜ ਨਹੀਂ ਕੋਈ ਕਰਨ ਦਿੰਦਾ, ਨਾ ਕਰਦਾ ਹੁੰਦਾ। ਗੱਲਾਂ ਵਾਲਿਆਂ ਦੇ ਰਾਜ ਦੇ ਵਿੱਚ ਨੈਤਿਕਤਾ ਆ ਜਾਂਦੀ ਹੁੰਦੀ ਹੈ। ਇਹ ਆਉਣੀ ਜ਼ਰੂਰੀ ਸੀ, ਇਹ ਆਉਣੀ ਜ਼ਰੂਰੀ ਸੀ। 50 ਸਾਲ ਪਹਿਲਾਂ ਹੀ ਮੈਂ ਕਿਹਾ ਸੀ ਵੀ ਇੱਥੇ, ਕਿਉਂਕਿ ਜਦੋਂ ਵੀ ਰਾਜ ਪਲਟਾ ਆਉਣਾ, ਰਾਜ ਪਲਟਾ ਏਦਾਂ ਤਾਂ ਆਉਣਾ ਨਹੀਂ, ਵੋਟਾਂ ਨਾਲ ਨਹੀਂ ਆਉਂਦਾ ਹੁੰਦਾ। ਇਹ ਗੱਲ ਸੋਚ ਇਹ ਗਲਤ ਸੀ। ਜਿਹੜੇ ਆਦਮੀ ਨੇ ਸੋਚਿਆ ਬਈ ਵੋਟਾਂ ਨਾਲ ਰਾਜ ਬਦਲ ਕੇ ਨੈਤਿਕਤਾ ਆਊ, ਗਲਤ ਸੋਚਿਆ ਉਹਨਾਂ ਨੇ। ਵੋਟਾਂ ਦਾ ਹੁਣ ਪੈਸੇ ਦੇ ਕੇ ਨਹੀਂ ਲਈ ਜਾਂਦੇ, ਹੁਣ ਕਾਹਦੇ ਪਿੱਟਦੇ ਨੇ? ਜਿਹਨੇ ਪਹਿਲਾਂ ਸੋਚਿਆ ਸੀ ਉਹਨੇ ਸੋਚੀ ਸੀ ਇਹ ਗੱਲ। ਘੱਟ ਬੁੱਧੀ ਵਾਲੇ ਲੋਕ ਸੀ ਸਾਰੇ। ਜਦੋਂ ਅਸੀਂ ਸਮਝਦੇ ਹਾਂ ਕਲਯੁਗ ਹੈ, ਮਾੜੇ ਲੋਕ ਨੇ ਜ਼ਿਆਦਾ, ਚੰਗਾ ਕਿਵੇਂ ਆ ਜਾਊਗਾ ਗਾਹਾਂ? ਕਿਉਂ ਆਉਣ ਦੇਣਗੇ ਚੰਗੇ? ਚੰਗੇ ਨੇ ਤਾਂ ਕਹਿਣਾ ਵੀ ਭਾਈ ਮੈਂ ਤਾਂ ਕਿਸੇ ਨਾਲ ਲਿਹਾਜ਼ ਕਰਨੀ ਨਹੀਂ, ਮੈਨੂੰ ਵੋਟ ਦਿਓ ਜਾਂ ਨਾ ਦਿਓ। ਉਹਨੂੰ ਦੇ ਦੂ ਕੋਈ ਵੋਟ, ਫਿਰ ਕਿਉਂ ਦੇਊਗਾ? ਕਿਵੇਂ ਚੰਗੇ ਦਾ ਰਾਜ ਹੋ ਜਾਊਗਾ? ਇਹਨਾਂ ਦੀ ਬੁੱਧੀ ਉਹ ਪੁੱਠੀ ਸੀ। ਜਿਨ੍ਹਾਂ ਨੇ ਸੋਚਿਆ ਪੁੱਠੀ ਬੁੱਧੀ ਵਾਲੇ ਸੀ ਸਾਰੇ। ਰਾਜ ਹੁੰਦਾ ਹੀ ਨਹੀਂ ਹੁੰਦਾ ਏਦਾਂ। ਰਾਜ ਰਾਜੇ ਦਾ ਹੀ ਰਹਿੰਦਾ, ਬਸ਼ਰਤੇ ਕਿ ਰਾਜਾ ਨੇਕ ਹੋਵੇ। ਬਸ਼ਰਤੇ ਕਿ ਰਾਜਾ ਨੇਕ ਹੋਵੇ। ਨੇਕ ਰਾਜਾ ਤਾਂ ਹੋਊ ਜੇ ਥੱਲੇ ਨੇਕ ਹੋਣਗੇ ਉਹਦੇ ਬੰਦੇ। ਥੱਲੇ ਵਾਲੇ ਨੇਕ ਨੂੰ ਵੀ ਵੱਧ ਨੇਕ ਬਣਾ ਦਿੰਦੇ ਨੇ। ਹੁਣ ਹੈਗਾ ਹੀ ਮਨਮੋਹਨ ਸਿੰਘ ਨੇਕ, ਕੀ ਕਰੇ? ਕੱਲਾ ਹੈਗਾ ਹੀ ਨੇਕ,
ਕੀ ਕਰੂਗਾ ਗੱਲਾਂ ਜੇ ਥੱਲੇ ਵਾਲੇ ਨਾਲ ਵਾਲੇ ਨਹੀਂ ਹਨ। ਕੱਲਾ ਰਾਜਾ ਕੁਝ ਨਹੀਂ ਕਰ ਸਕਦਾ, ਨਾ ਕੋਈ ਨੇਕ ਆਦਮੀ ਦਾ ਰਾਜ ਦੇ ਨੇੜੇ ਤਾਂ ਹੀ ਨਹੀਂ ਜਾਂਦੇ ਹੁੰਦੇ। ਉਹ ਕਹਿੰਦੇ ਵੀ ਸਾਡਾ ਮੇਰਾ ਸੁਹਾਗਾ ਬਣਾ ਦੇਣਾ ਇਹਨਾਂ ਨੇ, ਬਦਨਾਮ ਮੈਨੂੰ ਕਰਨਾ ਜੇ ਇਹਨਾਂ ਨੇ ਭਰਨੀਆਂ ਨੇ। ਹੱਥ ਜਿੰਨਾ ਚਿਰ ਨੇਕ ਬੰਦੇ ਪਾਵਰ 'ਚ ਨਹੀਂ ਹੋਣਗੇ ਉਹਨਾਂ ਚਿਰ ਅਮਨ ਦਾ ਰਾਜ ਹੋ ਹੀ ਨਹੀਂ ਸਕਦਾ। ਨੇਕ ਬੰਦਿਆਂ ਨੂੰ ਪਾਵਰ 'ਚ ਕੌਣ ਆਉਣ ਦੂ? ਹੁਣ ਇਹੀ ਰੌਲਾ ਪੈਂਦਾ, ਪੈਸੇ ਨਾ ਸਿਆਸਤ ਦੇ ਵਿੱਚ ਪੈਸਾ ਨਾ ਹੋਵੇ, ਇਹ ਨਾ ਹੋਵੇ, ਹੋਊਗਾ ਹੀ ਪੈਸਾ। ਉਹਨਾਂ ਨੇ ਪੈਸਾ ਇਕੱਠਾ ਕਰ ਲਿਆ ਪਹਿਲਾਂ ਹੀ, ਉਹਨਾਂ ਨੂੰ ਪਤਾ ਨਹੀਂ ਸੀ। ਤੁਹਾਨੂੰ ਅੱਜ ਪਤਾ ਲੱਗਿਆ, ਉਹ ਪਹਿਲਾਂ ਦੇ ਪਲਾਨ ਬਣਾਈ ਬੈਠੇ ਨੇ। ਜਿਹੜੇ ਅੰਗਰੇਜ਼ਾਂ ਨਾਲ ਸੀ ਬੰਦੇ ਪੈਸੇ ਵਾਲੇ, ਉਹ ਇੱਧਰ ਆ ਕੇ ਕਬਜ਼ਾ ਕਰ ਲਿਆ ਉਹਨਾਂ ਨੇ ਸਿਆਸਤ ਤੇ ਆ ਕੇ। ਕਰਨਗੇ ਇਹ ਹੁੰਦਾ ਹੀ ਹੁੰਦਾ, ਪਤਾ ਹੀ ਸੀ ਸਾਰਿਆਂ ਨੂੰ। ਇਹਨਾਂ ਨੂੰ ਜਿਹਨਾਂ ਨੂੰ ਨਹੀਂ ਸੀ ਪਤਾ, ਇਹਦਾ ਮਤਲਬ ਬੁੱਧੀਹੀਨ ਸੀ। ਸਾਨੂੰ ਤਾਂ ਪਤਾ ਹੀ ਸੀ ਵੀ ਇਹ ਹੋਊਗਾ। ਕਿੱਧਰ ਨੂੰ ਜਾ ਰਹੀ ਹੈ ਗੱਲ? ਐਵੇਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਾਜ ਨਹੀਂ ਕਰਨਾ। ਜਿਨ੍ਹਾਂ ਨੇ ਕਿਹਾ ਰਾਜ ਨਹੀਂ ਕਰਨਾ ਉਹ ਸਿਆਣੇ ਸੀ, ਉਹਨਾਂ ਨੂੰ ਪਤਾ ਸੀ ਵੀ ਇੱਜ਼ਤ ਬਚਾ ਕੇ ਚਲੇ ਜਾਓ ਘਰ ਨੂੰ। ਜਿਹਦੀ ਇੱਜ਼ਤ ਰਹਿ ਜਾਏ ਉਹਦੇ ਕੋਲ ਸਭ ਕੁਛ ਹੈ। ਸਾਰੇ ਸਿਆਣੇ ਆਦਮੀ ਕਹਿੰਦੇ ਨੇ ਵੀ ਗਰੀਬੀ ਕੱਟੀ ਜਾਂਦੀ ਹੈ, ਬੁਰੀ ਗੱਲ ਨਹੀਂ ਹੈ। ਅਮੀਰੀ ਕੋਈ ਬਹੁਤੀ ਚੰਗੀ ਗੱਲ ਨਹੀਂ। ਚੰਗੀ ਗੱਲ ਹੈ ਇੱਜ਼ਤ ਬਚ ਗਈ। ਜਿਹਦੀ ਪੱਗ ਬਚ ਗਈ ਨਾ, ਉਹਦਾ ਸਭ ਕੁਝ ਬਚ ਗਿਆ। ਜਿਹਦੀ ਪੱਗ ਨਹੀਂ ਬਚੀ ਉਹਦਾ ਕੱਖ ਵੀ ਨਹੀਂ ਬਚਿਆ। ਉਹ ਰਾਜ ਕਰ ਲਿਆ। ਰਾਵਣ ਦਾ ਹੁਣ ਕੀ ਬਚਿਆ? ਤੁਸੀਂ ਰਾਵਣ ਦੀ ਸਾਖੀ ਲੈ ਲਓ। ਚਲੋ ਸਾਖੀ ਹੋਈ ਸਹੀ, ਚਾਹੇ ਝੂਠੀ ਹੋਈ ਹੈ, ਕਿਉਂ ਸੁਣਾਈ ਹੈ ਸਾਨੂੰ? ਵੀ ਸੋਨੇ ਦੀ ਲੰਕਾ ਵੀ ਹੋਵੇ, ਇੰਨਾ ਕੁਛ ਹੋਵੇ, ਫਿਰ ਬਦਨਾਮੀ ਹੋਵੇ। ਪੈਸਾ ਕਾਹਦੇ ਵਾਸਤੇ? ਬਦਨਾਮੀ ਵਾਸਤੇ ਹੁੰਦਾ ਹੈ। ਅਜੇ ਤੱਕ ਪੁਤਲਾ ਸਾੜੀ ਜਾਣ ਲੋਕ, ਅਜੇ ਤੱਕ ਪੁਤਲਾ ਸਾੜੀ ਜਾਣ ਲੋਕ। ਇਹ ਗੱਲਾਂ ਸਿਰਫ ਨੈਤਿਕਤਾ ਦੀ ਪੜ੍ਹਾਈ ਹੋਈ ਹੈ। ਜੇ ਦੇਖੀਏ ਤਾਂ ਨੈਤਿਕਤਾ ਦੀ ਪੜ੍ਹਾਈ ਹੈ। ਪਰ ਹੁਣ ਕੌਣ ਸਮਝਦਾ? ਹੁਣ ਤਾਂ ਕੋਈ ਸਮਝਦਾ ਨਹੀਂ ਇਹ ਗੱਲ। ਪੈਸੇ ਸਭ ਕੁਛ ਹੈ। ਇਹ ਪੈਸਾ ਜਿੱਥੇ ਸਭ ਕੁਛ ਹੈ ਉੱਥੇ ਇਹੀ ਹੋਊਗਾ, ਇਹੀ ਹੋਊਗਾ। ਔਰਤ ਕੀ? ਔਰਤ ਮਾਇਆ। ਔਰਤ ਪੈਸਾ ਦੇਖਦੀ ਆਦਮੀ ਨੂੰ, ਹੋਰ ਕੁਝ ਨਹੀਂ ਦੇਖਦੀ। ਔਰਤ ਨਹੀਂ ਦੇਖਦੀ ਬੜਾ ਸਿਆਣਾ ਕੀ ਹੈ। ਉਹਨੇ ਗਾਲੇ ਨੂੰ ਮਾਰ ਕੇ ਪਰੇ ਕਰੂ। ਮੇਰੇ ਹੱਥ 'ਚ ਹੈ ਜੋ ਮੈਂ ਉਹ ਖਿਲਾਉਣਾ ਪੜਾਉਣਾ, ਜਾਂ ਮਰਜ਼ੀ ਬਰਬਾਦ ਮਰਵਾਇਆ ਰਹੀਆਂ ਰੋਜ਼ ਅਖਬਾਰਾਂ 'ਚ ਨਹੀਂ ਆ ਰਹੇ। ਇਹਨੂੰ ਬਹੁਤੀ ਆਜ਼ਾਦੀ ਨਹੀਂ ਦਿੱਤੀ ਹੈ। ਦੇ ਕੇ ਹੋਰ ਦੇ ਕੇ ਦੇਖ ਲਓ, ਸਵਾਦ ਦੇਖ ਲਓਗੇ, ਹੋਰ ਦੇ ਲਓ। ਕਿਸੇ ਨੂੰ ਨਹੀਂ ਆਜ਼ਾਦੀ ਜ਼ਿਆਦਾ ਦਿੱਤੀ ਜਾ ਸਕਦੀ, ਆਦਮੀ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਆਜ਼ਾਦੀ। ਆਜ਼ਾਦੀ ਪਾਬੰਦੀ ਦੇ ਵਿੱਚ ਹੁੰਦੀ ਹੈ। ਆਜ਼ਾਦੀ ਤਾਂ ਪਰਮੇਸ਼ਰ ਨੇ ਨਹੀਂ ਦਿੱਤੀ ਹੋਈ। ਸਾਰਿਆਂ ਨੂੰ ਹੁਕਮ ਚਲਾਉਂਦਾ ਆਪਣੇ, ਜੋ ਲਾਈ ਜਾਓ ਰਹੋਗੇ ਹੁਕਮ 'ਚ ਸਾਰੇ। ਉਹ ਪੱਧਰ ਵੀ ਜਿਹੜੇ ਹੁੰਦੇ ਨੇ, ਉਹ ਪੱਧਰ ਉਹਦੇ ਭਾਣੇ 'ਚ ਹੁੰਦੇ। ਇਹਨਾਂ ਨੂੰ ਅਕਲ ਦੇਣ ਵਾਸਤੇ ਹੁੰਦੇ ਨੇ, ਬਾਗੀ ਨੇ ਨਾ ਇਹ। ਉਹਦੀ ਤਾਂ ਖੇਡ ਚਲੋ ਉਹਦੇ ਨਾਲ। ਉਹ ਤਾਂ ਉਹੀ ਲੋਕ ਜਾਣਦੇ ਨੇ ਜਿਹੜੇ ਜਾਣਦੇ ਨੇ, ਬਾਕੀ ਤਾਂ ਵਿਸ਼ਵਾਸ ਨਹੀਂ ਕਰਦੇ। ਜਿਹੜੇ ਇੱਥੇ ਦੇ ਰਾਜ ਕਰਨ ਵਾਲੇ ਨੇ ਉਹਨਾਂ ਦੀ ਅਕਲ ਕਿੱਥੇ ਗਈ ਹੋਈ ਹੈ? ਹੁਣ ਸਾਰੀ ਵਰਡ ਫਸੀ ਬੜੀ ਹੈ। ਉਹਨਾਂ ਲੋਕਾਂ ਦੀ ਨਹੀਂ ਪੁੱਛ ਕੀਤੀ ਇਹਨਾਂ ਨੇ। ਜਨ ਭਗਤਨ ਕਾ ਕਹਿਆ ਨਾ ਮਾਨਾ, ਕਹਿਆ ਨਾ ਮਾਨਿਓ, ਆਪਣੋ ਕਿਉ ਆਪਣੋ ਪਾਇਓ। ਉੱਥੇ ਗੱਲ ਫਸੀ ਗਈ ਹੈ। ਜੇ ਨਹੀਂ ਮੰਨਿਆ ਵੇਦ ਦੀ ਗੱਲ, ਬਾਟ ਪਾੜ ਲਈ, ਪਰੇਸ਼ਾਨ ਹੁਣ ਕੌਣ ਹੈ? ਪਰੇਸ਼ਾਨ ਸਭ ਤੋਂ ਜ਼ਿਆਦਾ ਪੰਡਤ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨ ਪੰਡਤ ਹੈ। ਇੱਜ਼ਤ ਨਹੀਂ ਰਹੀ ਦਵਾਨੀ ਦੀ, ਕੋਈ ਨਹੀਂ ਪੁੱਛਦਾ। ਸਭ ਤੋਂ ਜ਼ਿਆਦਾ ਵਿਦਵਾਨ ਪਰੇਸ਼ਾਨ ਨੇ। ਸਭ ਤੋਂ ਜ਼ਿਆਦਾ ਜਿਹੜੇ ਵੱਡੇ ਆਦਮੀ ਨੇ ਪਰੇਸ਼ਾਨ ਨੇ। ਗਰੀਬ ਆਦਮੀ ਤਾਂ ਚਲੋ ਵਿਚਾਰਾ ਗੁਜ਼ਾਰਾ ਹੀ ਕਰਨਾ। ਉਹਦਾ ਤਾਂ ਇੰਨਾ ਹੁੰਦਾ ਵੀ ਮੇਰੀ ਦਿਹਾੜੀ ਲੱਗ ਜਾਏ, ਸ਼ਾਮ ਨੂੰ ਆਟਾ ਮਿਲ ਜਾਏ। ਨਿਆਣੇ ਨੇ ਅੱਜ ਦਾ ਡੰਗ ਟੱਪ ਜਾ, ਕੱਲ੍ਹ ਨੂੰ ਦੇਣ ਵਾਲਾ ਫੇਰ ਰੱਬ ਹੈਗਾ। ਉਹਦਾ ਤਾਂ ਇੰਨਾ ਕਿ ਹੈ, ਉਹਦਾ ਨਹੀਂ ਬਹੁਤਾ। ਉਹਨੂੰ ਬਲੱਡ ਪ੍ਰੈਸ਼ਰ ਵਾਲੇ ਬਿਮਾਰੀਆਂ ਪਰਮੇਸ਼ਰ ਲਾਉਂਦਾ ਵੀ ਹੈ ਨਹੀਂ। ਉਹਨੂੰ ਲਾਉਂਦਾ, ਉਹਨੂੰ ਪਤਾ ਵੀ ਵਿਚਾਰਾ ਪਹਿਲੇ ਹੀ ਗਰੀਬ ਹੈ, ਇਹ ਕਿੱਥੋਂ ਇਲਾਜ ਕਰਾਊਗਾ? ਹਾਂਜੀ। ਏਕ ਧਰਮ ਪਰ ਪ੍ਰਜਾ ਨਾ ਚੱਲ ਹੈ, ਵੇਦ ਕਤੇਬ ਦੋ ਮਤ ਦਲ ਹੈ। ਜਦੋਂ ਪ੍ਰਜਾ ਇੱਕ ਧਰਮ ਤੇ ਨਹੀਂ ਚੱਲੂਗੀ, ਵੇਦ ਔਰ ਕਤੇਬ ਦੇ ਦੋਏ ਮਤ ਖਤਮ ਹੋ ਜਾਣਗੇ। ਔਰ ਇਹੋ ਜਿਹੀ ਰਾਜਕਤਾ ਜਿਹੋ ਜਿਹਾ ਅੱਜ ਵਾਲਾ ਸਮਾਂ ਹੈ, ਇਹ ਜਿਹਾ ਹੀ ਹੁੰਦਾ। ਜਦੋਂ ਮਤ ਭੇਦ ਹੋਵੇ
ਉਦੋਂ ਟਕਰਾਅ ਹੁੰਦਾ। ਇੱਕ ਮੈਂ ਆਰਟੀਕਲ ਪੜ੍ਹਿਆ ਸੀ, ਬਹੁਤ ਦੇਰ ਹੋ ਗਈ, 56 ਦੇ ਵਿੱਚ, ਉਹ ਇੰਗਲਿਸ਼ ਦਾ ਸੀਗਾ ਆਰਟੀਕਲ। ਉਹ ਸੀ ਹੌਕਰਸ ਵਾਰ, ਲੜਾਈ ਕਿੱਥੋਂ ਪੈਦਾ ਹੁੰਦੀ ਹੈ। ਵੱਡੀਆਂ ਵੱਡੀਆਂ ਲੜਾਈਆਂ ਦੱਸੀਆਂ ਸੀ ਉਹਨੇ, ਵਰਲਡ ਵਾਰਾਂ ਜਿਹੜੀਆਂ ਹੋਈਆਂ ਨੇ। ਵਰਲਡ ਵਾਰਾਂ ਕਿਹਦੇ ਵਿੱਚ ਸ਼ੁਰੂ ਹੋਈਆਂ? ਪਹਿਲਾਂ 2 ਆਦਮੀਆਂ 'ਚ ਟਕਰਾਅ ਸ਼ੁਰੂ ਹੋਇਆ, 4 ਆਦਮੀਆਂ 'ਚ ਟਕਰਾਅ ਸ਼ੁਰੂ ਹੋਇਆ, ਫਿਰ ਸਾਰੀ ਵਰਲਡ ਦੇ ਵਿੱਚ ਲੜਾਈ ਚਲੀ ਗਈ। ਲੜਾਈ ਕਿੱਥੋਂ ਪੈਦਾ ਹੁੰਦੀ ਹੈ? ਲੜਾਈ ਹੁੰਦੀ ਹੈ ਮਤਭੇਦ ਤੋਂ ਪੈਦਾ। ਸੋਚ ਡਿਫਰੈਂਟ ਹੁੰਦੀ ਹੈ। ਸੋਚ ਨਹੀਂ ਜਦ ਮਿਲਦੀ, ਉੱਥੇ ਲੜਾਈ ਸ਼ੁਰੂ ਹੋ ਜਾਂਦੀ ਹੈ। ਮਤ ਵਿੱਚ ਭੇਦ ਹੋ ਜਾਣਾ, ਡਿਫਰੈਂਟ ਸੋਚ ਹੋ ਜਾਣੀ, ਤਾਂ ਉੱਥੋਂ ਫ੍ਰਿਕਸ਼ਨ ਪੈਦਾ ਹੋ ਜਾਂਦੀ ਹੈ ਅੰਦਰ। ਪਹਿਲਾਂ ਅੰਦਰ ਉਹ ਬੁੱਲਾਂ ਤੇ ਆ ਜਾਂਦੀ ਹੈ, ਬੋਲਣ 'ਚ ਆ ਜਾਂਦੀ ਹੈ ਗੱਲ, ਬੋਲਣ 'ਚ ਆ ਜਾਂਦੀ ਹੈ, ਤੂੰ ਮੈਂ ਤੇ ਆ ਜਾਂਦੀ ਹੈ, ਤੂੰ ਮੈਂ ਤੇ ਆ ਜਾਂਦੀ ਹੈ, ਤੂੰ ਮੈਂ ਤਾਂ ਹੱਥੋਂ ਪਾਈ ਤੇ ਆ ਜਾਂਦੀ ਹੈ। ਹੱਥੋਂ ਪਾਈ ਤੋਂ ਗਾਹਾਂ ਫਿਰ ਐਟਮ ਬੰਮਾਂ ਤੇ ਫਿਰ ਗਾਹਾਂ ਫਿਰ ਗਾਹਾਂ ਨੂੰ ਰਾਹ ਖੁੱਲ ਗਿਆ। ਹੱਥੋਂ ਪਾਈ ਜਦ ਹੋ ਗਈ, ਫਿਰ ਪਹਿਲਾਂ ਆਦਮੀ ਨੇ ਨੇੜੇ ਦੇਖਿਆ, ਇੱਟ ਮਾਰੀ ਚੱਕ ਕੇ। ਫਿਰ ਇੱਟ ਦਾ ਹੋਰ ਤਰੀਕਾ ਬਣਾਇਆ, ਉਹ ਗੋਪੀਏ ਬਣਾਏ ਦੂਰ ਮਾਰਨ ਵਾਲੇ। ਫਿਰ ਡੰਡਾ ਸੋਟਾ, ਫਿਰ ਉਹਦੇ ਨਾਲ ਲੋਹਾ ਲਾਇਆ, ਫਿਰ ਤਲਵਾਰਾਂ ਲਾਈਆਂ, ਫਿਰ ਬੰਦੂਕ ਆ ਗਈ, ਫਿਰ ਤੋਪਾਂ ਆ ਗਈਆਂ, ਹਵਾਈ ਜਹਾਜ਼ ਆ ਗਏ। ਸਭ ਕੁਛ ਏਦਾਂ ਹੀ ਡਿਵੈਲਪਮੈਂਟ ਹੋਈ ਹੈ। ਹੁਣ ਬਟਨ ਦੱਬਣ ਦੀ ਦੇਰ ਹੈ, ਦੁਨੀਆ ਖਤਮ। ਕਿੱਧਰ ਨੂੰ ਗਿਆ ਆਦਮੀ? ਕਿੱਥੋਂ ਗਿਆ? ਮਤਭੇਦ ਤੋਂ ਗਿਆ। ਲੜਾਈ ਕਿੱਥੇ ਸੀ? ਮਤਭੇਦ ਤੇ। ਮਤਭੇਦ ਕੀ ਆ? ਮਤਭੇਦ ਖਤਮ ਕਰਦੇ ਆ। ਵੇਦ ਕਿਤੇ ਕੋਈ ਮਤ ਹੈ ਦੁਨੀਆ ਦੀ? ਜੇ ਵੇਦ ਕਿਤਾਬ ਤੇ ਆ ਜਾਈਏ, ਮਤ ਇੱਕ ਹੋ ਜੂਗੀ, ਲੜਾਈ ਖਤਮ। ਵੇਦ ਕਿਤਾਬ 2 ਮਤ ਦਲ ਹੈ, ਏਕ ਧਰਮ ਪਰ ਪ੍ਰਜਾ ਨਾ ਚੱਲ ਹੈ। ਬਸ ਜਾਂ ਇੱਕ ਧਰਮ ਤੇ ਨਹੀਂ ਚੱਲੂ, ਆਹੀ ਹੋਣਾ, ਹੋਇਆ ਤੁਹਾਡੇ ਸਾਹਮਣੇ ਹੀ ਹੈ। ਜੋ ਹੋਇਆ ਉਹ ਵੀ ਸਾਹਮਣੇ ਹੈ। ਕਿਉਂ ਹੋਇਆ ਉਹ ਵੀ ਦੱਸਤਾ, ਕਿਵੇਂ ਠੀਕ ਹੋਊ ਉਹ ਵੀ ਦੱਸਤਾ। ਇੱਕੋ ਹੀ ਪੰਕਤੀ ਸਾਰਾ ਹੀ ਜਵਾਬ ਹੈ। ਆਜ ਵੀ ਹੈ ਵੇਦ ਕਿਤਾਬ ਕਹੋ ਮਤ ਝੂਠੇ। ਹਾਂ, ਝੂਠਾ ਜੋ ਨਾ ਵਿਚਾਰਾ ਹੈ। ਵੇਦ ਕਿਤਾਬ ਕਹੋ ਮਤ ਝੂਠੇ, ਵੇਦ ਔਰ ਕਿਤਾਬ ਝੂਠੇ ਨਹੀਂ ਹੈ। ਝੂਠਾ ਜੋ ਨਾ ਵਿਚਾਰਾ, ਜਿਹੜੇ ਵਿਚਾਰਵਾਨ ਨਹੀਂ ਹੈ, ਨਹੀਂ ਵਿਚਾਰਦੇ, ਉਹ ਆਪ ਝੂਠੇ ਨੇ। ਰੌਲਾ ਕਾਹਨੂੰ ਪਾਉਂਦੇ ਨੇ ਇਹ ਝੂਠੇ? ਉਹ ਜੀ ਉੱਥੇ ਕੁੰਭ ਦੇ ਮੇਲੇ ਤੇ ਕਿਉਂ ਹੋਇਆ? ਦਸਮ ਪਾਤਸ਼ਾਹ ਦਾ ਜਨਮ ਉੱਥੇ ਦਾ ਹੋਇਆ। ਇਲਾਹਾਬਾਦ ਦਾ ਉਹ ਆਏ ਨੇ ਸੰਸਾਰ 'ਚ। ਜਾਬੀ ਜਾ ਤਰਵੈਣੀ ਭਾਈ, ਉਹ ਤਾਂ ਤਰਵੈਣੀ ਤਾਂ ਆਏ ਨੇ। ਉਹ ਤਾਂ ਇੱਕ ਖਾਸ ਜਗ੍ਹਾ ਸਾਡੇ ਵਾਸਤੇ। ਪਰ ਹੁਣ ਇਹਨਾਂ ਨੂੰ ਕਿਹੜਾ ਪਤਾ ਜਿਹੜੇ ਚੱਲੇ ਨੇ ਇਹ ਇਸ ਕੰਮ ਵਾਸਤੇ ਨਹੀਂ ਚੱਲੇ। ਜਿਹੜੀ ਨੀਅਤ ਨਾਲ ਇਹ ਚੱਲੇ, ਨੀਅਤ ਖੋਟੀ ਹੈ। ਜਾਣਾ ਨਹੀਂ ਉੱਥੇ ਬੁਰਾ ਹੈਗਾ, ਜਾਣੇ 'ਚ ਕੋਈ ਗਲਤੀ ਨਹੀਂ, ਨੀਅਤ 'ਚ ਫਰਕ ਹੈ ਇਹਨਾਂ ਦੀ। ਅੱਜ ਦੇ ਕਿਉਂ ਨਹੀਂ ਗਏ? ਅੱਜੇ ਕਿਉਂ ਗਏ ਨੇ? ਅੱਜ ਜਾ ਕੇ ਕੀ ਕਰਨਗੇ? ਸਵਾਲ ਹੈ, ਜਾ ਕੇ ਕੀ ਕਰਨਗੇ? ਕੀ ਮੈਸੇਜ ਦੇਣ ਚੱਲੇ ਨੇ? ਕੀ ਲਿਆਉਣ ਚੱਲੇ ਨੇ ਮੈਸੇਜ, ਜਾਂ ਦੇਣ ਚੱਲੇ ਨੇ ਕੁਛ? ਗੱਲ ਇਸ ਤੇ ਤਾਂ ਹੈ ਵਿਚਾਰ ਹੋ ਸਕਦੀ। ਜਾਣਾ ਗਲਤ ਨਹੀਂ, ਜਾਣਾ ਗਲਤ, ਜਾਣਾ ਨਹੀਂ ਗਲਤ ਹੈ। ਜਾਣਾ ਚਾਹੀਦਾ, ਉੱਥੇ ਮੈਸੇਜ ਦੇਣਾ ਚਾਹੀਦਾ ਵੀ ਦਸਮ ਪਾਤਸ਼ਾਹ ਤਾਂ ਸੰਸਾਰ ਜਿਹੜੇ ਭੇਜੇ ਨੇ, ਐਸੇ ਜਗ੍ਹਾ ਭੇਜੇ ਨੇ। ਉਹ ਤਾਂ ਇੱਥੇ ਸੀ ਤਾਂ ਭੇਜੇ ਨੇ, ਇੰਪੋਰਟੈਂਟ ਜਗ੍ਹਾ ਹੈ। ਪਰ ਜਿਹੜੀ ਮਤ ਆ ਹੈ ਉਹ ਦੱਸਦੇ ਨੇ ਆ ਵੀ ਗੱਲ, ਆਹ ਗੱਲ ਕਰਨੀ ਚਾਹੀਦੀ ਉੱਥੇ ਜਾ ਕੇ, ਜਿਹੜੀ ਚੱਲ ਰਹੀ ਹੈ। ਵੇਦ ਕਿਤਾਬ ਕਹੋ ਮਤ ਝੂਠੇ, ਦੋਹੂ ਮਤ ਦਲ ਹੈ। ਹਾਂ, ਵੇਦ ਕਿਤਾਬ ਦੋਹੂ ਮਤ ਦਲ ਹੈ। ਹੁਣ ਦਲੇ ਪਏ ਨੇ ਅੱਜ। ਉੱਥੇ ਇੱਕ ਮਤ ਕਿਉਂ ਨਹੀਂ ਹੈ ਸਾਰੇ ਹਿੰਦੂ? ਇਹ ਮੈਸੇਜ ਦੇਣਾ ਚਾਹੀਦਾ ਜਾ ਕੇ ਉੱਥੇ। ਵੇਦ ਕਿਤਾਬ ਦੀ ਇਕੱਠੀ ਮਤ ਮੁਸਲਮਾਨਾਂ ਦਾ ਏਕਤਾ ਹੋਣੀ ਚਾਹੀਦੀ ਹੈ। ਉੱਥੋਂ ਦਾ ਅਸਰ ਫੈਜ਼ਾਬਾਦ ਪੈ ਜੂ ਆ ਕੇ ਯੁੱਧਿਆ ਤੇ। ਕਹੋ ਨਾ ਜਾ ਕੇ ਹਿੰਦੂ ਔਰ ਸਿੱਖ ਮੁਸਲਮਾਨ ਦੀ ਏਕਤਾ ਹੋ ਜੂ। ਸਿੱਖ ਹਿੰਦੂ ਦੀ ਏਕਤਾ ਦੀ ਲੋੜ ਨਹੀਂ ਹੈ। ਸਿੱਖ ਹਿੰਦੂ ਦੀ ਏਕਤਾ ਦੀ ਲੋੜ ਨਹੀਂ ਹੈ। ਏਕਤਾ ਦੀ ਉੱਥੇ ਹੁੰਦੀ ਹੈ ਇਹਦਾ ਮਤਭੇਦ ਹੋਵੇ। ਉੱਥੇ ਦੀ ਇਹ ਏਕਤਾ ਦੀ ਲੋੜ ਹੀ ਨਹੀਂ ਹੈ, ਏਕਤਾ ਹੀ ਹੈ। ਇੱਕ ਸੁੱਤਾ ਪਿਆ, ਇੱਕ ਜਾਗਦਾ, ਉਹਦੀ ਏਕਤਾ ਕਿਵੇਂ ਕਰਾ ਦੋਗੇ? ਉਹ ਜਾਗੂਗਾ ਦੂਆ ਤਾਂ ਏਕਤਾ ਹੋਊਗੀ। ਸੁੱਤੇ ਪਏ ਦੀ ਜਾਗਦੇ ਦੀ ਏਕਤਾ ਨਹੀਂ ਹੁੰਦੀ। ਏਕਤਾ ਦੀ ਹੁੰਦੀ ਹੈ ਦੋਏ ਸੌ ਜਾਣ, ਫਿਰ ਦੋਵਾਂ ਦੀ ਏਕਤਾ ਗਈ।
ਜਾਗੇ ਤੇ ਏਕਤਾ ਹੁੰਦੀ ਹੈ। ਹਿੰਦੂ ਜਦੋਂ ਜਾਗੂਗਾ ਆਪੇ ਏਕਤਾ ਹੋ ਜੂਗੀ। ਜਿਹੜੇ ਜਾਗਦੇ ਨੇ ਏਕਤਾ ਹੋਈ ਜਾਂਦੀ ਹੈ, ਜਿਹੜੇ ਸੁੱਤੇ ਨੇ ਉਹ ਆਪਣੇ ਉਹ ਆਪਣੇ ਘਰਾੜੇ ਮਾਰਦੇ ਨੇ। ਏਕਤਾ ਨਹੀਂ ਹੈ, ਏਕਤਾ ਦੀ ਲੋੜ ਨਹੀਂ ਇਹਦੀ। ਏਕਤਾ ਦੀ ਲੋੜ ਹੈ ਮੁਸਲਮਾਨਾਂ ਨੂੰ। ਮੁਸਲਮਾਨ ਹਿੰਦੂ ਏਕਤਾ ਦੀ ਮੁਸਲਮਾਨਾਂ ਨੂੰ ਏਕਤਾ ਦੀ ਲੋੜ ਹੈ। ਏਕਤਾ ਦੀ ਹੋਊਗੀ ਲੋੜ ਬੇਦ ਤੇ ਆ ਕੇ। ਜੇ ਬੇਦ ਤੇ ਆਏ ਸੀ ਗੁਰੂ ਤਾਂ ਮੀਆਂ ਮੀਰ ਪਿੱਛੇ ਪਿੱਛੇ ਫਿਰਦਾ ਸੀ ਨਾ ਪਿੱਛੇ ਪਿੱਛੇ। ਤੇ ਮੀਆਂ ਮੀਰ ਤੋਂ ਤਾਂ ਤਕੜਾ ਆਦਮੀ ਨਹੀਂ ਕੋਈ ਹੋਣਾ ਚਾਹੀਦਾ। ਮੀਆਂ ਮੀਰ ਤੋਂ ਪਾਵਰਫੁਲ ਆਦਮੀ ਨੇਕ ਨਹੀਂ। ਦੇਖੋ ਨੇਕ ਇਨਸਾਨ ਇਸਲਾਮ 'ਚ ਕੋਈ ਨਹੀਂ ਹੈ। ਉਸ ਵੇਲੇ ਕੋਈ ਨਹੀਂ ਸੀ, ਉਹ ਤੋਂ ਬਾਅਦ ਵੀ ਕੋਈ ਨਹੀਂ ਹੋਇਆ। ਜਿਹੜਾ ਆਦਮੀ ਨੇਕ ਹੋਊਗਾ ਉਹ ਨੇਕੀ ਦੀ ਗੱਲ ਕਹੂਗਾ, ਬੋਲੇ ਤੇ ਬਿਨਾਂ ਰਹਿ ਨਹੀਂ ਸਕਦਾ। ਉਹ ਨਹੀਂ ਰਹਿ ਸਕਦਾ ਬੋਲੇ ਬਿਨਾਂ। ਉਹ ਮੁਖਰ ਹੋ ਜਾਊਗਾ। ਹਰ ਕਾ ਭਗਤ ਪ੍ਰਗਟ ਹੈ ਨਹੀਂ ਛਪੈ। ਉਹ ਕਦੇ ਲੁਕੂਗਾ? ਕੀ ਲੋੜ? ਲੋਕ ਨਾਲੇ ਉਹ ਲੁਕਣ ਆਇਆ, ਉਹ ਤਾਂ ਜਗਾਉਣ ਆਇਆ। ਕੋਈ ਜਾਗੇ ਕੋਈ ਨਾ ਜਾਗੇ। ਉਹ ਪਹਿਰੇਦਾਰ ਚੋਰ ਹੁੰਦਾ ਹੈ, ਚੋਰ ਲੁਕਦਾ ਹੈ। ਰਾਤ ਨੂੰ ਚੋਰ ਹੈ ਔਰ ਪਹਿਰੇਦਾਰ ਦੋ ਫਿਰਦੇ ਨੇ, ਦੋ ਹੀ ਫਿਰਦੇ ਰਾਤ ਨੂੰ। ਚੋਰ ਲੁਕੂ ਕਿ ਪਹਿਰੇਦਾਰ ਲੁਕੂਗਾ? ਪਹਿਰੇਦਾਰ ਦਾ ਹਾਕ ਮਾਰੂਗਾ ਜਾਗਦੇ ਰਹੋ, ਇਹੀ ਕਹੂ ਨਾ। ਫਿਰ ਉਹ ਤਾਂ ਲੁਕ ਕੇ ਰਹਿ ਨਹੀਂ ਸਕਦਾ। ਜੇ ਲੁਕ ਗਿਆ ਪਹਿਰੇਦਾਰ ਕਾਹਦਾ? ਉਹ ਫਿਰ ਤਾਂ ਚੋਰੇ ਆ। ਫਿਰ ਤਾਂ ਚੋਰੇ ਆ ਉਹ, ਫਿਰ ਪਹਿਰੇਦਾਰ ਨਹੀਂ ਹੈ। ਫਿਰ ਤਾਂ ਉਹ ਵੀ ਚੋਰ ਹੈ। ਉਹਦੀ ਮਜਬੂਰੀ ਹੈ ਪਹਿਰੇਦਾਰ ਦੀ, ਉਹ ਨਹੀਂ ਲੁਕ ਸਕਦਾ। ਚਾਹੇ ਚੋਰ ਉਹਦੇ ਕੋਈ ਸੱਟੇ ਮਾਰ ਦੇਵੇ। ਚੋਰ ਲੁਕਿਆ ਬੈਠਾ ਹੈ, ਉਹਨੂੰ ਗੋਲੀ ਨਹੀਂ ਮਾਰ ਸਕਦਾ, ਪਹਿਰੇਦਾਰ ਨੂੰ ਮਾਰ ਸਕਦਾ, ਪਰ ਉਹਦੀ ਤਾਂ ਮਜਬੂਰੀ ਹੈ। ਉਹ ਤਨਖਾਹ ਇਸੇ ਗੱਲ ਦੀ ਲੈਂਦਾ। ਪਹਿਰੇਦਾਰ ਕਿਹੜੀ ਗੱਲ ਦੀ ਤਨਖਾਹ ਲੈਂਦਾ? ਪੁਲਿਸ ਵਾਲੇ ਕਿਹੜੀ ਗੱਲ ਦੀ ਤਨਖਾਹ ਲੈਂਦੇ ਨੇ? ਰਾਤ ਨੂੰ ਜਾਂਦੇ ਨੇ। ਉਹ ਸਾਡੇ ਫੌਜੀ ਕਿਹੜੀ ਗੱਲ ਦੀ ਤਨਖਾਹ ਲੈਂਦੇ ਸੀ? ਉਹ ਲੁਕੇ ਬੈਠੇ ਹੋਣੇ ਨੇ ਕੋਲ ਬੰਦੇ, ਵਾਰ ਕਰਕੇ। ਨਹੀਂ ਤਾਂ ਬੰਦੂਕਾਂ ਤਾਂ ਉਹਨਾਂ ਦੇ ਕੋਲ ਵੀ ਸੀ। ਪਰ ਇੱਕ ਆਦਮੀ ਲੁਕਿਆ ਬੈਠਾ ਹੈ, ਇੱਕ ਆਦਮੀ ਆਪਣੀ ਡਿਊਟੀ ਤੇ ਜਾ ਰਿਹਾ ਹੈ। ਹਾਂ, ਪਹਿਰੇਦਾਰ ਲੁਕ ਗਿਆ ਫਿਰ ਤਾਂ ਮੁਲਜ਼ਮ ਹੈ ਉਹ ਚੋਰੀ ਹੋ ਗਈ। ਤੂੰ ਲੜਿਆ ਹੋਇਆ ਚੋਰ, ਉਹ ਚੋਰ ਆਪੇ ਹੋ ਗਿਆ। ਚੋਰਾਂ ਨਾਲ ਲੜਿਆ ਹੋਇਆ ਸਾਬਤ ਹੋ ਜਾਊਗਾ। ਉਹ ਤਾਂ ਚੋਰਾਂ ਨਾਲ ਲੜਿਆ ਹੋਇਆ। ਭਿੰਨ ਭਿੰਨ ਮਤ ਘਰ ਘਰ ਹੋਈ, ਏਕ ਪੈੜ ਚਲ ਹੈ ਨਹੀਂ ਕੋਈ। ਭਿੰਨ ਭਿੰਨ ਘਰ ਘਰ ਮਤ ਹੋਈ। ਭਿੰਨ ਭਿੰਨ ਜਦ ਮਤ ਹੋ ਜਾਏ ਬਸ ਫਿਰ ਸਾਰਾ ਹੀ ਤੀਲ ਤੀਲ ਹੋ ਗਿਆ। ਜਿਹੜਾ ਬੰਨ ਸੀ ਟੁੱਟ ਗਿਆ, ਰੜਕੇ ਦਾ ਤੀਲ ਤੀਲ ਖਿੰਡ ਗਈ। ਏਕ ਪੈੜ ਚਲ ਹੈ ਨਹੀਂ ਕੋਈ। ਉਹ ਪੈੜ ਬੇਦ ਵਾਲੀ। ਹਾਂ, ਇੱਕ ਪੈੜ ਤੇ ਨਹੀਂ ਕੋਈ ਚੱਲਦਾ, ਇੱਕ ਰਾਹ ਤੇ ਨਹੀਂ ਕੋਈ ਚੱਲਦਾ। ਇੱਕ ਬੇਦ ਕਤੇਬ ਦਾ ਇੱਕੋ ਹੀ ਰਸਤਾ। ਉਹ ਇੱਕੋ ਆਇਆ। ਇੱਕ ਗੱਡੀ ਦਾ ਜਾਂਦੀ ਹੈ ਸਿਰਫ, ਇੱਕ ਗੱਡੀ ਦਾ ਜਾਂਦੀ ਹੈ ਸਮੁੰਦਰ ਤੱਕ। ਸਮੁੰਦਰ ਤੋਂ ਅਗਲਾ ਰਸਤਾ ਕਿਵੇਂ ਪਾਰ ਕਰਨਾ? ਉੱਥੇ ਜਹਾਜ਼ ਆ ਤਾਂ ਪਾਣੀ ਵਾਲਾ ਹੋਇਆ, ਹਵਾ ਵਾਲਾ ਹੋਊਗਾ। ਬਸ ਉੱਥੇ ਤਾਂ ਗਿਆਨ ਹੈ। ਟ੍ਰੇਨ ਤਾਂ ਹੈਗੀ ਗਿਆਨ, ਜਿਹੜਾ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਕੰਨਾਂ ਨੂੰ। ਗਾਂ ਦਾ ਬਾਈ ਏਅਰ ਕੰਮ, ਬਸ ਉਹਦਾ ਬਾਈ ਏਅਰ ਜਾਣਾ ਪਊਗਾ। ਉਹ ਤਾਂ ਫਿਰ ਆਕਾਸ਼ਬਾਣੀ ਨੂੰ ਲੈ ਕੇ ਜਾਊਗੀ ਉੱਥੇ। ਤਾਂ ਉੱਥੇ ਆਕਾਸ਼ਬਾਣੀ ਦੇ ਬਿਨਾਂ ਨਹੀਂ ਜਾ ਸਕਦਾ, ਕਿ ਉੱਥੇ ਆਤਮਾ ਨੇ ਜਾਣਾ, ਸਰੀਰ ਤਾਂ ਜਾਣਾ ਨਹੀਂ। ਇੱਥੇ ਤੱਕ ਸਰੀਰ ਚੱਲਦਾ। ਜਿੱਥੇ ਤੱਕ ਕੰਨਾਂ ਦੀ ਲੋੜ ਹੈ, ਸੁਣਨ ਦੀ ਲੋੜ ਹੈ, ਬੋਲਣ ਦੀ ਲੋੜ ਹੈ, ਸਰੀਰ ਹੈ। ਜੋ ਕੰਨਾਂ ਦੇ ਬੋਲਣ ਤੇ ਉੱਪਰ ਚਲੀ ਗਈ ਗੱਲ, ਬਿਨ ਕੰਨਾਂ ਦੇ ਸੁਣਨ ਵਾਲੀ ਗੱਲ ਚਲੀ ਗਈ, ਫਿਰ ਬਾਈ ਏਅਰ ਚੱਲਦਾ। ਉਹ ਨਹੀਂ ਹੈ ਇਸਲਾਮ ਦੇ ਵਿੱਚ। ਭਿੰਨ ਭਿੰਨ ਮਤ ਘਰ ਬਾਈ ਏਅਰ ਤੱਕ ਦੀ ਗੱਲ ਹੈ। ਉਹ ਸਮੁੰਦਰ ਦੇ ਕੰਢੇ ਤੱਕ ਤਾਂ ਲੈ ਕੇ ਜਾਵੇ। ਬਈ ਪਲੇਟਫਾਰਮ ਤੇ ਟ੍ਰੇਨ ਨਹੀਂ ਆਉਣਾ। ਪਲੇਟਫਾਰਮ ਤੱਕ ਤਾਂ ਕਿਵੇਂ ਪਹੁੰਚੋਗੇ ਹੀ ਨਾ ਤੁਸੀਂ, ਤਾਂ ਹੀ ਟ੍ਰੇਨ ਬੈਠੋਗੇ। ਪਲੇਟਫਾਰਮ ਤੱਕ ਕਿਵੇਂ ਪਹੁੰਚਣਾ ਹੈ? ਭਿੰਨ ਭਿੰਨ ਮਤਾਂ ਵਾਲੇ ਇੱਕ ਪਲੇਟਫਾਰਮ ਤੇ ਆਉਣਗੇ ਤਾਂ ਇੱਕ ਟ੍ਰੇਨ 'ਚ ਬੈਠਣਗੇ। ਭਿੰਨ ਭਿੰਨ ਮਤ ਘਰ ਘਰ ਹੋਈ, ਏਕ ਪੈੜ ਚੱਲ ਹੈ ਨਹੀਂ ਕੋਈ। ਇੱਕ ਪੈੜ ਤਾਂ ਫਿਰ ਆ ਰੇਲ ਦੀ ਹੋ ਜਾਂਦੀ ਹੈ। ਭਿੰਨ ਭਿੰਨ ਮਤਾਂ ਵਾਲਿਆਂ ਨੇ ਪਲੇਟਫਾਰਮ ਇੱਕ ਤੇ ਆਉਣ, ਟ੍ਰੇਨ ਆਊਗੀ, ਸਾਰੇ ਨੂੰ ਲੱਦ ਕੇ ਲੈ ਜੂਗੀ। ਗਾਂ ਤੇ ਫਿਰ ਹਵਾਈ ਜਹਾਜ਼ ਹੈਗਾ ਹੀ ਹੈ। ਇਹ ਗੱਲ ਹੈ। ਭਿੰਨ ਭਿੰਨ ਜਦ ਮਤਾਂ ਹੋ ਜਾਂਦੀਆਂ ਨੇ, ਮਤ ਭੇਦ 'ਚ ਲੜਾਈ ਹੈ। ਘਰ 'ਚ ਮਤਭੇਦ ਹੋਵੇ ਉੱਥੇ ਲੜਾਈ ਹੈ। ਲੜਾਈ ਨੂੰ ਮਿਟਾਉਣ ਖਾਤਰ ਮਤ ਇੱਕ ਮਤ ਕਰਨੀ ਪਊਗੀ।
ਸਾਰੇ ਵਿਚਾਰ ਕੇ ਹੋਊਗੀ ਇੱਕ ਮਤ। ਇਹ ਨਹੀਂ ਹੋ ਸਕਦਾ ਮੇਰੀ ਤੂੰ ਮੰਨ ਮੈਂ ਤੇਰੀ ਕਿਉਂ ਮੰਨਾਂ। ਇਹ ਹੋਣਾ ਇਹੀ ਵਿਚਾਰ ਕੇ ਬੈਠੋ। ਜਿਹੜਾ ਝੂਠ ਹੈ ਜਿੱਥੇ ਜਿਹੜੀ ਮਤ ਚੋਂ ਖਤਮ ਕਰੋ। ਇਹੀ ਕਿਹਾ ਸੀ ਦਲਾਈ ਲਾਮੇ ਨੇ। ਜੇ ਸਾਰੇ ਵਿਚਾਰ ਕੇ ਬੈਠ ਕੇ ਪਲੇਟਫਾਰਮ ਤੇ ਸਾਰੀਆਂ ਮੱਤਾਂ ਕੱਢ ਕਿਵੇਂ ਨਹੀਂ ਹੋ ਸਕਦੀ, ਇੱਕ ਮਤ ਹੋ ਸਕਦੀ ਹੈ। ਪਰ ਜਿਹੜੇ ਸ਼ਰਾਰਤੀ ਆਦਮੀ ਨੇ ਉਹ ਨਹੀਂ ਹੋਣ ਦੇਣਗੇ, ਉਹਨਾਂ ਦੀ ਚੌਧਰ ਨਹੀਂ ਰਹਿਣੀ। ਜਿੰਨੇ ਬੜੇ ਬੜੇ ਸੰਤ ਨੇ ਇੱਕ ਵੀ ਨਹੀਂ ਮੰਨਦਾ ਇਹ ਗੱਲ। ਉਹਨੂੰ ਪਤਾ ਵੀ ਅਸੀਂ ਤਾਂ ਅੱਜੇ ਗਏ, ਇਹਨਾਂ ਦਾ ਅੱਜੇ ਭੋਗ ਪੈ ਜੂਗਾ। ਪਹਿਲੇ ਦਿਨੇ ਭੋਗ ਪੈ ਜੂ ਸਾਰੇ ਸੰਤਾਂ ਦੇ ਜਿਹੜੇ ਬੜੇ ਬੜੇ ਨੇ। ਇੱਕੋ ਝਟਕੇ 'ਚ ਭੋਗ ਪੈ ਜੂ ਸਾਰਿਆਂ ਦਾ। ਕਦੇ ਨਹੀਂ ਮੰਨਦੇ ਇਹ ਗੱਲ। ਇੱਕ ਪਲੇਟਫਾਰਮ ਤੇ ਹੋਣ ਦੀ ਗੱਲ, ਬੈਠ ਕੇ ਗੱਲ ਕਰਨ ਦੀ ਗੱਲ ਨਹੀਂ ਮੰਨਣਗੇ ਕਦੇ ਵੀ। ਆਉਂਦੇ ਹੀ ਨਹੀਂ ਇੱਕ ਪਲੇਟਫਾਰਮ ਤੇ। ਇਹ ਤਾਂ ਸਾਬਤ ਹੁੰਦਾ ਬਈ ਸਾਰੇ ਇਹ ਲੋਕ ਨੇ ਜਿਹੜੇ ਝਗੜੇ ਦੇ ਪਾਉਣ ਵਾਲੇ ਨੇ। ਜਿਹੜੇ ਸੂਬਿਆਂ ਦੇ ਝਗੜੇ ਪਵਾਏ ਨੇ ਡਿਵੀਜ਼ਨ ਦੇ, ਉਹ ਸਿਆਸਤਦਾਨਾਂ ਦੇ ਨੇ। ਬਈ ਆ ਇੰਨਾ ਕੁ ਏਰੀਆ ਹੋ ਜਾਏ ਅਲੱਗ, ਮੈਂ ਇੱਥੇ ਦਾ ਚੀਫ ਮਿਨਿਸਟਰ ਬਣ ਜੂਗਾ। ਉਹ ਇਹਨਾਂ ਦੇ ਪਵਾਏ ਹੋਏ ਨੇ। ਧਰਮ ਦੀ ਮੰਡੀ ਉਹਨਾਂ ਦੀ ਪਾਈ ਹੋਈ ਹੈ। ਉਹ ਆਪਣੇ ਬਣੇ ਬੈਠੇ ਨੇ ਠੇਕੇਦਾਰਾਂ ਦੀ। ਹਾਂਜੀ। ਗੀਤਾ ਮਾਲਤੀ ਛੰਦ ਭਿੰਨ ਭਿੰਨ ਮਤੋ ਘਰੋ ਘਰ ਏਕ ਏਕ ਚਲਾਏ ਹੈ। ਭਿੰਨ ਭਿੰਨ ਮਤ ਘਰੋ ਘਰ, ਘਰ ਘਰ ਆਪਣੀ ਵੱਖਰੀ ਵੱਖਰੀ ਮਤ। ਕੱਲਾ ਕੱਲਾ ਆਦਮੀ ਚਲਾਉਂਦਾ। ਕੱਲਾ ਕੱਲਾ ਆਦਮੀ ਕਿਵੇਂ ਚਲਾਉਂਦਾ? ਜੇ ਇੱਕ ਕਾਂਗਰਸ ਨਾਲ ਦੂਆ ਕਮਿਊਨਿਸਟ ਨਾਲ ਭਰਾਈ ਭਰਾ, ਚੱਲ ਦੋ ਮੱਤਾਂ ਤਾਂ ਇੱਥੇ ਹੀ ਹੋ ਗਈਆਂ। ਇਹ ਵੀ ਮੱਤਾਂ ਹੀ ਨੇ। ਇੱਕ ਕਿਸੇ ਸੰਤ ਨੂੰ ਮੰਨਦਾ, ਕਿਸੇ ਨੂੰ ਮੰਨਦਾ। ਘਰ ਦੇ ਨਾਮਧਾਰੀਏ ਤੇ ਉਹ ਹੁਣ ਸਹੁਰੇ ਜਿਹੜੇ ਨੇ ਉਹ ਨਾਮਧਾਰੀਏ ਹੈ ਨਹੀਂ। ਉਹ ਦੱਸੋ ਉੱਥੇ ਕਿਹੜਾ ਇਹੋ ਜਿਹਾ ਵੀ ਕੁਛ ਹੈ? ਤਾਂ ਹੀ ਕਹਿੰਦੇ ਰਾਧਾ ਸਵਾਮੀ ਮੁੰਡਾ ਚਾਹੀਦਾ, ਇਹ ਰਾਧਾ ਸਵਾਮੀ ਕੁੜੀ ਚਾਹੀਦੀ ਹੈ। ਕਿਉਂ ਚਾਹੀਦੀ ਹੈ? ਫਿਰ ਬਿਲ ਮਤ ਹੋ ਜੂਗੀ। ਫਿਰ ਬਿਲ ਮਤ ਦੀਆਂ ਮਜਬੂਰੀਆਂ ਕਹਾਂ ਹੁੰਦੀਆਂ ਨੇ ਸਾਹਮਣੇ। ਇਹ ਵੀ ਕੋਈ ਮਤ ਹੈ? ਨਾਮਧਾਰੀਆਂ ਦੀ ਕੁੜੀ ਚਾਹੀਦੀ ਹੈ, ਨਾਮਧਾਰੀਆਂ ਦਾ ਹੀ ਮੁੰਡਾ ਚਾਹੀਦਾ। ਆ ਗਈ ਨਾ ਪ੍ਰੋਬਲਮ। ਪਿੰਡ ਪਿੰਡ ਮਤਾਂ ਨੇ। ਹਾਂਜੀ। ਐਂਡ ਬੈਂਡ ਫਿਰੇ ਸਭੈ ਸਿਰ ਏਕ ਏਕ ਨਾ ਨਿਆਏ ਹੈ। ਵਾਹ, ਸਾਰੇ ਐਂਡ ਬੈਂਡ ਫਿਰਦੇ ਨੇ, ਆਪਣੇ ਆਕੜੇ ਫਿਰਦੇ ਨੇ। ਐਂਡ ਬੈਂਡ ਫਿਰੇ ਸਭੈ, ਐਂਡ ਬੈਂਡ ਆਕੜੇ ਫਿਰਦੇ ਨੇ ਸਾਰੇ। ਸਿਰ ਏਕ ਏਕ ਨਾ ਨਿਆਏ ਹੈ। ਇੱਕ ਨੂੰ ਸੀਸ ਨਹੀਂ ਨਿਭਾਉਂਦਾ, ਘੱਟ ਨਹੀਂ ਸਮਝਦਾ। ਉਹ ਕਹਿੰਦਾ ਵੀ ਇਹ ਸੰਤ ਆ, ਮੈਂ ਵੀ ਸੰਤ ਆ, ਸਾਡਾ ਮਤ ਹੋ ਰਿਹਾ ਦਾ ਹੋ ਰਿਹਾ। ਕੋਈ ਗਿਆਨ ਦੀ ਗੱਲ ਨਹੀਂ ਹੈ, ਕੋਈ ਛੋਟੇ ਬੜੇ ਦੀ ਗੱਲ ਨਹੀਂ ਹੈ। ਸਾਰੇ ਆਕੜੇ ਫਿਰਦੇ ਨੇ ਮਾਂ ਦੇ ਆਟੇ ਨੂੰ। ਐਂਡ ਬੈਂਡ ਦਾ ਮਤਲਬ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਮਾਂ ਦੇ ਆਟੇ ਨੂੰ ਆਕੜਿਆ ਹੈ। ਐਂਡ ਬੈਂਡ ਉਹਨੂੰ ਕਹਿੰਦੇ ਨੇ। ਪੁਨ ਔਰ ਨਏ ਨਏ ਉਧਰ ਯੂਪੀ 'ਚ ਕਹਿੰਦੇ ਐਂਡਾ ਚੱਲਣਾ, ਟੇਢਾ ਚੱਲਣਾ, ਐਡੋ ਟੇਢੋ ਜਾ, ਟੇਢੋ ਟੇਢੋ ਜਾਤ। ਪੁਨ ਔਰ ਨਏ ਨਏ ਮਤ ਮਾਸ ਮਾਸ ਉਚਾਹੇਂਗੇ। ਹਰ ਮਹੀਨੇ ਕੋਈ ਨਵਾਂ ਨਵਾਂ ਮਤ ਪੈਦਾ ਹੋਇਆ ਕਰੂਗਾ। ਕਹਿੰਦੇ ਮਾਸ ਮਾਸ ਦਾ ਮਤਲਬ ਹੈ ਮਹੀਨੇ ਮਹੀਨੇ। ਹਰ ਮਹੀਨੇ ਕੋਈ ਨਵਾਂ ਹੀ ਸੰਤ ਦੇਖੋਗੇ। ਹਰ ਮਹੀਨੇ ਪੈਦਾ ਹੋਇਆ ਕਰੂ ਨਏ ਨਏ ਮਤ। ਹਾਂ, ਮਾਸ ਮਾਸ ਉਚਾਹੇਂਗੇ। ਸਾਹਮਣੇ ਆਉਣਗੇ ਮਤ ਤੁਹਾਡੇ। ਹਰ ਮਹੀਨੇ ਕੋਈ ਨਵਾਂ ਹੀ ਲੈ ਕੇ ਆ ਜਾ ਕਰੂ, ਥੋੜਾ ਜਿਹਾ ਬਦਲ ਕੇ। ਸਾਡੀ ਮਰਿਆਦਾ ਜੀ ਆਹ ਹੈ। ਜੋ ਪਿੰਡ ਵਾਲੇ ਨੇ ਮਰਿਆਦਾ ਆਪਣੀ ਬਣਾ ਲਈ ਸੀ, ਸੰਤਾਂ ਨੇ ਆਪਣੀ ਆਪਣੀ ਮਰਿਆਦਾ ਸਾਰਿਆਂ ਦੇ। ਇਹ ਮਰਿਆਦਾ ਤੇ ਆ ਕੇ ਭਿੰਨ ਹੋ ਜਾਂਦਾ ਮਤ। ਸਾਰਿਆਂ ਕੋਲ ਗੁਰਬਾਣੀ ਇੱਕ ਹੈ, ਰਹਿਤ ਇੱਕ ਹੈ। ਪਿੰਡ ਕਿੱਥੇ ਆ ਗਏ ਹੁੰਦੇ ਨੇ? ਪਿੰਡ ਆ ਗਏ ਹੁੰਦੇ ਮਰਿਆਦਾ ਤੇ। ਉੱਥੇ ਮਾਂ ਨਾ ਵੜਿਆ ਨਾ, ਉੱਥੇ ਮਾਂ ਨਾ ਵੜਿਆ। ਜਿੱਥੇ ਮਾਂ ਨਾ ਵੜਿਆ ਉੱਥੇ ਮਰਿਆਦਾ ਵੜੀ। ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਹੇਂਗੇ। ਦੇਵ ਪਿਤਰਨ ਪੀਰ, ਜਿਹੜੇ ਪਿਛਲੇ ਪੀਰ ਚਲੇ ਆਉਂਦੇ ਨੇ ਛੱਡ ਦੇਣਗੇ। ਜੋ ਪਿੱਛੇ ਕਰਦੇ ਆਏ ਨੇ ਨਾ ਬਜ਼ੁਰਗ। ਦੇਵ ਪਿਤਰਨ ਪੀਰ ਕੋ ਨਹੀਂ ਭੂਲ। ਆ ਦੇਵੀ ਦੇਵਤੇ ਜਿਵੇਂ ਜਾਂਦੇ ਤੇ,
ਆ ਜਾਂਦੇ ਨਹੀਂ ਠਾਕਰ ਦੁਆਰੇ ਜਾਂਦੇ ਜਿਵੇਂ ਮੰਦਰਾਂ ਜਾਂਦੇ ਨੇ, ਇਹ ਛੱਡ ਦੇਣਗੇ ਕਹਿੰਦੇ ਮੰਦਰਾਂ ਜਾਣਾ। ਇਹ ਗੱਲ ਗੁਰਦੁਆਰੇ ਉਦੋਂ ਹੈ ਨਹੀਂ, ਗੁਰਦੁਆਰਿਆਂ ਦੀ ਗੱਲ ਤਾਂ ਨਹੀਂ ਹੋ ਰਹੀ ਇੱਥੇ। ਗੁਰਦੁਆਰਾ ਤਾਂ ਰਣਜੀਤ ਸਿੰਘ ਦੇ ਬਾਅਦ ਬਣੇ ਨੇ, ਗੁਰਦੁਆਰਾ ਨਹੀਂ ਸੀ ਕੋਈ ਆਪਣੇ ਗੁਰਦੁਆਰੇ ਬਣਨੇ ਵੀ ਨਹੀਂ ਸੀ ਜੇ ਗੁਰੂ ਹੁੰਦੇ। ਇਹ ਤਾਂ ਇਹਨਾਂ ਨੇ ਬਣਾਏ ਹੋਏ ਨੇ ਪੁਜਾਰੀਆਂ ਨੇ। ਉਦੋਂ ਨਹੀਂ ਗੁਰਦੁਆਰਾ ਕੋਈ ਵੀ ਨਾ ਬਣਨਾ ਸੀ, ਕੋਈ ਪ੍ਰੋਗਰਾਮ ਨਹੀਂ ਗੁਰਦੁਆਰਾ ਬਣਦਾ ਸੀ। ਇਹ ਤਾਂ ਅਕਾਲੀ ਫੂਲਾ ਸਿੰਘ ਨੇ ਹਟਾਏ ਤੇ ਇਹਨਾਂ ਨੇ ਕਰਵਾਏ ਨੇ। ਜਿਹੜੇ ਪੂਜਾ ਤੇ ਬੈਠੇ ਨੇ ਉਹਨਾਂ ਨੇ ਪੂਜਾ ਛੱਡਤੀ, ਵੀ ਖਾ ਲਓ ਤੁਸੀਂ, ਪੂਜਾ ਹੀ ਛੱਡਤੀ ਵੀ ਖਾ ਲਓ ਤੁਸੀਂ। ਨਿਹੰਗ ਸਿੰਘ ਵੀ ਮਰੇ ਕਿ ਉਹਨੇ ਪੂਜਾ ਨੂੰ ਇਹ ਵੀ ਪੈ ਗਏ, ਸੰਤਾਂ ਤੋਂ ਹੀ ਪੈ ਗਿਆ ਸੀ ਨਾ ਪੂਜਾ ਨੂੰ ਉਦੋਂ ਹੀ। ਅਸਲ ਜੋ ਅਰੋੜਾ ਸੀ ਨਾ, ਕਮਜ਼ੋਰੀ ਸੀ ਉੱਥੇ। ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਹੇਂਗੇ। ਜਿੰਨਾ ਚਿਰ ਮਲਬੇ ਵਾਲੇ ਔਰ ਮਾਝੇ ਵਾਲੇ ਤਕੜੇ ਰਹੇ, ਬੁੱਢੇ ਦਲ ਤੇ ਕਾਬਜ ਰਹੇ, ਉਹਨਾਂ ਚਿਰ ਕਮਜ਼ੋਰੀ ਨਹੀਂ ਆਈ। ਉਹਦੇ ਬਾਅਦ ਕਮਜ਼ੋਰੀ ਤਾਂ ਵਿੱਚ ਆਈ ਹੋਈ ਵੀ ਸੀ, ਲੀਡਰ ਉਹਨਾਂ ਨੇ ਉਹ ਬਣਾ ਲਿਆ। ਉਹਨਾਂ ਨਾਲ ਗੱਲ ਕਰ ਲਈ ਵੀ ਤੁਹਾਡੇ ਕੋਲ ਜਿਹੜੇ ਜ਼ਮੀਨਾਂ ਨੇ ਜਿੰਨੀਆਂ, ਮੈਂ ਤੁਹਾਡੇ ਖੋਦਾ ਨਹੀਂ, ਤੁਸੀਂ ਉਹ ਕਬਜ਼ਾ ਰੱਖਿਓ, ਚਲੋ ਨਾਲ ਕਰ ਲੈ। ਉਹ ਸਾਨੂੰ ਤਾਂ ਪਤਾ ਲੱਗ ਗਿਆ ਸੀ ਸਾਡਾ ਦਾ ਪ੍ਰੋਗਰਾਮ ਨਹੀਂ ਸੀ ਨਾਲ ਰਹਿਣਾ ਇਹਨਾਂ ਦੇ, ਪਤਾ ਸੀ ਵੀ ਕਿੱਧਰ ਨੂੰ ਜਾਊਗੀ ਗੱਲ। ਇਹ ਪਹਿਲਾਂ ਹੀ ਅਸੀਂ ਤਾਂ ਕਹਿਤਾ ਸੀ ਵੀ ਇਹਨਾਂ ਨੂੰ ਕਰ ਲੈਣ ਦਿਓ, ਤੁਸੀਂ ਲਾ ਲਓ ਭਾਈ ਚਾਹੋ 30 35 40 ਸਾਲ ਜਿਹੜੇ ਲਾਉਣੇ ਨੇ। ਇਹ ਗੱਡੀ ਤਾਂ ਹੁਣ ਨਹੀਂ ਲੈਂਦੀ ਜਾਂਦੀ ਹੈ, ਇਹ ਤਾਂ ਹੁਣ ਕੋਈ ਪਰਮੇਸ਼ਰ ਚੜਾਊ ਇਹਨੂੰ ਫਿਰ ਲੈਣ। ਜਿੱਥੇ ਤੁਸੀਂ ਡਬੋ ਦੇਣਾ ਜਹਾਜ਼, ਇਹ ਤਾਂ ਪਰਮੇਸ਼ਰ ਕੱਢੂ ਉੱਥੋਂ। ਹੁਣ ਇਹ ਤਾਂ ਬਹੁਤ ਦੇਰ ਪਹਿਲਾਂ ਹੀ ਗੱਲ ਹੋ ਲਈ ਸੀ, 50 ਸਾਲ ਤੇ ਵੀ ਜ਼ਿਆਦਾ ਹੋ ਗਏ ਜਦ ਇਹ ਗੱਲ ਹੋ ਲਈ ਸੀ ਵੀ ਡੁੱਬ ਜਾਣਾ ਹੈ, ਇਹਨੂੰ ਡਬੋ ਦੇਣਾ। ਜੇ ਡਬੋਣ ਤੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਵੀ ਡਬੋ ਦੇਣਾ, ਸਮਝ ਨਹੀਂ ਸੀ ਇੰਨੀ। ਦੂਰ ਅੰਦੇਸ਼ੀ ਵਾਲੀ ਸਮਝ ਵਾਲੇ ਪਿੱਛੇ ਹਟ ਗਏ, ਜਿਹੜੇ ਨੇੜੇ ਵਾਲੀ ਸੋਚ ਵਾਲੇ ਦੇ ਮੂਹਰੇ ਆ ਗਏ। ਉਹ ਵੱਟ ਤੁਰੇ ਫਿਰਦੇ ਨੇ, ਪਾੜ ਕੇ ਰੱਖਦੇ ਉਹਨਾਂ ਨੇ। ਪੈਸਾ ਨਹੀਂ ਛੱਡਦਾ ਹੁੰਦਾ ਮਾਇਆ, ਜਿੱਥੇ ਆਵੜੀ ਇਹ ਨਹੀਂ ਛੱਡਦੀ ਹੁੰਦੀ। ਇਹ ਤੇ ਬਚ ਕੇ ਹੀ ਰਹਿਣਾ ਪੈਂਦਾ ਹੁੰਦਾ। ਜਿਹੜਾ ਬਚ ਗਿਆ ਉਹਦੀ ਇੱਜ਼ਤ ਬਚ ਗਈ। ਬਾ ਇੱਜ਼ਤ ਬਚਣ ਵਾਲੀ ਉਹ ਗੱਲ ਹੈ। ਇੱਜ਼ਤ ਦੋਏ ਹੱਥ ਜਾਇਦਾਰ ਕਹਿੰਦਾ ਹੁੰਦਾ ਸੀ ਚੇਸ ਨੂੰ, ਕਹਿੰਦਾ ਦੋਏ ਹੱਥ ਜਿਹੜਾ ਪਾ ਕੇ ਰੱਖੂਗਾ ਨਾ 10 ਸਾਲ ਨੂੰ, ਉਹਦੀ ਰਹਿਣੀ ਅਸਲ ਤੇ ਰਹਿਣੀ ਕਿਸੇ ਦੀ ਨਹੀਂ। ਦੋਏ ਹੱਥ ਪਾ ਕੇ 10 ਸਾਲ ਨੂੰ ਰੱਖੂ ਨਾ, ਜਿਹਨੇ ਇੱਕ ਮਾਇਆ ਨੂੰ ਪਾ ਲਿਆ ਉਹਦੀ ਨਹੀਂ ਰਹਿਣੀ ਹੈ। ਦੋਏ ਹੱਥ ਪੱਗ ਨੂੰ ਪਾ ਕੇ ਰੱਖਿਓ, ਤਲਵਾਰ ਨੂੰ ਨਾ ਪਾਇਓ ਇੱਕ ਹੱਥ। ਜਿਹੜਾ ਤਲਵਾਰ ਨੂੰ ਪਾਊਗਾ ਪੱਗ ਉਹਦੀ ਵੀ ਨਹੀਂ ਰਹਿਣੀ। ਉਹ ਤਾਂ ਉਹਨੇ ਪਹਿਲਾਂ ਹੀ ਕਹਿਤਾ ਸੀ, 50 ਸਾਲ ਤੇ ਵੀ ਜ਼ਿਆਦਾ ਹੋ ਗਏ। ਮੈਨੂੰ ਕਿਹਾ ਸੀ ਨਹੀਂ ਰਹਿਣੀ। ਹੋਏਗਾ ਸਾਨੂੰ ਨਹੀਂ ਰੌਲਾ ਹੈਗਾ ਇਹਨਾਂ ਦਾ, ਮਾਇਆ ਦਾ ਜੋ ਮਰਜੀ ਕਰੀ ਜਾਣੇ। ਦੇਵ ਪੀਰ ਵਿਸਾਰ ਕੇ ਪਰਮੇਸ਼ਰ ਆਪ ਕਹਾਏਂਗੇ। ਦੇਵ ਪੀਰ ਵਿਸਾਰ ਕੇ, ਜਿਹੜੇ ਕੋਈ ਚੰਗੇ ਆਦਮੀ ਪਹਿਲਾਂ ਹੋਏ ਨੇ ਉਹਨਾਂ ਦੇ ਵੀ ਚਲੋ ਮਾੜੇ ਮੋਟੇ ਸਥਾਨ ਬਣਾ ਲੈਂਦੇ ਨੇ। ਉਹਨਾਂ ਦੀ ਗੱਲ ਨੂੰ ਵਿਸਾਰ ਕੇ ਨਾ, ਆਹੀ ਆ ਜਿਹੜੀਆਂ ਲਿਖਤਾਂ ਨੇ ਸਾਡੇ ਕੋਲ ਉਹਨਾਂ ਦੀਆਂ ਹੁੰਦੀਆਂ, ਇਹੀ ਵਿਸਾਰ ਦੀਆਂ ਹੁੰਦੀਆਂ ਨੇ। ਹੋਰ ਕੀ ਹੈ? ਵਿਸਾਰ ਕੇ ਪਰਮੇਸ਼ਰ ਆਪ ਕਹਾਏਂਗੇ, ਆਪ ਹੀ ਪਰਮੇਸ਼ਰ ਆਪ ਹੀ ਬਣ ਜਾਣਗੇ, ਆਪ ਮਹਾਂਪੁਰਸ਼ ਬਣ ਜਾਣਗੇ। ਬਣੇ ਹੋਏ ਸੀ ਸਾਰੇ ਮਹਾਂਪੁਰਸ਼, ਆਪ ਹੀ ਪਰਮੇਸ਼ਰ ਬਣ ਗਏ ਵੀ ਅਸੀਂ ਹੋਈ ਹੁਣ ਗਾਹਾਂ ਕੁਛ ਨਹੀਂ ਹੋਰ। ਨਰ ਭਾਂਤ ਭਾਂਤਨ ਏਕ ਕੋ ਜੁਰ ਏਕ ਏਕ ਉਡਾਹੇਂਗੇ। ਆ ਦੇਖ, ਨਰ ਭਾਂਤ ਭਾਂਤਨ ਏਕ ਕੋ, ਭਾਂਤ ਭਾਂਤ ਦੇ ਇਕੱਠੇ ਹੋ ਕੇ ਆਦਮੀ ਨਾ ਇੱਕ ਨੂੰ ਉੱਤੇ ਉਡਾਉਣਗੇ, ਹਾਈਲਾਈਟ ਕਰ ਏਕ ਏਕ ਉਡਾਹੇਂਗੇ। ਜਿਵੇਂ ਸਰਸੇ ਵਾਲਾ ਥੱਲੇ ਉਡਾਉਣ ਵਾਲੇ ਬੈਠੇ ਨੇ, ਕਹਿੰਦੇ ਪੀਰ ਨਹੀਂ ਉੱਡਦਾ, ਮੁਰੀਦ ਉਡਾਉਂਦੇ ਹੁੰਦੇ ਨੇ। ਉਹ ਮੁਰੀਦ ਉਡਾ ਰਹੇ ਨੇ ਉੱਤੇ ਨੂੰ, ਉਹਨਾਂ ਨੂੰ ਹਾਈਲਾਈਟ ਕਰ ਰਹੇ ਨੇ। ਭਾਂਤਨ ਏਕ ਕੋ, ਭਾਂਤ ਭਾਂਤ ਦੇ ਇਕੱਠੇ ਹੋ ਕੇ ਐ ਨਹੀਂ ਇੱਕੋ ਕੈਟਾਗਰੀ ਦੇ ਹੋਣਗੇ। ਉਹਨਾਂ ਚ ਰਾਮ ਰਹੀਮ ਉਹਨੇ 2-3 ਨਾਮ ਰੱਖ ਲਏ। ਗੁਰਮੀਤ ਸਿੰਘ ਵੀ ਨਾਮ ਰੱਖਿਆ, ਗੁਰਮੀਤ ਸਿੰਘ ਵੀ ਰੱਖ ਲਿਆ। ਗੁਰਮੀਤ ਸਿੰਘ ਰਾਮ ਰਹੀਮ ਭਾਂਤ ਭਾਂਤ ਹੋ ਕੇ ਨਰ ਭਾਂਤ ਭਾਂਤਨ ਏਕ ਕੋ ਜੁਰ ਏਕ ਏਕ ਉਡਾਹੇਂਗੇ। ਇੱਕ ਹੋ ਗਏ ਸਾਰੇ। ਫਿਰ ਹੁਣ ਉਹਨੂੰ ਹਾਈਲਾਈਟ ਕਰ ਲਿਆ, ਜੁੜ ਏਕ ਏਕ ਉਡਾਹੇਂਗੇ। ਹਾਂ ਜੁੜ ਕੇ
ਇੱਕ ਦੀ ਉਡਾਨ ਇੱਕ ਨੂੰ ਕਰ ਰਹੇ ਨੇ ਹਾਈਲਾਈਟ। ਆ ਪਿੱਛੇ ਨੇ, ਅਸਲ 'ਚ ਗੱਲ ਸਿਆਸੀ ਹੈ, ਇਹ ਪੈਸਾ ਹੈ। ਜੇ ਨਾ 4-5 ਕਿੱਲੇ ਮੂਲੀਆਂ ਦੇ ਵਿਕਣ ਤਾਂ ਪ੍ਰਸ਼ਾਦ ਦੇ ਦਿੰਦੇ ਨੇ ਇੱਕੋ ਦਿਨ, 2 ਘੰਟੇ 'ਚ ਪੱਟ ਕੇ ਤੇ ਰੁਪਈਆ ਦਾ ਲੱਗ ਜਾਂਦਾ। ਕਹਿੰਦਾ ਸੰਗਤ ਮੂਲੀਆਂ ਦਾ ਪ੍ਰਸ਼ਾਦ ਲੈ ਕੇ ਜਾਵੇ। 5 ਰੁਪਈਏ ਦੀ ਮੂਲੀ ਹੈ ਨਾ, 21 ਰੁਪਈਏ 4 ਮੂਲੀਆਂ ਦੇ ਕਿੰਨੇ ਗਿਆ ਸੀ? ਹਾਂ ਡੇਰੇ ਦੀ ਮੂਲੀ ਆ। ਹਾਂ ਆਪੇ ਪੱਟ ਕੇ ਲੈ ਗਏ, ਮਿੱਟੀ ਵੀ ਨਹੀਂ ਨਾਲ ਛੱਡੀ। ਕਹਿੰਦੇ ਇਹ ਵੀ ਲੈ ਜਾਓ, ਵੀ ਪ੍ਰਸ਼ਾਦ ਹੈ। ਇਹ ਜੇ ਲੋਕ ਨੇ ਪੰਜ ਏਕ ਮਾਸ ਦੂ ਮਾਸ ਲਓ, ਅੱਧ ਮਾਸ ਲੌਤ ਚਲਾਹੇਂਗੇ। ਇੱਕ ਮਹੀਨਾ ਚੱਲੂ ਕਿਸੇ ਦਾ, ਤਾਂ ਉਹ ਕਿਸੇ ਦਾ 15 ਦਿਨ ਚੱਲੂ, ਅੱਧ ਮਾਸ ਚੱਲੂ। ਏਕ ਮਾਸ ਦੂ ਮਾਸ ਲਓ, ਕਿਸੇ ਦਾ 2 ਮਹੀਨੇ ਚੱਲ ਜੂਗਾ ਪਖੰਡ ਇਹ। ਅੱਧ ਮਾਸ ਲੌਤ ਚਲਾਹੇਂਗੇ। ਕਿਸੇ ਦਾ 2 ਮਹੀਨੇ, ਕਿਸੇ ਦਾ ਮਹੀਨਾ, ਕਿਸੇ ਦਾ ਅੱਧਾ ਮਹੀਨਾ ਹੀ ਚੱਲੂ ਇਹ ਪਖੰਡ। ਬਾਬੇ ਫੇਲ ਹੋ ਜੂ ਐ ਨਾ। ਪਿੱਛੇ ਕਿੰਨਾ ਕੁ, ਜਿੰਨਾ ਕੁ ਪਿੱਛੇ ਸਪੋਰਟ ਹੋਊਗੀ, ਬੰਦੇ ਇਕੱਠੇ ਕੀਤੇ, ਪਹਿਲਾਂ ਇਨਵੈਸਟਮੈਂਟ ਕਿੰਨੀ ਕੀਤੀ ਉਹਨੇ, ਖਰਚਾ ਕਿੰਨਾ ਕੀਤਾ। ਹੁਣ ਇਨਵੈਸਟਮੈਂਟ ਨਾ ਹੋਈ, ਨਾਲ ਦੇ ਥੋੜ੍ਹੀ ਭੁੱਖੇ ਮਰਨੇ ਉਹਨਾਂ ਨੇ। ਉਹ ਤਾਂ ਕਿਰਾਏ ਦੇ ਹੁੰਦੇ ਨੇ ਬੰਦੇ, ਉਹ ਫਿਰ ਫੇਲ ਹੋ ਜੂ ਫੈਕਟਰੀ ਤਾਂ ਹੀ ਹੈ ਜੇ ਪਿੱਛੇ ਦੇ ਪੈਸੇ ਆਉਣਗੇ। ਥੋੜਾ ਹੁਣ ਜਿਹੜਾ ਥੋੜਾ ਪੂੰਜੀ ਵਾਲਾ ਇਹੋ ਜਿਹਾ ਕੰਮ ਕਰ ਲੂ, ਉਹਦਾ ਛੇਤੀ ਫੇਲ ਹੋ ਜੂ। ਅੰਤ ਬੂਬਰ ਪਾਣਿਓ ਮਤ ਆਪ ਹੀ ਮਿਟ ਜਾਹੇਂਗੇ। ਅੰਤ ਬੂਬਰ ਪਾਣਿਓ, ਜਿਵੇਂ ਪਾਣੀ ਦਾ ਬੁਲਬੁਲਾ ਫੁੱਟ ਕੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ, ਆਪੇ ਮਿਟ ਜਾਣਾ ਇਹਨਾਂ ਨੇ ਮੱਤਾਂ ਤੇ। ਪਾਣੀ ਦੇ ਬੁਲਬੁਲਾ ਪੈਦਾ ਹੁੰਦਾ ਨਾ, ਕਿੰਨੀ ਉਮਰ ਹੈ ਬੁਲਬੁਲੇ ਦੀ ਕੋਈ ਨਹੀਂ ਪਤਾ ਕਿੰਨੀ ਉਮਰ। ਅੰਤ ਬੂਬਰ ਪਾਣਿਓ ਮਤ ਆਪ ਹੀ ਮਿਟ ਜਾਹੇਂਗੇ। ਉਹ ਮੱਤਾਂ ਆਪੇ ਹੀ ਮਿਟ ਜਾਣਗੀਆਂ, ਕੋਈ ਉਹਨੂੰ ਭੰਨਣ ਦੀ ਲੋੜ ਨਹੀਂ ਹੁੰਦੀ, ਬੁਲਬੁਲਾ ਆਪੇ ਫੁੱਟ ਜਾਂਦਾ ਪਾਣੀ ਦਾ, ਆਪ ਹੀ ਮਿਟ ਜਾਣਗੇ। ਹਾਂਜੀ। वेद और कतेब के दो दुख कै मत डार हैं। ਦੇਖੋ ਵੇਦ ਨਾਲ ਕਤੇਬ ਨਾਲ ਹੀ ਆਈ ਜਾਂਦਾ। ਇਹ ਜਿਹੜਾ ਵੇਦ ਔਰ ਕਤੇਬ ਦਾ ਫਰਕ ਪਾਇਆ ਅਸਲ ਦੇ ਵਿੱਚ, ਇਹ ਵੇਦ ਵਾਲਿਆਂ ਨੇ ਤਾਂ ਵੇਦ ਛੱਡ ਦਿੱਤੇ ਅਸਲ 'ਚ। ਮੁਸਲਮਾਨਾਂ ਨੇ ਤਾਂ ਵੇਦ ਪੜ੍ਹੇ ਨਹੀਂ। ਕਿਉਂ ਪੜ੍ਹਦੇ ਬਈ? ਕੁਰਾਨ ਪੜ੍ਹਨਾ ਮੁਸਲਮਾਨਾਂ ਦਾ ਕੰਮ ਹੈ, ਸਾਡਾ ਨਹੀਂ ਕੰਮ। ਸਾਡਾ ਗੁਰਬਾਣੀ ਪੜ੍ਹਨਾ ਕੰਮ। ਹੁਣ ਜੇ ਅਸੀਂ ਗੁਰਬਾਣੀ ਪੜ੍ਹੀਏ ਤਾਂ ਵੇਦ ਔਰ ਕਤੇਬ ਅਸੀਂ ਦੋਵੇਂ ਪੜ੍ਹ ਲਏ। ਸਾਨੂੰ ਸਿੱਖਿਆ ਦਿੱਤੀ ਵੇਦ ਵੀ ਭਾਈ ਕਤੇਬ ਨਾਲ ਤੁਸੀਂ ਨਫ਼ਰਤ ਨਾ ਕਰੋ, ਪਰ ਉਹ ਨਫ਼ਰਤ ਕਰਦੇ ਸੀ। ਉਹ ਕਹਿੰਦੇ ਆਖਿਆ ਗਾ ਕੁੱਠਾ ਬੱਕਰਾ ਖਾਣਾ ਜਦ ਕਿਹਾ ਨਾ, ਉਹ ਇਸਲਾਮ ਦੀ ਜਿਹੜੀ ਬੋਲੀ ਹੈ ਇਹਨੂੰ ਕਹਿੰਦੇ ਤੇ ਆਖਿਆ ਇਹ पंडित। ਹਾਂ, ਇਹ ਭਾਖਿਆ ਨਹੀਂ ਬੋਲਣੀ ਹੈ, ਇਹ ਬੋਲੀ ਇਹਦੀ ਸੰਸਕ੍ਰਿਤ ਦੇ ਬਿਨਾਂ ਤੁਸੀਂ ਬੋਲ ਹੀ ਨਹੀਂ ਸਕਦੇ, ਭ੍ਰਸ਼ਟ ਹੋ ਜੂਗੀ ਤੁਹਾਡੀ ਜੀਭ। ਇਹੋ ਜਿਹਾ ਪ੍ਰਚਾਰ ਕਰਤਾ। ਉਹ ਬੋਲੀ ਤਾਂ ਆਪਣੇ ਆਪਣੇ ਦੇਸ਼ ਦੀ ਹੈ, ਬੋਲੀ 'ਚ ਕਿਹਾ ਕੀ ਹੈ, ਸਵਾਲ ਇਹ ਹੈ। ਜੇ ਸੰਸਕ੍ਰਿਤ ਤੁਸੀਂ ਗਾਲਾਂ ਕੱਢੋ ਕਿਸੇ ਨੂੰ, ਚੰਗੀ ਗੱਲ ਹੈ ਭਈ। ਅਰਬੀ ਦੇ ਵਿੱਚ ਤਾਂ ਕਿਸੇ ਦੀ ਗੁਣ ਗਾਇਨ ਕੀਤਾ, ਤਾਰੀਫ ਕੀਤੀ ਹੋਵੇ, ਤੇ ਸੰਸਕ੍ਰਿਤ 'ਚ ਉਹਦੀ ਨਿੰਦਿਆ ਕੀਤੀ ਹੋਵੇ, ਫਿਰ ਸੰਸਕ੍ਰਿਤ ਚੰਗੀ ਹੋ ਗਈ। ਇਹ ਅਰਬੀ 'ਚ ਉਹਨੂੰ ਬੁਰਾ ਭਲਾ ਕਿਹਾ ਹੋਵੇ, ਸੰਸਕ੍ਰਿਤ 'ਚ ਉਹਦੀ ਤਾਰੀਫ ਕੀਤੀ ਹੋਵੇ, ਫਿਰ ਅਰਬੀ ਚੰਗੀ ਹੋ ਗਈ। ਭਾਸ਼ਾ ਦੀ ਕਿਹੜੀ ਗੱਲ ਹੈ? ਕਿਉਂ ਭਾਸ਼ਾ ਦੇ ਮਗਰ ਪਏ ਤੁਸੀਂ? ਵਿਦਵਾਨ ਕੀ ਭਾਸ਼ਾ ਦੀ ਮਗਰ ਪੈਂਦੇ ਨੇ? ਵਿਦਵਾਨ ਜੋ ਹੈ ਅੱਖਰਾਂ ਦੀ, ਜਿਹੜੇ ਸਿਰਫ ਇੱਥੇ ਤੱਕ ਨੇ ਨਾ, ਗਿਆਨ ਤੋਂ ਸਿੱਖਣੇ, ਉਹ ਭਾਸ਼ਾ ਤੇ ਹੀ ਰਹਿੰਦੇ ਹੁੰਦੇ ਨੇ। ਉਹਨਾਂ ਨੇ ਨੌਕਰੀ ਜੋ ਕਰਨੀ ਹੁੰਦੀ ਹੈ। ਗੱਲ ਤਾਂ ਉਹਦੇ 'ਚ ਗੱਲ ਕੀ ਹੈ ਲਿਖੀ ਹੋਈ? ਕਹਿੰਦਾ ਕੀ ਆਦਮੀ ਬਈ ਬੋਲੀ ਅੰਗਰੇਜ਼ੀ 'ਚ ਬੋਲਦਾ ਹੈ, ਜਾਂ ਪੰਜਾਬੀ 'ਚ ਬੋਲਦਾ ਹੈ, ਜਾਂ ਹਿੰਦੀ 'ਚ ਬੋਲਦਾ, ਉਹ ਬੋਲਦਾ ਕੀ ਹੈ? ਸਵਾਲ ਇਹ ਹੈ। ਚੰਗੀ ਗੱਲ ਕਹਿੰਦਾ ਹੈ ਜਾਂ ਮਾੜੀ ਕਹਿੰਦਾ ਹੈ, ਉਲਟੇ ਰਸਤੇ ਪਾਉਂਦਾ ਹੈ, ਸਿੱਧੇ ਰਸਤੇ ਪਾਉਂਦਾ ਹੈ, ਉਹਦਾ ਕੋਈ ਨਹੀਂ। ਇਹ ਇੱਦਾਂ ਦੀ ਜਿਹੜੀ ਨਫ਼ਰਤ ਪੈਦਾ ਕਰਤੀ ਸੀ ਨਾ, ਉਹਨੇ ਅਸੀਂ ਕੁਰਾਨ ਨਾ ਸੁਣੀ ਨਾ ਪੜ੍ਹੀ, ਤੇ ਉਹਨਾਂ ਨੇ ਕਹਿਤਾ ਵੀ ਇਹ ਤਾਂ ਜੀ ਰਾਖਸ਼ ਨੇ ਭਲਾ ਨਫ਼ਰਤ ਪੈਦਾ ਹੋ ਗਈ। ਉਹ ਨਫ਼ਰਤ ਦਾ ਹਿੱਸਾ ਸੀ ਕਿ ਉਹ ਚੜ ਕੇ ਆ ਗਏ, ਉਹਨਾਂ ਨੇ ਇਹਨੂੰ ਹਿੰਦੂ ਕਹਿਤਾ। ਹਿੰਦੂ ਦਾ ਮਤਲਬ ਹੁੰਦਾ ਹੈ ਜਿਹੜਾ ਧਰਮ ਤੋਂ ਭ੍ਰਸ਼ਟ ਹੋਵੇ, ਮੋਟੇ ਤੌਰ ਤੇ। ਧਰਮ ਤੋਂ ਭ੍ਰਸ਼ਟ ਜਿਹੜਾ ਆਦਮੀ ਹੁੰਦਾ ਹੈ, ਉਹਨੂੰ ਕੁਝ ਵੀ ਕਹਿ ਲਓ, ਉਹਦੇ ਸਾਰੇ ਔਗਣੇ ਹੁੰਦੇ ਨੇ, ਕੋਲ ਕੋਈ ਹੁੰਦਾ ਨਹੀਂ।
ਉਹ ਤਾਂ ਇੱਥੇ ਹਮਲੇ ਕਰਨ ਲੱਗ ਗਏ ਇੱਥੇ ਰਾਜ ਹੋ ਗਿਆ ਤੇ ਬੈਰ ਹੋ ਗਿਆ। ਇਹ ਸਭ ਕਿਉਂ ਹੋਇਆ? ਨਾ ਤਾਂ ਉਹਨਾਂ ਨੇ ਕੁਰਾਨ ਦਾ ਹੀ ਇੱਥੇ ਪਾਠ ਪੜਾਇਆ ਕਿਸੇ ਨੂੰ। ਕੀ ਲੋੜ ਸੀ ਰਾਜ ਕਰਨ ਦੀ? ਰਾਜ ਕਰਨ ਦੀ ਲੋੜ ਨਹੀਂ ਸੀ, ਮੈਸੇਜ ਦੇਣ ਦੀ ਲੋੜ ਸੀ। ਰਾਜ ਕਰਦੇ ਰਹੇ, ਮੈਸੇਜ ਦਿੱਤਾ ਜੀ। ਔਰ ਉਹ ਮੈਸੇਜ ਦੇ ਜਿਹੜਾ ਕੁਰਾਨ ਦਾ ਉਹਦੇ ਮੁਤਾਬਕ ਆਪਣਾ ਜੀਵਨ ਨਹੀਂ। ਜੇ ਤੁਹਾਡਾ ਹੀ ਜੀਵਨ ਕੁਰਾਨ ਦੇ ਹਿਸਾਬ ਨਾਲ ਨਹੀਂ ਹੈ ਤੇ ਤੁਸੀਂ ਦੂਜਿਆਂ ਨੂੰ ਮੁਸਲਮਾਨ ਬਣਾ ਕੇ ਗੁਲਾਮ ਬਣਾਉਣ ਆਏ ਹੋ। ਫਿਰ ਇਸ ਕਰਕੇ ਗੁਰੂ ਨਾਨਕ ਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ। ਮੁਸਲਮਾਨ ਮੋਮਦਿਲ ਹੋਵੇ, ਮੁਸਲਮਾਨ ਤਾਂ ਮੋਮਦਿਲ ਹੋਵੇ। ਤੁਸੀਂ ਕਹਿਰ ਕਰਦੇ ਹੋ, ਇਹ ਤਾਂ ਮੁਸਲਮਾਨ ਨਹੀਂ। ਕੱਟੜਵਾਦ ਵਾਸਤੇ ਕੋਈ ਜਗ੍ਹਾ ਨਹੀਂ ਹੈ ਇਸਲਾਮ 'ਚ, ਅਗਿਆਨੀ ਵਾਸਤੇ ਕੋਈ ਜਗ੍ਹਾ ਨਹੀਂ ਇਸਲਾਮ 'ਚ। ਰਹਿਮ ਵਾਸਤੇ ਜਗ੍ਹਾ ਹੈ, ਰਹਿਮ ਦਿਲ। ਜਿਹੜਾ ਰਹਿਮ ਦਿਲ ਹੈ ਉਹ ਕਿਉਂਕਿ ਪਰਮੇਸ਼ਰ ਰਹਿਮ ਦਿਲ ਹੈ, ਉਹ ਜਿਹਾ ਸੁਭਾਅ ਇਸਲਾਮ ਦਾ ਮੁਸਲਮਾਨ ਦਾ ਚਾਹੀਦਾ। ਜੈ ਜਾ ਰੱਬ ਦਾ ਸੁਭਾਅ ਹੈ ਉਹ ਜਿਹਾ ਹੀ ਇਸਲਾਮ ਦੇ ਜਿਹੜਾ ਬੰਦਾ ਹੈ ਉਹ ਮਤਲਬ ਹੈ ਮੁਸਲਮਾਨ ਹੈ। ਜਿਹੜਾ ਈਮਾਨ ਨਹੀਂ ਜਿਹਦਾ ਮੁਸਲਮਾਨ ਕਿਵੇਂ ਹੈ? ਜਿੱਥੇ ਇਮਾਨਦਾਰੀ ਹੈ ਉੱਥੇ ਸਾਰੇ ਗੁਣੇ ਗੁਣ ਨੇ, ਉੱਥੇ ਉਗੜ ਨਹੀਂ ਹੁੰਦਾ ਕੋਈ। ਇੱਥੇ ਸੂਈ ਰੱਖਣੀ ਸੀ ਬਈ ਤੁਹਾਡੀ ਕੁਰਾਨ ਠੀਕ ਹੈ ਪਰ ਕੁਰਾਨ ਤੇ ਤੁਸੀਂ ਚੱਲੋ। ਉਹ ਕਹਿੰਦੇ ਤੁਹਾਡਾ ਵੇਦ ਠੀਕ ਹੈ, ਵੇਦ ਤੇ ਚੱਲੋ, ਗੱਲ ਖਤਮ ਹੋਈ। ਫਿਰ ਤਾਂ ਇੱਕੋ ਨਹੀਂ ਦੋਏ, ਫਿਰ ਨਹੀਂ ਫਰਕ ਹੈ। ਫਰਕ ਹੈ ਅਸੀਂ ਵੇਦ ਮੰਨਾਂਗੇ, ਵੇਦ ਤੇ ਅਸੀਂ ਚੱਲਣਾ ਨਹੀਂ, ਰਾਜ ਸਾਡਾ ਰਹੂਗਾ। ਅਸੀਂ ਸਿੱਖਾਂ ਗੁਰਬਾਣੀ ਨੂੰ ਅਸੀਂ ਮੰਨਣਾ ਨਹੀਂ, ਸਮਝਣਾ ਨਹੀਂ, ਪਰ ਰਾਜ ਸਾਡਾ ਹੋਊਗਾ। ਕਿਉਂ ਰਾਜ ਕਰੇਗਾ? ਖਾਲਸਾ ਅਸੀਂ ਮੰਨਿਆ ਹੋਇਆ, ਸਾਡਾ ਨਾਅਰਾ ਹੈ। ਕੌਣ ਮੰਨੂਗਾ ਤੁਹਾਡੀ ਗੱਲ? ਹੈ ਕੌਣ ਮੰਨੂਗਾ ਇਸ ਗੱਲ ਨੂੰ? ਨਹੀਂ ਮੰਨਣੀ ਕਿਸੇ ਨੇ, ਨਾ ਮੰਨਣ ਵਾਲੀ ਗੱਲੇ ਨਹੀਂ ਹੈ। ਗੁਰਬਾਣੀਆਂ ਨਹੀਂ ਮੰਨਦੀ ਤੁਹਾਡੀ ਇਹ ਗੱਲ। ਇੱਥੋਂ ਆ ਕੇ ਝਗੜਾ ਪੈਦਾ ਹੁੰਦਾ। ਜੇ ਤੁਸੀਂ ਮੈਸੇਜ ਦੇਵੋ ਧਰਮ ਦਾ ਫਿਰ ਕੋਈ ਝਗੜਾ ਨਹੀਂ। ਭਾਈ ਰਾਜ ਕੋਈ ਕਰੋ ਪਰ ਇਮਾਨਦਾਰੀ ਦਾ ਕਰੋ। ਦੇਖੋ ਭਲਾ ਕੋਈ ਕਰੂਗਾ? ਭੱਜਣਗੇ ਸਾਰੇ ਰਾਜ ਤੇ, ਸਾਰੇ ਭੱਜਣਗੇ। ਰਾਜ ਕਿਸੇ ਨੇ ਵੀ ਨਹੀਂ ਕਰਨਾ। ਇਮਾਨਦਾਰੀ ਦਾ ਕਰੋ। ਇਮਾਨਦਾਰੀ ਦਾ ਰਾਜ ਕਰਨਾ ਬਹੁਤ ਔਖਾ ਹੈ। ਇਮਾਨਦਾਰੀ ਵਾਲੀ ਕੁਰਸੀ ਤੇ ਬੈਠਣਾ ਬਹੁਤ ਔਖਾ ਹੈ। ਦੂਏ ਦਾ ਚਾਹੇ ਬੇਈਮਾਨੀ ਕਰੀ ਜਾਣ, ਉਹਦਾ ਕਰ ਸਕਦਾ ਨਹੀਂ ਨਾ। ਉਹਦੇ ਆਲੇ ਦੁਆਲੇ ਤਾਂ ਹੋਰ ਖੜੇ ਹੁੰਦੇ ਨੇ ਬਹੁਤ, ਉਹਨੂੰ ਬਹੁਤ ਔਖਾ ਹੈ। ਉਹਦੇ ਆਲੇ ਦੁਆਲੇ ਤਾਂ ਹੁਣ PM ਦੇ ਆਲੇ ਦੁਆਲੇ ਤਾਂ ਸਾਰੇ ਹਰ ਵਕਤ ਪਹਿਰੇ ਰਹਿੰਦੇ ਨੇ। ਕਿਹਦੇ ਨਾਲ ਗੱਲ? ਉਹ ਤਾਂ ਜਿਹੜਾ ਗੱਲ ਵੀ ਕਰੂ ਪਹਿਲਾਂ ਹੋਰ ਤੇ ਲੈ ਕੇ ਆਊ। ਟਾਈਮ ਦੇਣ ਵਾਲੇ ਹੋਰ ਨੇ। ਉਹ ਆਪਣੀ ਮਰਜ਼ੀ ਨਾਲ ਤਾਂ ਕਿਸੇ ਨਾਲ ਲੋਕ ਗੱਲੇ ਨਹੀਂ ਕਰ ਸਕਦਾ। ਹਾਂਜੀ। वेद और कतेब के दो दुख कै मत डार हैं। वेद और कतेब ਦੇ ਜਿਹੜੇ ਮਤ ਨੇ ਇਹਨਾਂ ਨੂੰ ਦੋਏ ਨੂੰ ਛੱਡ ਦੇਣਗੇ ਲੋਕ। ਜਦੋਂ ਹੁਣ ਘਰ ਘਰ ਮਤ ਹੋ ਜੂ। ਮਤਾਂ ਇੰਨੀਆਂ ਪੈਦਾ ਕਿਉਂ ਹੋਈਆਂ? ਆਪਣੀ ਆਪਣੀ ਮਤ ਹੈ ਅਸਲ 'ਚ। ਆਪਣੀ ਆਪਣੀ ਮੁੱਦ ਮਗਰ ਚੱਲਦੇ ਨੇ। ਆਪਣੀ ਆਪਣੀ ਮਤ ਹੋ ਗਈ, ਕਿਸੇ ਦੀ ਮਤ ਨੂੰ ਕੋਈ ਨਹੀਂ ਮੰਨਦਾ। ਉਹ ਜਿਹੜੀ ਵੇਦ ਦੀ ਔਰ ਕਤੇਬ ਦੀ ਉਹ ਵੀ ਕਿਸੇ ਦੀ ਮਤ ਹੋ ਗਈ, ਆਪਣੀ ਨਹੀਂ ਹੈ। ਜਿਹੋ ਜਿਹਾ ਕਿਸੇ ਦਾ ਮਨ ਮੰਨਦਾ ਉਹੀ ਜਿਹੀ ਮਤ ਬਣਾ ਲਈ। ਅੰਤਰਾਤਮਾ ਦੀ ਆਵਾਜ਼ ਨੂੰ ਸਭ ਭੁੱਲ ਗਏ, ਭੁਲਾਤੀ ਸਭ। ਹੋ ਜੀ। हित अपने तेह ठौर भीतर जंतर मंत्र उचार है। ਜਿਹੜੇ ਜੰਤਰ ਮੰਤਰ ਉਚਾਰਦੇ ਨੇ ਆਪਣੇ ਫਾਇਦੇ ਖਾਤਰ, हित अपने ते ਆਪਣੇ ਹਿੱਤ ਖਾਤਰ। ਦੂਏ ਦਾ ਚਾਹੇ ਨੁਕਸਾਨ ਹੋ ਜਾਏ, ਦੂਏ ਦੇ ਘਰਾਂ 'ਚ ਕੋਈ ਚੀਜ਼ਾਂ ਬਣਾ ਕੇ ਸੁੱਟ ਦੇਣੀਆਂ। ਕਿਤੇ ਜੰਤਰ ਤਵੀਤ ਬਣਾ ਲਿਆ, ਸਾਡਾ ਕੰਮ ਠੀਕ ਹੋ ਜਾਵੇ। ਦੂਏ ਦਾ ਨੁਕਸਾਨ ਚਾਹੇ ਹੋ ਜਾਵੇ। ਆ ਜਿਹੜੇ ਦੂਏ ਛੋਟੇ ਬੱਚਿਆਂ ਦਾ ਕਰਦੇ ਨਹੀਂ, ਉਹ ਖੂਨ ਲਿਆਓ, ਇਹਨੂੰ ਮਾਰ ਦੋ, ਤੇਰੇ ਔਲਾਦ ਹੋ ਜੂ। ਉਹ ਜੰਤਰ ਮੰਤਰ ਇਹੋ ਜਿਹੀ ਗੱਲ ਹੈ ਕਰਦੇ। ਇਹ ਜੰਤਰ ਮੰਤਰ ਵਾਲੇ ਵੀ ਹੋ ਜਾਣਗੇ। ਇਹ ਥਰਮਣ ਵੇਦ ਵਾਲੇ ਨੇ ਜਿਹੜੇ, ਉਹ ਸਕਰੀਨ ਹੋ ਜਾਂਦੇ ਹੁੰਦੇ ਨੇ। ਫਿਰ ਜਦੋਂ ਮਤ ਕਮਜ਼ੋਰ ਹੋ ਜਾਂਦੀ ਹੈ ਨਾ ਸੱਚ ਦੀ, ਇਹ ਸਾਰੇ ਆ ਜਿਹੜੇ ਹੁੰਦੇ ਨੇ ਸਾਰੇ
ਪੁੱਛੇ ਵਾਲੇ ਤੇ ਵੇਚਣ ਵਾਲੇ ਰੁਦਰਾਖ ਵਗੈਰਾ ਇਹ ਸਭ ਸਕਰੀ ਹੋ ਜਾਂਦੇ ਨੇ ਉਦੋਂ ਜਦੋਂ ਸੱਚ ਕਮਜ਼ੋਰ ਹੁੰਦਾ, ਜਦੋਂ ਇਹ ਸਿਰ ਚੁੱਕਦੇ ਨੇ ਸਾਰੇ। ਅੱਜ ਜਿਹੜੇ ਰੋਜ਼ ਆਉਂਦੇ ਨੇ ਮੁਸਲਮਾਨਾਂ ਦੇ ਆਉਂਦੇ ਨੇ ਐਡਾਂ ਆਉਂਦੀਆਂ ਅਖਬਾਰ 'ਚ ਰੋਜ਼ ਝੂਠ ਦੀਆਂ, ਇਹ ਜਦੋਂ ਸਕਰੀ ਹੁੰਦੇ ਨੇ ਇਹ ਉਹ ਬੋਲਦੇ ਨਹੀਂ ਕਿਉਂਕਿ ਗਵਰਨਮੈਂਟ ਨੇ ਜੋ ਆਜ਼ਾਦੀ ਬੋਲਣ ਦੀ ਦਿੱਤੀ ਉਹਦਾ ਨਤੀਜਾ ਹੁਣ ਮੁਖ ਭੇਦ ਔਰ ਕਤੇਬ ਕੇ ਕੋਈ ਨਾਮ ਲੇਵ ਨਾ ਦੇहेंगे। ਮੁਖ ਭੇਦ ਔਰ ਕਤੇਬ ਕੇ ਕੋਈ ਨਾਮ ਲੇਵ ਨਾ ਦੇहेंगे, ਨਾ ਕੋਈ ਇਹਦਾ ਗਿਆਨ ਦਊਗਾ ਨਾ ਕੋਈ ਲਊਗਾ। ਕੁਰਾਨ ਦੀ ਗੱਲ ਠੱਪ, ਵੇਦ ਦੀ ਗੱਲ ਨਾ ਤਾਂ ਕੁਰਾਨ ਦੀ ਗੱਲ ਕੋਈ ਸੁਣੂਗਾ ਨਾ ਕੋਈ ਕਰੂਗਾ। ਜੋ ਕੁਰਾਨ ਦਾ ਸਹੀ ਗਿਆਨ ਹੈ ਉਹਦਾ ਨਹੀਂ ਕੋਈ ਗਾਹਕ ਰਹੂਗਾ, ਨਾ ਕੋਈ ਵੇਦ ਦੀ ਗੱਲ ਸੁਣੂਗਾ। ਗੁਰਬਾਣੀ ਵੀ ਵੇਦ ਦੀ ਉਹ ਗੱਲ ਹੈ ਨਾ, ਗੁਰਬਾਣੀ ਦਾ ਜੋ ਅਸਲੀ ਗਿਆਨ ਹੈ ਨਾ ਸੱਚ, ਨਾ ਉਹਦੀ ਕੋਈ ਗੱਲ ਕਰੂਗਾ, ਉਹਦੀ ਗੱਲ ਕਰੂਗੀ। ਗੁਰਬਾਣੀ ਦਾ ਵੇਦ ਦੀ ਉਹ ਗੱਲ ਕਰ ਰਹੀ ਹੈ, ਉਹਦਾ ਭਾਸ਼ਾ ਦਾ ਹੀ ਫਰਕ ਹੈ, ਗੱਲ ਤਾਂ ਉਹੀ ਹੈ। ਕਿਸੂ ਨਾ ਕੌਟੀ ਜੇ ਵੇਦ ਦੀ ਗੱਲ ਨਾ ਹੁੰਦੀ ਤਾਂ ਕਦੇ ਵਾਲੇ ਦੇ ਅਧੀਨ ਨਹੀਂ ਸੀ ਆਉਂਦੇ, ਗੁਰੂ ਨਾਨਕ ਗੁਰੂ ਪੀਰ ਨਹੀਂ ਸੀ ਮੰਨਦੇ। ਦੇਖੋ ਗੁਰੂ ਨਾਨਕ ਗੁਰੂ ਪੀਰ ਕਿਉਂ ਮੰਨਿਆ ਮੁਸਲਮਾਨਾਂ ਨੇ, ਗੁਰੂ ਘਰ ਨੂੰ ਕਿਉਂ ਮੰਨਿਆ? ਉਹਨਾਂ ਕੋਲ ਵੇਦ ਸੀ, ਤੁਹਾਨੂੰ ਕਿਉਂ ਨਹੀਂ ਮੰਨਿਆ? ਤੁਹਾਡੇ ਮੰਦਰ ਢਾਤੇ ਇਹ ਰੌਲਾ ਪਾਉਂਦੇ ਹੋ, ਕਿਉਂ ਢਾਹੇ? ਠੀਕ ਢਾਹੇ ਉਹਨਾਂ ਨੇ ਮੰਦਰ, ਤੁਸੀਂ ਵੇਦ ਕਿਉਂ ਛੱਡਿਆ? ਵੇਦ ਕਹਿੰਦਾ ਇਜਾਜ਼ਤ ਦਿੰਦਾ ਵੇਦ ਮੂਰਤੀ ਪੂਜਾ ਦੀ। ਨਾਨਕ ਕੋ ਵੇਦ ਸੀ, ਨਾਨਕ ਕੋ ਵੇਦ ਹੈ, ਨਾਨਕ ਦੇ ਥੱਲੇ ਲੱਗੇ ਨੇ, ਉਹ ਨੀਵੇਂ ਹੋਏ ਨੇ ਨਾਨਕ ਦੇ ਮੂਹਰੇ। ਤੁਸੀਂ ਵੇਦ ਛੱਡੇ ਜੇ ਤਾਂ ਤੁਹਾਡੇ ਨਾਲ ਹੋਇਆ। ਵੇਦ ਇਜਾਜ਼ਤ ਨਹੀਂ ਦਿੰਦਾ ਜਿਹੜੀ ਗੱਲ ਦੀ, ਤੁਸੀਂ ਕਿਉਂ ਕੀਤਾ? ਤੁਹਾਡਾ ਹੀ ਧਰਮ ਜਿਹੜੀ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਤੁਸੀਂ ਕਿਉਂ ਕੀਤਾ? ਮੰਦਰ ਬਣਾਏ ਕਿਉਂ ਮੰਦਰ ਬਣਾਏ ਤੁਸੀਂ? ਕਿਉਂ ਮੂਰਤੀ ਪੂਜਾ ਕੀਤੀ? ਕੀ ਲੋੜ ਸੀ? ਕੀ ਫਾਇਦਾ ਹੋਇਆ ਪਬਲਿਕ ਨੂੰ ਇਹਦਾ? ਅੱਜ ਦੇਖੋ ਫਿਰ ਕੀ ਹੈ, ਕਿੰਨੇ 100 ਸਾਲ ਗੁਲਾਮ ਕੀਤਾ ਤੁਸੀਂ ਹਿੰਦੁਸਤਾਨ ਨੂੰ। ਉੱਥੇ ਮੂਰਤੀ ਬਣਾਈ, ਥੱਲੇ ਮੈਗਨੇਟ ਲਾਇਆ, ਛੱਤ 'ਚ ਮੈਗਨੇਟ ਲਾਇਆ, ਮੂਰਤੀ ਵਿਚਾਲੇ ਖੜੀ ਕੀਤੀ, ਪ੍ਰਚਾਰ ਕੀਤਾ ਵੀ ਪਰਮੇਸ਼ਰ ਦੀ ਤਾਕਤ ਨਾਲ ਖੜੀ ਹੈ ਸੋਮਨਾਥ ਦੇ ਮੰਦਰ ਤੇ। ਉਹਨਾਂ ਨੇ ਕਿਹਾ ਠੱਗੀ ਹੈ ਧਰਮ ਦੇ ਨਾਂ ਤੇ। ਉਹਨਾਂ ਨੇ ਆ ਕੇ ਗੁੰਬਦ ਜਿਹਾ ਢਾਹਿਆ, ਮੂਰਤੀ ਥੱਲੇ ਡਿੱਪੀ। ਕਿਉਂ ਇਹੋ ਜਿਹੇ ਸਟੰਟ ਤੁਸੀਂ ਕੀਤੇ ਧਰਮ ਦੇ ਨਾਂ ਤੇ? ਜਦ ਤੁਸੀਂ ਧਰਮ ਦੇ ਨਾਂ ਤੇ ਬਲੈਕਮੇਲ ਕਰਦੇ ਹੋ ਪਬਲਿਕ ਨੂੰ, ਤੇ ਫਿਰ ਹਸ਼ਰ ਕੀ ਹੋਣਾ ਸੀ? ਹੁਣ ਉੱਥੇ ਖੋਦਿਆ ਯੁੱਧਿਆ, ਕੁਛ ਵੀ ਨਹੀਂ ਨਿਕਲਿਆ ਉੱਥੇ ਰਾਮਚੰਦਰ ਦਾ। ਬੁੱਧ ਦੀਆਂ ਮੂਰਤੀਆਂ ਨਿਕਲੀਆਂ ਥੱਲੇ। ਕਿਉਂ ਝੂਠ ਬੋਲਦੇ ਹੋ ਜਗ੍ਹਾ ਜਗ੍ਹਾ? ਸਾਰਾ ਕੁਝ ਝੂਠ ਤੇ ਖੜਾ ਹੈ। ਝੂਠ ਨਾਲ ਬੇੜਾ ਪਾਰ ਨਹੀਂ ਹੋਣਾ ਹੈ, ਬੇੜਾ ਸੱਚ ਨਾਲ ਪਾਰ ਹੋਣਾ। ਸੱਚ ਤੋਂ ਹੀ ਛੱਡੀ ਖੜੇ ਹੋ। ਸੱਚ ਨੂੰ ਛੱਡੇ ਧਰਮ ਨਹੀਂ ਹੁੰਦਾ, ਸੱਚ ਨੂੰ ਛੱਡੇ ਤਾਂ ਧਰਮ ਹੁੰਦਾ। ਸੱਚ ਛੱਡ ਦੇਣਾ ਧਰਮ। ਜਿਹੜੇ ਰਾਵਣ ਦੇ ਹੱਕ 'ਚ ਖੜੇ ਹੋਏ ਨੇ ਬੰਦੇ, ਉਹ ਕਾਹਦੇ ਹੋਏ ਨੇ? ਹਿੰਦੁਸਤਾਨ ਦੇ ਹੀ ਬੰਦੇ ਨੇ। ਉਹ ਬੈਠ ਕੇ ਉਹਨਾਂ ਨਾਲ ਕਰੋ ਗੱਲ, ਫਿਰ ਪਤਾ ਲੱਗੂਗਾ ਵੀ ਅਸਲੀ ਕੌਣ ਹੈ। ਬੈਠ ਕੇ ਕਰੋ ਨਾ ਗੱਲ। ਹਿੰਦੁਸਤਾਨ ਦੇ ਬੰਦੇ ਨੇ ਉਹ। ਇੱਕ ਪਾਸੇ ਕਹਿੰਦੇ 4 ਵੇਦ ਦਾ ਗਿਆਤ ਹੈ ਉਹ। ਰਾਮਚੰਦਰ ਕਹਿੰਦਾ ਤਾਂ ਲਛਮਣ ਨੂੰ ਵੀ ਕੋਈ ਸਿੱਖਿਆ ਲੈ ਲੈ। ਦੂਜੇ ਪਾਸੇ ਉਹਨੂੰ ਕਹਿੰਦੇ ਰਾਖਸ਼ ਹੈ, ਤਾਂ ਵੇਦ ਪੜ੍ਹਨੇ ਵਾਲੇ ਰਾਖਸ਼ ਨੇ, ਇਹਦਾ ਮਤਲਬ ਹੈ ਵੇਦ ਪੜ੍ਹਨੇ ਵਾਲੇ ਰਾਖਸ਼ ਨੇ ਨਾ। ਬਲੈਕਮੇਲ ਕਰਨ ਵਾਲੇ ਦੇਵਤੇ ਨੇ, ਧਰਮ ਦੇ ਨਾਂ ਤੇ ਬਲੈਕਮੇਲ ਕਰਨ ਵਾਲੇ ਦੇਵਤੇ ਨੇ। ਔਰ ਧਰਮ ਦਾ ਜਿਹੜਾ ਅਸਲੀ ਪ੍ਰਚਾਰ ਕਰਨਾ ਉਹ ਰਾਖਸ਼ ਹੈ। ਤੇ ਤੁਹਾਡਾ ਹਸ਼ਰ ਕੀ ਹੋਣਾ ਸੀ? ਹਸ਼ਰ ਹੋਣਾ ਸੀ ਗੁਲਾਮੀ। ਹਸ਼ਰ ਗੁਲਾਮੀ ਹੋਣਾ ਸੀ। ਇਹ ਹੁਣ ਵੀ ਨਹੀਂ ਸਮਝਦੇ, ਹੁਣ ਵੀ ਪਤਾ ਤੁਹਾਨੂੰ ਕੋਈ ਵਰਡ ਦੇ ਵਿੱਚ ਪਸੰਦ ਨਹੀਂ ਕਰਦਾ। ਤੁਹਾਡੇ ਆਪਣੇ ਹੀ ਨਹੀਂ ਸਾਡੇ ਬੰਦੇ ਇੱਥੇ ਪਸੰਦ ਕਰਦੇ। ਕਿੰਨੇ ਬੰਦੇ ਨੇ? ਕਿਉਂ ਨਹੀਂ RSS, ਕਿਉਂ ਨਹੀਂ ਬਾਕੀ ਕੋਈ ਸਿਆਸੀ ਪਾਰਟੀ ਇਹਨਾਂ ਨੇ ਜੁਆਇਨ ਕਰਦੀ ਆ ਕੇ? ਕਿਉਂ ਨਹੀਂ ਕਰਦੀ? ਇਹ ਤਾਂ ਸੋਚਣ ਵੀ ਸਾਡੇ ਹੀ ਬੰਦੇ ਨੇ, ਕੋਈ ਬਗਾਨੇ ਤਾਂ ਹੈ ਨਹੀਂ। ਉਹ ਵੀ ਸਾਰੇ ਹਿੰਦੂ ਨੇ। ਕਿਉਂ ਤੁਹਾਨੂੰ ਮੰਨੀ ਬੈਠੇ ਨੇ ਅਛੂਤ? ਕੋਈ ਤਾਂ ਗੱਲ ਹੈ। ਉਹ ਜਿਹੜੀ ਗੱਲ ਹੈਗੀ ਉਹ ਹਟਾ ਦਿਓ, ਉਹ ਗੱਲੇ ਹਟਾ ਦਿਓ।
ਕ੍ਰਿਸ਼ਨ ਕੁਛ ਕਹਿੰਦਾ ਹੈ, ਗੀਤਾ ਕੁਛ ਕਹਿੰਦੀ ਹੈ, ਉਹਨੂੰ ਰਲਾ ਕੇ ਪੇਸ਼ ਕਰੀ ਜਾਂਦੇ ਹੋ ਤੁਸੀਂ। ਹੋਰ ਕਿਤੇ ਕੋਈ ਪੜ੍ਹਿਆ ਲਿਖਿਆ ਹੀ ਨਹੀਂ ਹੈ, ਤੁਸੀਂ ਜ਼ਿਆਦਾ ਧਾਰਮਿਕ ਹੋ। ਕਿਸੂ ਨਾ ਕੌਡੀ ਪੁੰਨ ਤੇ ਕਬੂ ਨਾ ਕਿਉਂ ਹੀ ਦੇਹਂਗੇ। ਕਿਸੂ ਨਾ ਕੌਡੀ ਪੁੰਨ ਤੇ, ਕੌਡੀ ਵੀ ਨਹੀਂ ਦੇਣੀ ਪੁੰਨ ਤੇ ਤੋਂ ਕਿਸੇ ਨੇ। ਆਦਮੀ ਨੂੰ ਨਹੀਂ ਦੇਣੀ ਕੌਡੀ, ਮੂਰਤੀ ਤੇ ਚੜਾਇਆ ਹੋਣਗੇ ਜਾ ਕੇ ਕਰੋੜ ਰੁਪਈਆ। ਉਹ ਗਰੀਬ ਨੂੰ ਨਹੀਂ ਦੇ ਸਕਦੇ। ਅਮਿਤਾਭ ਬੱਚਨ ਵਰਗੇ ਉੱਥੇ ਕਰੋੜਾਂ ਰੁਪਈਆ ਚੜਾਏ ਹੁੰਦੇ ਨੇ ਜਾ ਕੇ। ਆਹੋ, ਉਹ ਜਿਹੜੇ ਗਰੀਬ ਨੇ ਨਾ ਮਹਾਰਾਸ਼ਟਰ 'ਚ, ਉਹਨਾਂ ਨੂੰ ਨਹੀਂ ਦੇ ਸਕਦਾ। ਉੱਥੇ ਪਏ ਕੋਈ ਲੋਕ ਮਰ ਜਾਣ, ਦਵਾਈ ਦੇ ਬਿਨਾਂ ਮਰ ਜਾਣ, ਪਏ ਮਰ ਜਾਣ, ਉਹਨੂੰ ਕੋਈ ਮਤਲਬ ਨਹੀਂ ਹੈ ਉੱਥੇ। ਕਿਉਂਕਿ ਉੱਥੇ ਟੀਵੀ 'ਚ ਆ ਜਾਣ, ਅਖਬਾਰਾਂ 'ਚ ਆ ਜਾਣ। ਉਹਨੂੰ ਤਾਂ ਦੁਨਿਆਵੀ ਸੋਭਾ ਚਾਹੀਦੀ ਹੈ ਨਾ। ਕਿਸੂ ਨਾ ਕੌਡੀ ਪੁੰਨ ਤੇ ਕਬੂ ਨਾ ਕਿਉਂ ਹੀ ਦੇਹਂਗੇ। ਜਿੱਧਰ ਕੋਈ ਜ਼ਿਆਦਾ ਪੈਸੇ ਨੇ ਤਾਂ ਗਰੀਬ ਨੇ, ਉਹਨਾਂ ਨੂੰ ਖਰਚ ਕਰਦੇ। ਆਪਣੇ ਹੱਥ ਨਾਲ ਕਰਦੇ ਨੇ ਖਰਚ। ਉੱਥੇ ਤਾਂ ਕਰੋੜਾਂ ਰੁਪਏ ਚੜਾ ਦੇਣ। ਕੀ ਉਹਦਾ ਹੈ ਨਾ, ਉਹਦਾ ਐਡ ਆ ਜਾਂਦੀ ਹੈ, ਉਹਦੇ 'ਚ ਪਤਾ ਲੱਗ ਜਾਂਦਾ। ਇਹ ਹੰਕਾਰ ਹੈ ਇਹਦੇ ਪਿੱਛੇ, ਪੁੰਨ ਨਹੀਂ ਹੈਗਾ। ਪਾਪ ਕਰਮ ਕਰੈ ਜਹਾਂ ਤਹਾਂ ਧਰਮ ਕਰਮ ਵਿਸਾਰ ਕੈ। ਇਹ ਪੈਸਾ ਕਿੱਥੋਂ ਆਇਆ? ਉਹ ਜਿਹੜਾ ਉੱਥੇ ਕਰੋੜ ਰੁਪਇਆ ਦਿੱਤਾ, ਜੇ ਕਮਾਇਆ ਹੁੰਦਾ ਨਾ, ਵੀ ਰਿਕਸ਼ਾ ਚਲਾ ਕੇ ਫਿਰ ਦੇ ਦਿੱਤਾ, ਇਹ ਚੰਗੀ ਤਰ੍ਹਾਂ ਕਮਾਇਆ ਹੁੰਦਾ ਨਾ, ਖੂਨ ਪਸੀਨਾ ਕਰਕੇ, ਫਿਰ ਪਤਾ ਲੱਗ ਜਾਂਦਾ ਵੀ ਕਿਵੇਂ ਦੇਈਦਾ ਹੁੰਦਾ। ਪਾਪ ਕਰਮ ਕਰੇ ਜਹਾਂ ਤਹਾਂ ਧਰਮ ਕਰਮ ਵਿਸਾਰ ਕੈ। ਜਿੱਥੇ ਜਿੱਥੇ ਹੋਣਗੇ ਪਾਪ ਦੇ ਕੰਮ ਹੋਣਗੇ, ਧਰਮ ਕਰਮ ਵਿਸਾਰਿਆ ਜਾਊਗਾ। ਧਰਮ ਕਰਮ ਵਿਸਾਰ ਕੇ ਪਾਪ ਕਰਮ ਹੋਣਗੇ। ਨਹੀਂ ਦਰਬ ਦੇਖਤ ਛੋੜ ਹੈ ਲੈ ਪੁੱਤਰ ਮਿੱਤਰ ਸੰਘਾਰ ਕੈ। ਨਹੀਂ ਦਰਬ ਦੇਖਤ ਛੋੜ ਹੈ। ਨਹੀਂ ਦਰਬ ਦੇਖਤ ਛੋੜ ਹੈ। ਜੇ ਕਿਤੇ ਪਤਾ ਲੱਗ ਗਿਆ ਨਾ ਵੀ ਪੈਸਾ, ਚਾਹੇ ਪੁੱਤਰ ਹੋਵੇ ਉਹਦਾ, ਚਾਹੇ ਮਿੱਤਰ ਹੋਵੇ, ਉਹਨੂੰ ਮਾਰ ਕੇ ਵੀ ਲੈ ਲੈਣਗੇ ਪੈਸਾ। ਲੈ ਪੁੱਤਰ ਮਿੱਤਰ ਸੰਘਾਰ ਕੈ। ਮਿੱਤਰ ਦੇ ਪੁੱਤਰਾਂ ਨੂੰ ਮਾਰ ਕੇ ਵੀ, ਆਪਣੇ ਪੁੱਤਰ ਦੀ ਨਹੀਂ ਗੱਲ ਹੈ। ਅੱਛਾ, ਪੁੱਤਰ ਮਿੱਤਰ ਮਿੱਤਰ ਦੇ ਪੁੱਤਰ ਦੀ ਗੱਲ ਹੈ। ਆਪਣਾ ਪੁੱਤਰ ਕੌਣ ਮਾਰਦਾ ਹੁੰਦਾ? ਦੇਣਾ ਕਿਹਨੇ ਆਪਣੇ ਪੁੱਤਰ ਨੂੰ ਮਾਰ ਕੇ? ਦੇਣਾ ਕਿਹਨੂੰ ਹੈ ਫਿਰ ਦੇਣਾ ਕਿਹਨੂੰ ਹੈ? ਪੁੱਤਰ ਮਿੱਤਰ ਸੰਘਾਰ ਕੈ। ਪੁੱਤਰ ਮਿੱਤਰ ਦਾ ਪੁੱਤਰ ਜਿਹੜਾ ਹੈ ਨਾ, ਉਹਨੂੰ ਮਾਰ ਕੇ ਵੀ ਪੈਸਾ ਲੈ। ਹੁਣ ਕੀ ਹੋਇਆ ਉੱਥੇ? ਉਹ ਨਾਮਧਾਰੀਆਂ ਨੇ ਕੀ ਕੀਤਾ? ਉਹਦੇ ਨਾਲ ਇਕੱਠਾ ਸੀ ਨਾ, ਪੌਂਡੀ ਨੇ ਚੱਡੇ ਨਾ, ਵੀ ਜੇ ਪੌਂਡੀ ਮਰ ਗਿਆ ਬਿਜ਼ਨਸ ਮੇਰੇ ਹੱਥ 'ਚ ਆ ਜਾਊਗਾ। ਨਿਆਣੇ ਤਾਂ ਉਹਦੇ ਛੋਟੇ ਨੇ। ਜੋ ਗੱਲ ਸੱਚੀ ਹੈ, ਅਖਬਾਰਾਂ ਦੇ ਹਿਸਾਬ ਨਾਲ ਵੀ ਜੋ ਗੱਲ ਸੱਚੀ ਹੈ, ਉਹਨੇ ਮਾਰਿਆ ਹੈ, ਫਿਰ ਇਹੀ ਹੋਇਆ ਹੋਊਗਾ। ਉਹ ਤਾਂ ਮਿੱਤਰ ਸੀ ਉਹਦਾ। ਵਾਹ ਇਹ ਜਾ ਕੁਛ। ਏਕ ਨੇਕ ਉਠਾਏ ਹੈ ਮਤ ਭਿੰਨ ਭਿੰਨ ਦਿਨ ਦਿਨਾ। एक एक अठाए हैं मत। एक नेक उठाए हैं मत भिन्न भिन्न दिन दिना। हाँ हाँ, एक तो अनेक। अच्छा, एक अनेक उठाए हैं मत। एक तो अनेका मत्तां पैदा हो जाणगियां है, एक मत नहीं रहनी। भिन्न भिन्न एक मत असल च इक्को ही है शुरू ते ही। मत इक्को ही है शुरू ते ही। हुक्म है परमेश्वर का, यही मत है, यही चली आई है। 84 लाख जून च इक्को ही मत चली है। आदमी की जून च मत्तां वधियां ने, होर दसो कित्थे वधिए? वो हुक्म जे चलदी है सृष्टि, सारी सृष्टि हुक्म मंदी है सवाए आदमी ते। इत्थे आ के बेड़ा गर्क हुंदा इहदा, कायनात दा बादशाह बन गया। पिछों एक ही चली आउंदी है मत, दूई है ही नहीं। इस करके पिछे रुकावट भी नहीं किते आई, इत्थों ही डिगदा है खूह च। फिर बड़ा कलाकार बन के सियाणा जो बन जाता ज्यादा। रब दा आप बना लिया उन्हें, मूर्ति बना के रब बना लिया अपने मतलब का। पैसे ਉਹਦੇ ਨਾਲ ਉਹਦੇ ਚੱਕਦਾ ਆਪ ਹੈ। ਰਾਮ ਦਾ ਖਿਡੌਣਾ ਬਣਾ ਲਿਆ ਇਹਨਾਂ ਨੇ। ਜੇ ਕੱਪੜੇ ਮਰਜ਼ੀ ਪਾ ਦੇਣ, ਜੋ ਭੋਗ ਮਰਜ਼ੀ ਇਹਨਾਂ ਦੀ ਮਰਜ਼ੀ ਉਹ ਲਾ। ਜਿਹੜਾ ਮੈਨੂੰ ਚੰਗਾ ਲੱਗਦਾ ਮੈਂ ਭੋਗ ਉਹ ਲਾਉਣਾ। ਉਹਨੇ ਖਾਣਾ ਕਿ ਨਹੀਂ ਖਾਣਾ ਮੈਂ ਉਹਨੂੰ ਪੁੱਛਿਆ, ਉਹ ਖਾਂਦਾ ਗਾ।
ਆਪਣੀ ਮਰਜ਼ੀ ਦੀਆਂ ਮਤਾਂ ਨੇ ਇਹ। ਏਕ ਅਨੇਕ ਉਠਾਏ ਹੈ ਮਤ, ਭਿੰਨ ਏਕ ਅਨੇਕ ਉਠਾਏ ਹੈ ਮਤ, ਭਿੰਨ ਭਿੰਨ ਦਿਨ ਦਿਨਾ, ਇੱਕ ਮਤਾਂ ਤੇ ਅਨੇਕਾਂ ਹੀ ਮਤਾਂ ਬਣਾ ਲੀਆਂ। ਭਿੰਨ ਭਿੰਨ ਦਿਨ ਦਿਨਾ, ਭਿੰਨ ਭਿੰਨ ਦਿਨੋਂ ਦਿਨ ਵਧੀ ਜਾ ਰਹੀਆਂ ਨੇ ਅੱਡ ਅੱਡ। ਉਹ ਜੀਵਨ ਜਾਨ ਵਾਲੇ ਸੰਤ ਬਣੇ ਫਿਰਦੇ ਨੇ। ਇਹ ਸੰਤ ਦਾ ਕੀ ਮਤਲਬ ਹੈ ਜੀਵਨ ਜਾਨ ਵਾਲਾ? ਇਹ ਸੰਤ ਹੁੰਦੇ ਨੇ, ਧਰਮ ਦਾ ਕੰਮ ਹੈ ਜੀਵਨ ਜਾਨ ਚ। ਉਹ ਜੀਵਨ ਜਾਨ ਸਭ ਨੂੰ ਆਉਂਦੀ ਹੈ, ਜਾਨਵਰਾਂ ਨੂੰ ਵੀ ਆਉਂਦੀ ਹੈ। ਮਰਨ ਜਾਨ ਸਿਖਾਉਂਦੇ ਫਿਰ ਪਤਾ ਲੱਗਦਾ। ਜੀਵਨ ਜਾਨ ਸਿਖਾਉਂਦੇ ਨੇ। ਜੀਵਨ ਜਾਨ ਕਿਹਨੂੰ ਨਹੀਂ ਆਉਂਦੀ? ਜਾਨਵਰਾਂ ਨੂੰ ਵੀ ਆਉਂਦੀ ਹੈ। ਨਹੀਂ ਆਉਂਦੀ ਤਾਂ ਮਰਨ ਜਾਲ ਚ ਨਹੀਂ ਆਉਂਦੀ ਸੰਸਾਰ ਨੂੰ। ਮਰਤਾ ਮਰਤਾ ਜਗ ਮੂੰਹ ਹਾਂ, ਮਰ ਵੀ ਨਾ ਜਾਣਿਆ ਕੋਈ। ਉਹ ਮਰਨ ਜਾਨ ਚ ਸਿਖਾਓ, ਤੁਸੀਂ ਜੀਵਨ ਜਾਨ ਸਿਖਾਉਣ ਲੱਗੇ। ਜੀਵਨ ਜਾਨ ਤਾਂ ਕੀੜੀ ਨੂੰ ਵੀ ਆਉਂਦੀ ਹੈ। ਜੀਵਨ ਕਿਵੇਂ ਜਿਉਣਾ? ਕਿਹੜਾ ਜਾਨਵਰ ਹੈ ਜਿਹਨੂੰ ਨਹੀਂ ਆਉਂਦੀ? ਆਪੇ ਜਾਨਵਰ ਨੇ ਜਿਹੜੇ ਸਿਖਾਉਂਦੇ ਫਿਰਦੇ ਨੇ। ਉਹਨਾਂ ਨੂੰ ਨਹੀਂ ਪਤਾ ਵੀ ਕੀ ਸਿਖਾਉਣਾ ਜੋ। ਆਰਟ ਆਫ ਲਿਵਿੰਗ। ਹਾਂ, ਫੋਕਟੇ ਧਰਮੰ ਸਭੈ ਕਲ ਕੇਵਲੰ ਪਰਵਣੰ ਬਿਨਾ। ਲੋਕ ਪਰੇਸ਼ਾਨ ਨੇ ਆਰਥਿਕਤਾ ਤੋਂ, ਲੋਕ ਪਰੇਸ਼ਾਨ ਨੇ ਹੰਕਾਰ ਤੋਂ, ਲੋਕ ਪਰੇਸ਼ਾਨ ਨੇ ਲੋਭ ਤੋਂ, ਲੋਕ ਪਰੇਸ਼ਾਨ ਨੇ ਮੋਹ ਤੋਂ। ਉਹ ਛਡਾ ਦਿਓ ਫਿਰ, ਜੀਵਨ ਜਾਂਚ ਹੋਗੀ। ਉਹੀ ਤਾਂ ਧਰਮ ਛਡਾਉਂਦਾ। ਤੁਸੀਂ ਇਹ ਛੱਡ ਕੇ ਕੀ ਸਿਖਾ ਰਹੇ ਹੋ? ਇਹ ਤਾਂ ਗਾਹਾਂ ਤੁਹਾਨੂੰ ਅਕਲ ਕਿੱਥੋਂ ਆ ਗਈ? ਫੋਕਟੇ ਧਰਮੰ ਸਭੈ ਕਲ ਕੇਵਲੰ ਪਰਵਣੰ ਬਿਨਾ। ਸਾਰੇ ਧਰਮ ਫੋਕੇ ਨੇ, ਕੁਛ ਵੀ ਨਹੀਂ ਵਿੱਚ। ਕੇਵਲੰ ਪਰਵਣੰ ਬਿਨਾ, ਪ੍ਰਭ ਤੇ ਬਿਨੋ। ਜਿਹੜਾ ਸਾਡੇ ਅੰਦਰ ਰਾਮ ਹੈ ਨਾ, ਅੰਦਰ ਸਭੈ ਘਟ ਰਾਮ ਬੋਲੇ, ਉਹਦੀ ਆਵਾਜ਼ ਜਿਹੜੀ ਹੈ ਉਹ ਤੋਂ ਬਿਨਾਂ ਸਾਰੇ ਹੀ ਧਰਮ ਫੋਕੇ ਨੇ। ਅੰਤਰਾਤਮਾ ਜਿਹੜੀ ਹੈਗੀ ਇਹਦੀ ਆਵਾਜ਼ ਹੈ। ਇਹਨੂੰ ਪੁੱਛੋ ਵੀ ਧਰਮ ਜਿਹੜਾ ਤੈਂ ਬਣਾਇਆ ਠੀਕ ਹੈ? ਮਨ ਜਾਣ ਤੋਂ ਸਭ ਬਾਤ, ਸਾਰੀ ਗੱਲ ਜਾਣਦੇ ਨੇ ਵੀ ਅਸੀਂ ਗਲਤ ਬਣਾਇਆ ਹੈ। ਜਾਣ ਤੇ ਹੀ ਔਗਣ ਕਰੇ, ਜਾਣ ਕੇ ਬੁੱਝ ਕੇ ਧਰਮ ਗਲਤ ਬਣਾਏ ਹੋਏ ਨੇ। ਜਦ ਤੁਹਾਨੂੰ ਪਤਾ ਗਲਤ ਹੈ ਫਿਰ ਤੁਸੀਂ ਗਲਤ ਦਾ ਪ੍ਰਚਾਰ ਕਰਦੇ ਹੋ। ਇਹ ਤਾਂ ਅਪਰਾਧ ਹੈ, ਧਰਮ ਨਹੀਂ ਹੈ। ਬੰਦੇ ਨਾਲ ਜੋੜਦੇ ਹੋ, ਪੈਸੇ ਇਕੱਠੇ ਕਰਦੇ ਹੋ। ਏਕ ਦਿਵਸ ਚੱਲੇ ਕੋ ਮਤ, ਦੋਏ ਦਿਵਸ ਚਲਾਹੇਂਗੇ। ਕੋਈ ਇੱਕ ਦਿਨ ਚੱਲਦੀ ਹੈ ਮਤ, ਕੋਈ 2 ਦਿਨ ਚੱਲ ਜਾਂਦੀ ਹੈ। ਇਹੋ ਜਿਹੀਆਂ ਵੀ ਮੱਤਾਂ ਹੋਣਗੀਆਂ ਜਿਹੜੀਆਂ 1-2 ਦਿਨ ਚੱਲਣਗੀਆਂ। ਹੋ ਸਕਦਾ ਕਿੰਨੀਆਂ ਕੁ ਮੱਤਾਂ ਚੱਲਦੀਆਂ ਹੁਣ ਆਪਾਂ ਨੂੰ ਕੀ ਪਤਾ। ਫੇਲ ਹੋ ਜਾਂਦੀਆਂ ਹੁਣ ਚੱਲ ਕੇ। ਉਹ ਕਿਹੜਾ ਸਾਨੂੰ ਪੁੱਛ ਕੇ ਚਲਾਉਣੀਆਂ ਅਗਲੇ ਨੇ। ਸੋਚ ਲਈ ਮੱਤ ਚਲਾ ਕੇ ਦੇਖ ਲਈ, ਛੱਡਤੇ ਦੂਏ ਦਿਨ। ਸੋਚ ਕੇ ਛੱਡਣ ਵਾਲੀ ਉਹ ਗੱਲ ਹੈ। ਹਾਂਜੀ, ਨਿਰਪ ਜੋਰ ਕਰੋੜ ਕਰੋੜ ਕੈ, ਦਿਨ ਤੀਸਰੇ ਮਿਟ ਜਾਹੇਂਗੇ। ਜਿਹੜੇ ਰਾਜੇ ਹੋਣਗੇ ਨਾ, ਅਬਲਿਸਟਰ ਰਾਜੇ ਹੀ ਨੇ, ਕਰੋੜਾਂ ਜੋੜ ਕੇ ਤੀਏ ਦਿਨ ਨੂੰ ਮਰ ਜਾਣਗੇ। ਨਿਰਪ ਜੋੜ ਜੋੜ ਕਰੋੜ। ਉਹ ਜਿਹੜਾ ਰਾਜਾ ਬਣੂਗਾ, ਨਿਰਪ ਜੋੜ ਕਰੋੜ ਰਾਜਾ ਲਊਗਾ, ਬਣੂਗਾ ਕਾਹਦੇ ਵਾਸਤੇ ਬਣੂਗਾ? ਕਰੋੜ ਰੁਪਏ ਜੋੜਨੇ ਵਾਸਤੇ ਬਣੂਗਾ। ਦਿਨ ਤੀਸਰੇ ਮਿਟ ਜਾਹੇਂਗੇ। ਤੀਏ ਦਿਨ ਨੂੰ ਮਰ ਜਾਣਗੇ। 2-4 ਦਿਨ ਕਰਕੇ ਕਰੋੜਾਂ ਰੁਪਏ ਜੋੜ ਕੇ ਰਾਜੇ ਮਰ ਜਾਣਗੇ, ਮਿਟ ਜਾਣਗੇ। ਪੈਸੇ ਇੱਥੇ ਰਹਿ ਜਾਣਗੇ, ਬਦਨਾਮੀ ਲੈ ਜਾਣਗੇ। ਫਿਰ ਅਕਲ ਵਾਲੇ ਸੀ, ਬੇਅਕਲ ਸੀ। ਅਕਲ ਦਾ ਤਾਂ ਗਾਹਾਂ ਜਾ ਕੇ ਪਤਾ ਲੱਗੂ ਨਾ। ਇੱਥੇ ਤਾਂ ਪੈਰੀ ਹੱਥ ਲਾਉਣ ਵਾਲਿਆਂ ਦੀ ਭੀੜ ਹੈ ਨਾ, ਉਹ ਨਸ਼ਾ ਹੈ। ਇੱਥੇ ਝੁਕਣ ਵਾਲਿਆਂ ਦਾ ਨਸ਼ਾ ਨਹੀਂ ਟਿਕਣ ਦਿੰਦਾ। ਇਹ ਦੁਨੀਆ ਦੀਆਂ ਵਡਿਆਈਆਂ ਨਹੀਂ ਟਿਕਣ ਦਿੰਦੀਆਂ। ਨਾਨਕ ਸਭ ਤੋਂ ਖਤਰਨਾਕ ਦੁਨੀਆ ਦੀ ਵਡਿਆਈ ਆ। ਉਹ ਖੱਡ 'ਚ ਘੇਰ ਦਿੰਦੀ ਹੈ, ਜਿੱਥੋਂ ਸਾਰੀ ਕਮਾਈ ਜਿੰਨੀ 84 ਲੱਖ ਜਾਂਦੇ ਸਭ ਬਰਬਾਦ ਕਰ ਦੇਣੀ ਇਹਨੇ। ਆਖਰ ਨਰਕ 'ਚ ਜਾਊਗਾ। ਨਰਕ ਤੇ ਥੱਲੇ ਖੜੇ ਨਹੀਂ ਸਕਦਾ। ਅਸਮਾਨ ਤੋਂ ਦੇਖੋ ਨਾ, ਰਾਜਾ ਕੀ ਹੁੰਦਾ? ਅਸਮਾਨ ਤੇ ਚੜਿਆ ਹੈ। ਰਾਜਾ ਅਸਮਾਨ ਤੇ ਹੀ ਹੈ। ਰਾਜਾ ਕੌਣ ਹੈ? ਰਾਜੇ ਚੂੜੀ ਨੇ ਉਹ ਕੀ, ਰਾਜਾ ਨੇ ਚੂੜੀ ਛੱਡੀ ਇਨਸਾਫ ਕਰਨ ਦੀ। ਜੇ ਇਨਸਾਫ ਨਹੀਂ ਕਰਦਾ ਰਾਜਾ, ਖੁਦੇ ਨਹੀਂ ਇਨਸਾਫ ਕਰਦਾ, ਤਾਂ ਫਿਰ ਥੱਲੇ ਡਿੱਗੂਗਾ। ਉਹ ਜਿੱਥੇ ਡਿੱਗੂਗਾ ਨਾ, ਉਹ ਅਸਮਾਨ ਤੋਂ ਡਿੱਗਾ ਤਾਂ ਥੱਲੇ ਹੀ ਆਊਗਾ।
ਫਿਰ ਚੜ੍ਹਦਾ ਰਹਿ ਪੌੜੀਆਂ। ਇਹ ਰੁਪਈਏ ਦਾ ਤੈਨੂੰ ਕੁਝ ਨਹੀਂ ਮਿਲਣਾ ਜਿਹੜਾ ਕਰੋੜਾਂ ਜੋੜ ਲਿਆ, ਕੁਛ ਨਹੀਂ ਮਿਲਣਾ। ਜਿਹੜੇ ਗਲਤੀ ਨਾਲ ਬੰਦੇ ਬਣ ਜਾਂਦੇ ਨੇ ਨਾ, ਗਲਤੀ ਨਾਲ, ਥੋੜੀ ਗਲਤੀ ਨਾਲ ਵੀ ਮਤਲਬ ਹੈ ਕੁਝ ਉਹਨਾਂ 2-4 ਥੱਲੇ ਆ ਜਾਂਦੇ ਨੇ। ਉਹ ਜੇ ਕੁੱਤਾ ਵੀ ਬਣ ਜਾਂਦਾ, ਕੁੱਤਾ ਵੀ ਘਰਾਂ 'ਚ ਫਿਰਦਾ, ਕੁੱਤੇ ਨੂੰ ਵੀ ਅਕਲ ਹੁੰਦੀ ਹੈ, ਇੱਕੋ ਜਿਹੇ ਕੁੱਤੇ ਵੀ ਨਹੀਂ ਹੁੰਦੇ। ਪਰ ਜਿਹੜੇ ਇਸ ਤਰੀਕੇ ਦੇ ਰਾਜੇ ਨੇ ਉਹਨਾਂ ਦੀ ਬਖਸ਼ਿਸ਼ ਨਹੀਂ ਹੈ, ਰਾਜੇ ਦੀ ਬਖਸ਼ਿਸ਼ ਨਹੀਂ ਹੁੰਦੀ। ਰਾਜੇ ਤੋਂ ਬਹੁਤ ਬੜੇ ਬੜੇ ਅਪਰਾਧ ਹੋ ਜਾਂਦੇ, ਇੱਕ ਆਦਮੀ ਦੇ ਅਪਰਾਧ ਨਾਲ ਲੱਖਾਂ ਬੰਦੇ ਕਤਲ ਹੋ ਜਾਂਦੇ ਨੇ। ਇੱਕ ਆਦਮੀ ਸੋਚਣਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਲੋਕਾਂ ਦਾ। ਇੱਕ ਆਦਮੀ ਕਦੇ ਨੁਕਸਾਨ ਕਰ ਸਕਦਾ ਥੋੜਾ ਜਿਹਾ, ਇੱਕ ਦਾ ਹੋ ਗਿਆ, ਉਹ ਤੇ ਇੱਕ ਤੇ ਲੱਖਾਂ ਦਾ ਨੁਕਸਾਨ ਹੋ ਗਿਆ। ਜਿੱਡੀ ਵੱਡੀ ਪੋਸਟ ਤੇ ਬੈਠੋ ਓਡਾ ਵੱਡਾ ਨੁਕਸਾਨ ਹੋ, ਉਹ ਸਾਰਿਆਂ ਦੀ ਜ਼ਿੰਮੇਵਾਰੀ ਉਹਤੇ। ਜਿੱਡਾ ਵੱਡਾ ਗੁਰੂ ਹੋਊਗਾ, ਸੰਤ ਹੋਊਗਾ, ਓਡਾ ਵੱਡਾ ਹੀ ਉਹਤੇ ਜ਼ਿੰਮੇਵਾਰੀ ਉਹਨੇ ਆਦਮੀਆਂ ਨੂੰ ਉਲਟੇ ਰਸਤੇ ਪਾਉਣ ਦੀ। ਓਡਾ ਹੀ ਬੜਾ ਪੱਥਰ ਡਿੱਗਣਾ ਉਹਦੇ ਤੇ। ਪੁਨ ਔਰ ਚਾਹੇਂਗੇ ਮਤ ਨੂੰ ਗਤਨ ਚਤੁਰਥ ਦਿਨ। ਬਸ ਹੋਰ ਕਹਿੰਦੇ ਜਿਹੜੀਆਂ ਮੱਤਾਂ ਬਣਾ ਲੈਣਗੇ 2-4 ਦਿਨ ਹੋਰ ਚੱਲ ਜਾਣਗੀਆਂ। ਜੇ ਜ਼ਿਆਦਾ ਸੰਸ਼ੋਧਨ ਕਰਨਗੇ ਉਹ 'ਚ ਥੋੜਾ ਜਿਹਾ ਵਧੀਆ ਬਣਾ ਲੈਣਗੇ। ਗਤਨ ਚਤੁਰਥ ਦਿਨੋਂ ਹਾਂ 2-4 ਦਿਨ ਹੋਰ ਚੱਲ ਜੂ। ਧਰਮ ਫੋਕਣੋ ਸਭਨ ਇੱਕ ਕੇਵਲੰ ਕਲਨਿੰ ਬਿਨਾ। ਜਿਹੜੇ ਧਰਮ ਨੇ ਸਾਰੇ ਫੋਕੇ ਨੇ। ਇੱਕ ਕੇਵਲੰ ਕਲਨਿੰ ਬਿਨਾ, ਇੱਕ ਕੇਵਲ ਕਲਨਿੰ ਬਿਨਾ। ਜੇ ਤੁਹਾਡੀ ਧਰਮ ਦੇ ਅਨੁਸਾਰ ਤੁਹਾਡਾ ਆਪਣਾ ਜੋ ਬੋਲਦੇ ਹਾਂ ਅਸੀਂ, ਦੇਖੋ ਬੋਲਣਗੇ ਸਭ ਚੰਗੀ ਗੱਲ, ਬੋਲਦੇ ਨਹੀਂ ਮਾੜੀ। ਇਹ ਉਪਦੇਸ਼ ਸਭ ਦਾ ਹੋਈ ਹੁੰਦਾ, ਇਮਾਨਦਾਰ ਬਣੋ, ਇਹ ਬਣੋ। ਇਹ ਨਹੀਂ ਕਹਿ ਸਕਦੇ ਬੇਈਮਾਨੀ ਕਰੋ। ਧਰਮ ਵਾਲਾ ਆਦਮੀ ਚਾਹੇ 1 ਦਿਨ ਚੱਲੇ ਚਾਹੇ 2 ਦਿਨ ਚੱਲੇ, ਪਰ ਜੋ ਤੁਸੀਂ ਕਹਿੰਦੇ ਜੇ ਆਪ ਹੀ ਨਹੀਂ ਕਰਦੇ ਹੋ, ਜੋ ਤੁਸੀਂ ਆਪ ਕਹਿੰਦੇ ਹੋ, ਜੇ ਉਸ ਗੱਲ ਤੇ ਵੀ ਪਹਿਰਾ ਦਵੋ ਜਿਹਨੂੰ ਤੁਸੀਂ ਧਰਮ ਮੰਨ ਕੇ ਚੱਲਦੇ ਹੋ, ਤਾਂ ਵੀ ਬੇਕਾਰ ਨਹੀਂ ਹੋ। ਜੋ ਕੁਝ ਕਹਿੰਦੇ ਹੋ, ਜਿੰਨਾ ਘੱਟ ਤੋਂ ਘੱਟ ਧਰਮ ਦਾ ਮਤਲਬ ਤੁਸੀਂ ਕੰਮ ਉਪਦੇਸ਼ ਕਰਦੇ ਹੋ, ਉਹਨਾਂ ਤਾਂ ਆਪ ਮੰਨ ਲਓ। ਜੇ ਤੁਸੀਂ ਆਪ ਨਹੀਂ ਕਰਦੇ ਫਿਰ ਫੋਕਾ ਹੈ, ਸਭ ਫੋਕਾ ਨਹੀਂ, ਫਿਰ ਧੋਖਾ ਹੀ ਹੈ। ਉਹਦੇ ਵਾਸਤੇ ਫੋਕਾ ਹੈ ਜਿਹਨੂੰ ਉਪਦੇਸ਼ ਦਿੰਦੇ ਹੋ। ਉਹ ਨਾਲ ਵਾਲਿਆਂ ਨੂੰ ਵੀ ਪਤਾ ਹੀ ਹੁੰਦਾ ਹੈ, ਨਾਲ ਵਾਲਿਆਂ ਨੂੰ ਕਹਿੰਦੇ ਨਹੀਂ ਪਤਾ। ਜਿਹੜੇ ਮੂਰਖੰਦ ਘੋਰ ਨੇ ਉਹਨਾਂ ਨੂੰ ਨਹੀਂ ਪਤਾ, ਚੋਰ ਆਰਾਮ ਖੋਰਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਕੀ ਹੈ। ਜਿਹੜੇ ਨਾਲ ਹਾਈਲਾਈਟ ਕਰਨ ਵਾਲੇ ਉਹਨਾਂ ਨੂੰ ਤਾਂ ਪਤਾ ਹੁੰਦਾ, ਉਹਨਾਂ ਨੂੰ ਪੈਸੇ ਮਿਲਦੇ ਨੇ, ਤਨਖਾਹਾਂ ਮਿਲਦੀਆਂ ਨੇ, ਸਭ ਕੁਝ ਮਿਲਦਾ। ਉਹਨਾਂ ਨੂੰ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਸਾਰੀ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ। ਇਸ ਕਰਕੇ ਜੋ ਕੁਝ ਤੁਸੀਂ ਕਹਿੰਦੇ ਹੋ, ਜੇ ਉਹ ਆਪ ਨਹੀਂ ਕਰਦੇ, ਅਵਰ ਉਪਦੇਸ਼ਾ ਆਪ ਨਾ ਕਰਾ ਆਪ ਤਜਾਵਤ ਜਨਮ ਮਰ। ਫਿਰ ਜਨਮ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਤੁਹਾਡਾ। ਜਨਮ ਮਰਨ ਤੋਂ ਛੁਟਕਾਰਾ ਨਹੀਂ ਜਿਹੜਾ ਕਰਾਉਂਦਾ ਉਹ ਧਰਮ ਹੁੰਦਾ ਹੀ ਨਹੀਂ। ਉਹ ਕਹਿੰਦਾ ਧਰਮ।